ਹੈਡ ਔਨ ਲੈ ਕੇ ਉਹਦੇ ਤੇ ਕਾਰਵਾਈ ਕਰਨ ਦੀ ਜਗ੍ਹਾ ਅੱਜ ਕਿਵੇਂ ਚੰਨੀ ਹਨੀ ਤੇ ਮਨੀ ਇਸ ਕੰਮ ਨੂੰ ਕਾਂਗਰਸ ਪਾਰਟੀ ਸਰਪ੍ਰਸਤੀ ਦੇ ਰਹੀ ਹੈ। ਔਰ ਮੈਂ ਕਹਿ ਸਕਦਾ ਕਿ ਕਾਂਗਰਸ ਦਾ C is for Congress, C is for Channi and C is for corruption। 3 C's ਤੇ ਇਹਨਾਂ ਦੀ ਸਾਰੀ ਪੋਲਿਟਿਕਸ ਰਾਜਨੀਤੀ ਨਿਰਭਰ ਹੋ ਕੇ ਰਹਿ ਗਈ। ਮੈਨੂੰ ਬੜੀ ਹੈਰਾਨਗੀ ਹੋਈ ਕਿ ਮਸਲਾ ਕੀ ਹੈ। ਮਸਲਾ ਹੈ ਅਬਾਊਟ ਇਲੀਗਲ ਮਾਈਨਿੰਗ ਔਰ ਇਹ ਮਸਲਾ ਹੈ ਕਿ 1000 ਕਰੋੜ ਤੋਂ ਵੱਧ ਦੀ ਖਜ਼ਾਨੇ ਦੀ ਲੁੱਟ ਦਾ ਔਰ ਇਹ ਮਸਲਾ ਹੈ ਕਿ ਕਿਵੇਂ ਇਹ ਪੈਸਾ ਕੁਝ ਕਾਂਗਰਸੀ ਲੀਡਰ ਮੰਤਰੀ ਸਾਹਿਬਾਨ ਜਿਨ੍ਹਾਂ ਤੇ ਵੱਡੇ ਆਰੋਪ ਸੀ ਉਹ ਵਾਪਸ ਕੈਬਨਿਟ 'ਚ ਆਉਂਦੇ ਨੇ। ਇਹ ਮੁੱਦੇ ਬਣਦੇ ਆ ਮਗਰ ਕਿਵੇਂ ਕਾਂਗਰਸ मैं तो कहूंगा पैसे लेके फिर स्वीप्स इट अंडर द कार्पेट और इलेक्शन कमीशन खोल जाके यह गल कहनी कि जी सेंट्रल एजेंसी दा मिसयूज हो रहा है। तुसी ये गल करन तो पहला कांग्रेस पार्टी यह सवाल करती कि 10 करोड़ कैश 12 लाख दी रोलैक्स दी घड़ी 55 करोड़ ਦਾ ਮਨੀ ਟ੍ਰੇਲ 21 ਲੱਖ ਦੀ ਜੁਐਲਰੀ ਭੁਪਿੰਦਰ ਸਿੰਘ ਹਨੀ ਜਿਹਦੀ ਕੀ ਆ ਉਹਦੀ ਹੈਸੀਅਤ ਕੀ ਆ ਉਹਦੀ ਔਕਾਤ ਕੀ ਉਹਦੀ ਇੰਟਰੋਡਕਸ਼ਨ ਕੀ ਹੈ ਕਿ ਉਹਦੀ ਇਹ ਇੰਟਰੋਡਕਸ਼ਨ ਹੈ that he is only and only ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਲੀ ਦਾ ਮੁੰਡਾ ਹੋਰ ਉਹਦੀ ਕੋਈ ਇੰਟਰੋਡਕਸ਼ਨ ਨਹੀਂ। ਔਰ ਇੱਕ ਜਿਹਦੀ ਆਪ ਦਾ ਕੋਈ ਤੁਸੀਂ ਪਿਛਲਾ ਲੰਮਾ ਰਿਕਾਰਡ ਵੇਖੋ ਕਿ ਪੰਜਾਬ 'ਚ ਤੁਸੀਂ ਕਦੇ ਇਹ ਸੁਣਿਆ ਕਿ ਕਿਸੇ ਬਿਜ਼ਨਸਮੈਨ ਦੇ ਘਰ ਵੀ ਰੇਡ ਹੋਈ ਆ ਜਿਹੜੇ ਵੱਡੇ ਵੱਡੇ ਕਰੋੜਾਂ ਦੇ ਕਾਰੋਬਾਰ ਕਰਦੇ ਆ। ਅੱਜ ਤੱਕ ਇਹ ਖਬਰ ਮੈਨੂੰ ਮੈਂ ਰੀਕਲੈਕਟ ਕਰਨ ਦੀ ਕੋਸ਼ਿਸ਼ ਕੀਤੀ कि 10 करोड़ सीधा कैश रिकवर होया होवे जद कि सारी गल लीक हो गई सी और एक रिश्तेदार कोल जाके इन्नी रिकवरी है। जे किथे टकाने सर रेड हुंदी ते फिर किन्ने पैसों की रिकवरी हुंदी इहदा कोई अंदाजा किसे नूं है। और मैं बार बार कह रहा इस गल ते आ रहा प्लीज ये कांग्रेस पार्टी ये दसे कि इन्हां नूं हनी ते इन्हां की मेहरबानी हो रही है कि हनी और चन्नी और मनी यही कारण है कि AICC का दफ्तर चला रही है तां इत्ते मेहरबान है। और ये कौन कौन ने जिहड़े लोग जिन्हां दी अज मैं गल करन लग्या आ फोटो नहीं पहली मैनूं देखो तुहानूं अज मैं एक होर गल कर दिया देयर इज सो मच टू टेल यू मगर मैं थोनू अज पार्ट 1 ही एक्सपोजे दा दूंगा क्योंकि इन्नी गल ना थोड़े समझ आनी है और थोनू 3 हिस्सियां च या 4 हिस्सियां च सारा पर्दाफाश करांगे। आ पहली फोटो है जी आ पिछे आई रही है मैनू लगदा आ पहला बंदा कौन है जी आ तो हो गया चन्नी आ हो गया हनी ते आ बंदे कौन ने इन्हां दी भी मैं थोड़ी और इन्हां बंदियां ये हैगा जी पहला तो हो गया जेड़ा करता धरता अशोक राकेश चौधरी जेड़ा माइनिंग दी पंजाब दी खजाने दी धज्जियां उड़ा रहा और कला वो नहीं देखो जेड़ा सब तो वड्डा क्राइम एक होर कर रहे है विदाउट एनवायरमेंटल क्लीयरेंसिस एनवायरमेंट की किवें धज्जियां उड़ाइयां जा रही ने क्योंकि जो एनवायरमेंट क्लीयरेंस के थले माइनस ने वो तो बड़ियां सीमित ने मगर क्योंकि इन्हां नूं चन्नी ते हनी दी सरपरस्ती है
ਇਹਨਾਂ ਨੇ ਧੂੜਾਂ ਪੱਟੀਆਂ ਹੋਈਆਂ, ਜਿੱਥੇ ਮਰਜ਼ੀ ਜਾ ਕੇ ਇਹ ਨਾਕਾ ਵੀ ਲਾਉਂਦੇ ਆ, ਗੁੰਡਾ ਟੈਕਸ ਵੀ ਵਸੂਲਦੇ ਆ, ਔਰ ਐਸਐਸਪੀ ਡੀਸੀ ਦੀਆਂ ਬਦਲੀਆਂ ਆਪਨੇ ਮਤਲਬ ਨਾਲ ਕਰਾ ਕੇ ਐਸਐਸਪੀ ਡੀਸੀ ਇਹਨਾਂ ਦੇ ਇਸ਼ਾਰੇ ਤੇ ਕੰਮ ਕਰਦੇ ਨੇ। ਔਰ ਇਹ ਦੂਜੇ ਦੋ ਬੰਦੇ ਕੌਣ ਨੇ? ਇਕਬਾਲ ਸਿੰਘ ਸਰਪੰਚ ਹੈ, ਸਾਲਾਪੁਰ ਪਿੰਡ ਹੈ, ਚਮਕੌਰ ਸਾਹਿਬ ਵਿਧਾਨ ਸਭਾ ਹਲਕਾ, ਔਰ ਦੂਜਾ ਮੁੰਡਾ ਇਹਦਾ ਨਾਲ ਇਹਦਾ ਮੁੰਡਾ ਬਿੰਦਰ। ਕਹਿਣ ਦਾ ਭਾਵ ਕਿ ਇਲੀਗਲ ਮਾਈਨਿੰਗ ਦਾ ਅੱਜ ਮੈਂ ਇੱਕ ਡੈਨ ਦਾ ਖੁਲਾਸਾ ਕਰ ਰਿਹਾ, ਉਹ ਕਰ ਰਿਹਾ ਸੀਐਮ ਚੰਨੀ ਦਾ ਆਪਣਾ ਹਲਕਾ ਚਮਕੌਰ ਸਾਹਿਬ ਤੇ ਆਪਣਾ ਜ਼ਿਲ੍ਹਾ ਰੋਪੜ, ਜਿੱਥੇ ਧੜੱਲੇ ਨਾਲ ਇਹ ਸਾਰਾ ਕੰਮ ਇਹ ਬੰਦੇ ਚਲਾ ਰਹੇ ਆ। ਅੱਜ ਪਹਿਲੇ ਦਿਨ ਦੇ ਐਕਸਪੋਜ਼ੇ 'ਚ ਕੱਲਾ ਇਹ ਆ ਮਾੜਾ ਜਿਹਾ ਇੱਕੋ ਦੋ ਤਿੰਨ ਦਿਖਾਈ। ਬਿੰਦਰ ਨਾਲ ਇਕਬਾਲ ਤੇ ਬਿੰਦਰ ਨਾਲ ਪਿਆਰ ਕਿੰਨਾ, ਵੋਟ ਤੁਸੀਂ ਵੇਖੋਗੇ ਕਿ ਸੀਐਮ ਦੀ ਅਫੀਸ਼ੀਅਲ ਜਿਹੜੀ ਸੀਐਮਓ ਦੀ ਸਾਈਟ ਹੁੰਦੀ ਹੈ, ਉਹਦੇ ਤੋਂ ਆਪਦੇ ਵਧਾਈ ਦਿੰਦੇ ਆ ਤੇ ਧੰਨਵਾਦ ਕਰਦੇ, ਔਰ ਫੋਟੋਜ਼ ਅਪਲੋਡ ਹੁੰਦੀ ਹੈ ਸੀਐਮਓ ਵਾਲੀਆਂ। ਸੀਐਮਓ ਵਾਲੀਆਂ ਕਿੱਥੇ ਨੇ? ਚਲੋ ਹਨੀ ਦਾ ਕਰ ਦੋ, ਤੂੰ ਸੀਐਮਓ ਵਾਲੀ ਕਰ, ਵਾਈਟ ਨਾ ਰੱਖੋ ਕਹਿ ਰਹੇ ਪਿੱਛੇ ਇਸ ਗੱਲ। ਚਲੋ ਮੈਂ ਹੁਣ ਤੁਹਾਨੂੰ ਅੱਛਾ ਇੱਕ ਮੈਂ ਤੁਹਾਨੂੰ ਸੌਰੀ ਆਡੀਓ, ਕਿਉਂਕਿ ਦੇਰ ਇਜ਼ ਅ ਲੋਟ ਟੂ ਡਿਸਕਸ, ਸੋ ਪਲੀਜ਼ ਬੇਅਰ ਵਿਦ ਮੀ, ਥੋੜਾ ਲੰਬਾ ਵੀ ਹੋ ਸਕਦਾ। ਆ ਤਾਂ ਹੋਗੀ ਜੀ ਪਹਿਲੀ ਫੋਟੋ ਮੈਂ ਦਿਖਾਉਣ ਲੱਗਿਆ, ਆ ਨੇ ਹਨੀ ਜੀ, ਠੀਕ ਹੈ ਜੀ। ਆਹ ਫੋਟੋ ਵਿਖਾਓ ਯਾਰ, ਆਹ ਫੋਟੋ ਤੁਸੀਂ ਗਲਤ ਚੱਲ ਰਹੇ ਹੋ। ਜਿੱਥੇ ਗਣਤੰਤਰ ਦਿਵਸ ਦੀ ਆ ਮੇਰਾ ਵੀਰ ਦੇ ਦਿਖਾ ਦਿਓ। ਆ ਰਹੀ ਜੀ, ਆਹ ਫੋਟੋ ਵੇਖੋ, ਸਰਕਾਰੀ ਪ੍ਰੋਗਰਾਮ ਆ, ਪਿੱਛੇ ਲਿਖਿਆ ਵੀ ਹੋਇਆ ਗਣਤੰਤਰ ਦਿਵਸ। ਇਹ ਬੰਦੇ ਦੀ ਕਿੰਨੀ ਚੱਲਦੀ ਸੀ, ਔਰ ਇਸ ਬੰਦੇ ਦਾ ਮੈਸੇਜ ਜਾਂਦਾ ਸੀ, ਮਤਲਬ ਕਿ ਇਹਦੀ ਮੈਸੇਜਿੰਗ ਸੀ। ਚੰਨੀ ਮਤਲਬ ਹਨੀ, ਹਨੀ ਮਤਲਬ ਮਨੀ, ਇਹ ਸਿੱਧਾ ਬਾਰ-ਬਾਰ ਮੈਸੇਜ ਜਾਂਦਾ ਸੀ। ਆ ਵੇਖੋ ਉੱਥੇ ਜ਼ਿਲ੍ਹੇ ਦੇ ਐਸਐਸਪੀ, ਜ਼ਿਲ੍ਹੇ ਦੇ ਡੀਸੀ, ਜ਼ਿਲ੍ਹੇ ਦੇ ਹੋਰ ਕਾਂਗਰਸ ਦੇ ਐਮਐਲਏ ਸਾਹਿਬਾਨ ਸਾਰੇ ਸਾਹਮਣੇ ਖਲੋਤੇ ਆ, ਤੇ ਨਾਲ ਉਹ ਡਾਕਟਰ ਮਨੋਹਰ ਸਿੰਘ ਵੀ ਬੜੇ, ਉਹਨਾਂ ਦੇ ਚੰਨੀ ਸਾਹਿਬ ਦੇ ਭਾਈ ਸਾਹਿਬ ਵੀ ਤੁਹਾਨੂੰ ਚਮਕਦੇ ਦਿਸਣਗੇ, ਔਰ ਕੁਲਜੀਤ ਨਾਗਰਾ, ਇਹ ਸਾਰੇ ਨੇ। ਤੁਹਾਡੇ ਸਾਹਮਣੇ ਇੱਕ ਫੋਟੋ ਪਹਿਲੀ, ਹੁਣ ਦੂਜੀ ਦਿਖਾ ਦੇ। ਮੈਂ ਥੋੜਾ ਨਾ ਫੋਟੋਆਂ ਤੇ ਤਾਂ ਜ਼ੋਰ ਦੇ ਰਿਹਾ ਕਿ ਸਰਕਾਰੀ ਪ੍ਰੋਗਰਾਮਾਂ ਤੇ ਇਹਦੀ ਕਿਵੇਂ ਚੱਲਦੀ ਸੀ। ਆ ਦੂਜਾ ਸਰਕਾਰੀ ਪ੍ਰੋਗਰਾਮ ਪਿੱਛੇ ਪੰਜਾਬ ਸਰਕਾਰ ਦਾ ਆ ਬਿੱਲਾ ਲੱਗਿਆ, ਔਰ ਉਸ ਪ੍ਰੋਗਰਾਮ 'ਚ ਵੀ ਰਵਨੀਤ ਬਿੱਟੂ ਚੰਨੀ ਇਹਨੂੰ ਹੀ ਆਨਰ ਕਰੀ ਜਾਂਦੇ ਆ। ਕਮਾਊ ਪੁੱਤ ਜਿਹੜਾ ਸੀ, ਮਨੀ ਮਿੰਟਿੰਗ ਮਸ਼ੀਨ ਹੈ, ਮਨੀ ਪ੍ਰਿੰਟਿੰਗ ਮਸ਼ੀਨ ਹੈ, ਤੇ ਇਹਦਾ ਤਾਂ ਹਰ ਤਰੀਕੇ ਦਾ ਸਰਕਾਰੀ ਸਨਮਾਨ ਹੋਣਾ ਚਾਹੀਦਾ। ਫਿਰ ਆ ਇੱਕ ਹੋਰ ਸਰਕਾਰੀ ਪ੍ਰੋਗਰਾਮ, ਮਹਿੰਦਰ ਕੇਪੀ ਜੀ ਤੇ ਆਪਣਾ ਹਨੀ ਤੇ ਚੰਨੀ ਸਾਹਿਬ ਫੇਰ, ਔਰ ਹਰ ਸਰਕਾਰੀ ਪ੍ਰੋਗਰਾਮ 'ਚ ਆਪ ਤੁਸੀਂ ਉਹ ਵੀ ਵੇਖ ਲਓ, ਉਹ ਜਿਹੜਾ ਆਨਰ ਵਾਸਤੇ ਲਾਉਂਦੇ ਆ, ਤੁਹਾਨੂੰ ਤਾਂ ਨਹੀਂ ਦਿੰਦੇ, ਇੱਧਰ ਲਾ ਦਿੰਦੇ ਆ ਅਗਲਾ, ਤੇ ਜਿਹੜਾ ਬੌਣਾ ਫਿਰ ਪਿੱਛੇ ਕਿਵੇਂ ਰਹਿ ਜੂ, ਕਿਉਂਕਿ ਬੌਣਾ ਵੀ ਇਸੇ ਕੰਮ ਦਾ ਬਾਦਸ਼ਾਹ ਜੀਰੇ 'ਚ। ਬੌਣੇ ਨੂੰ ਤਾਂ ਜਾਣਦੀ ਹੋ ਯਾਰ, ਇਸ ਤਰ੍ਹਾਂ ਕਿੱਧਰ ਵਿਖਾ, ਜੱਪੀਆਂ ਵੇਖੋ ਕਿਵੇਂ ਪਈਆਂ ਸਾਰੇ ਕੇਸ 'ਚ। ਬੌਣਾ ਤਾਂ ਲੀਗਲ ਐਡਵਾਈਜ਼ਰ ਹੈ, ਇਹਨੂੰ ਲਾ ਦੇਣ ਅਗਲੀ ਵਾਰੀ ਸਾਰੇ ਕੰਮ ਦਾ। ਅਗਲਾ ਨੰਬਰ ਇਹਦਾ, ਹਾਲੇ ਈਡੀ ਇਹਦੇ ਕੋਲ ਨਹੀਂ ਪਹੁੰਚੀ। ਔਰ ਮੈਂ ਤੁਹਾਨੂੰ ਹੋਰ ਦੱਸ ਦਿਆਂ ਇਹਦੇ ਬਾਰੇ, ਇਹਦਾ ਬ੍ਰਦਰ ਇੱਕ ਬਹੁਤ ਵੱਡਾ ਮਨੀ ਐਕਸਚੇਂਜ ਦਾ ਕੰਮ ਕੈਨੇਡਾ 'ਚ ਚਲਾ ਰਿਹਾ, ਸਰੀ 'ਚ ਕਰੋੜਾਂ ਰੁਪਈਆ ਇੱਥੋਂ ਕਮਾ ਕੇ ਪੈਸਾ ਬਾਹਰ ਕੈਨੇਡਾ ਜਾ ਰਿਹਾ, ਹਾਲੇ ਤੱਕ ਉਹਦੀ ਜਾਂਚ ਨਹੀਂ ਹੋ ਰਹੀ। ਆ ਬੌਣੇ ਦਾ ਕੌਣ ਪੁੱਛੀ ਜਾਂਦਾ। ਆ ਅਗਲੀ ਫੋਟੋ, ਇਹ ਤਾਂ ਮੈਂ ਕੱਲੀ ਤੁਹਾਨੂੰ ਹਲੇ ਅਪਰੋਕਸੀਮੇਟੀ ਦੀ ਦਿਖਾ ਰਿਹਾ, ਬਾਲੀ ਤੁਸੀਂ ਫੋਟੋ 'ਚ ਅਗਲਾ ਚੱਲੋ। ਹੁਣ ਉਹ ਵੀਡੀਓ ਵਿਖਾ ਇਹਦੀ, ਚਲੋ ਵਿਆਹ ਵਾਲੀ ਦਿਖਾ ਦੇ। ਆ ਇੱਕ ਹੋਰ ਸਰਕਾਰੀ ਪ੍ਰੋਗਰਾਮ ਸੀ, ਆ ਮਤਲਬ ਪਿੱਛੇ ਦੇਖੋ, ਆ ਗੋਰੇ ਵੀ ਖਲੋਤੇ ਆ, ਇਹ ਨਾਲ ਹੀ ਜਾਂਦਾ। ਚੰਨੀ ਹਨੀ ਤੇ ਮੰਨੀ ਤਿੰਨੇ ਨਾਲ ਹੀ ਜਾਂਦੇ ਆ, ਇਹਨਾਂ ਨੂੰ ਕੋਈ ਅੱਡ ਨਹੀਂ ਕਰ ਸਕਦਾ।
मतलब इन्हां दी मैं तां तुहानूं दिखा रहा सरकारी प्रोग्राम ऑफिशियल डेलीगेशन ਵਿਆਹ ਸ਼ਾਦੀ ਤਾਂ ਬਾਅਦ ਦੀ ਦਿਸ ਇਜ਼ ऑफिशियल डेलीगेशन ਆ ਹੁਣ ਜਿਹੜਾ ਵਿਆਹ ਹੋਇਆ ਸੀ ਕਾਕਾ ਜੀ ਦਾ ਚੰਨੀ ਸਾਹਿਬ ਦਾ ਉਹ ਆਪਣਾ ਕੀ ਨਾਂ ਯਾਰ ਉਹਦਾ ਨਵਜੀਤ ਉਹ ਵਿਆਹ ਤੇ ਵੀ ਸਾਰਾ ਖਰਚ ਭੰਗੜਾ ਪਾਉਣ ਦਾ ਕੰਮ ਇਹਦੀ ਅਫੀਸ਼ੀਅਲ ਡਿਊਟੀ ਆ ਤੁਸੀਂ ਵੇਖੋ ਇਸ ਬੰਦੇ ਦੀ ਕੀ मतलब हर मंत्री नाल हर MP नाल आशू जी भी ओदे नाल इस तरह फोटो खिचा रहे जे इहदे नाल ना खिचाई ते फिर चन्नी औखा ते चन्नी जे मनी औखा ते चन्नी औखा ते हनी औखा आ काम वेख लो आ इधर आ वेखो आ फोटो ही सब कुछ बयान करदी है रब्बा मेल करा देवे ਇਹ ਹਨੀ ਦਾ ਤਾਂ ਇਹ ਸਾਰਾ ਜਿਹੜਾ ਵਿਆਹ ਦਾ ਖਰਚ ਹੈ ਨਾ ਜੇ ਈਡੀ ਕਰੂ ਜਾਂਚ ਤੇ ਅੱਧੇ ਪ੍ਰੋਗਰਾਮ ਤਾਂ ਚੰਨੀ ਤੇ ਨਿਆਣੇ ਤੇ ਹਨੀ ਨਹੀਂ ਕੀਤੇ ਨੇ ਮਨੀ ਨਾਲ ਮਿਲ ਕੇ ਆ ਅਗਲੀ ਫੋਟੋ ਚਲੋ ਅੱਗੇ ਚੱਲ ਯਾਰ ਹੁਣ ਤੁਸੀਂ ਆ ਚਲੋ ਅਖੀਰਲੀ ਵਿਖਾ ਦਿਆਂ ਤੁਹਾਨੂੰ ਆ ਮੰਗਣੀ ਦੀ ਕੋਈ ਪਰਿਵਾਰ ਦਾ ਪ੍ਰੋਗਰਾਮ ਹੋ ਜੇ ਸਰਕਾਰੀ ਪ੍ਰੋਗਰਾਮ ਹੋ ਜੇ ਕੋਈ ਪ੍ਰੋਗਰਾਮ ਹੋ ਜੇ ਹਨੀ ਤੋਂ ਬਗੈਰ चन्नी अधूरा चन्नी तो बगैर मनी अधूरा मगर इन्हां तिन्हां दी मनी ये दूजा ना ना समझ लियो मनी मतलब नोट ये मैं कह रहा मनी चन्नी ते हनी नूं कोई अड्ड नहीं कर सकता अगला आ वेखो जी CM हाउस तो आ की कह रहा भुपिंदर सिंह इज फीलिंग हैप्पी विद इकबाल सरपंच एंड 12 अदर 20 सितंबर विद CM पंजाब जिस दिन CM बनता है उस दिन जाके फोटो लवाउंदा उस दिन दी CM बने दी फोटो वेख लियो आही पाई सी लाल पग और ओ पिछे तुसी तां गए होने CM आओ सानू तां गया नूं थोड़ा चिर हो गया आ फोटो वेख लियो किहड़ी है ध्यान नाल ठीक है जी कोई प्रूफ विद प्रूफ आ हुण देखो हुण मैनू ये दसो कि ये बंदे दे खतरा की है इहनूं खतरा यही है कि जे इहनूं सिक्योरिटी ना दिती ते पैसे कौन संभूगा आज मैं तुहानूं दे इहनूं जिप्सी किवें मिली आ तुसी मैं एक होर बंदे दी मैं इन्वेस्टिगेशन मंगदा है क्योंकि उन्होंने कागज हुण खुरत-पुरत करदे ने CM फैमिली च जेड़े ओ पांडे साहब ने की ना उन्हां दा जेड़े उन्हां दी थां ते आए आ पिछले दे खूबी राम दी थां ते AK पांडे ने हुण ओ जेड़ी स्पैशल प्रोटैक्शन यूनिट हुंदी है जिहड़ी CM वास्ते ओहदे चों इहनूं मतलब तुसीं वेखो इस बंदे दी किन्नी चलदी किवें है तुसीं अज जाके कढ लो तुहानूं सिक्योरिटी विंग तो कोई कागज नहीं लभण और मैं जद पता कीता कि सिक्योरिटी विंग ते कागज क्यों नहीं क्योंकि इहदी जिहड़ी है ये CM फैमिली च डेजिग्नेटेड इहनूं सिक्योरिटी कवर दिता गया और ये ओहदी ਅੱਜ ਜਿੱਥੇ ਰੇਡ ਹੋਈ ਸੀ ਕੀ ਨਾਂ ਜੀ ਹੋਮਲੈਂਡ ਅੱਜ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਹਨੀ ਨਿਕਲੂਗਾ ਤੁਸੀਂ ਸਾਰਾ ਜਰਾ ਧਿਆਨ ਨਾਲ ਵੇਖਿਓ ਪਲੀਜ਼ ਬੇਅਰ ਵਿਦ ਮੀ ਕਿ ਮੈਂ ਤਸੱਲੀ ਕਰਾ ਦਿਆਂ ਫਿਰ ਅੱਗੇ ਚੱਲਾਂਗੇ ਆਪਾਂ ਆ ਕਰਾਓ ਮੈਨੂੰ ਬੜਾ ਟਾਈਮ ਲੱਗ ਗਿਆ ਜੀ ਮੈਂ ਨਾਲੇ ਤਾਂ ਹਾਈ ਕੋਰਟ ਭੁਗਤਣਾ ਤੇ ਮੈਂ ਵੋਟਾਂ ਵੀ ਮੰਗਣੀਆਂ ਤੇ ਮੈਂ ਇਹ ਵੀ ਇਕੱਠਾ ਕਰਨਾ ਇਸ ਲਈ ਥੋੜਾ ਕੰਮ ਨਾ ਮੰਬੋ ਜੰਬੋ ਹੋਇਆ ਬਟ ਬੇਅਰ ਵਿਦ ਮੀ ਆ ਡੇਟ ਹੈ ਜੀ ਉੱਤੇ 1/16/22 संडे 11:16 चल भाई AM हुण आऊगा हनी निकल के गड्डी खड़ी आ गया हनी आ कुर्ते पजामे वाला हुणे आऊगा आ गया आ बंदा जांदा इत्थों ओनू चाबी दिंदा जिथे रेड होई उसे फ्लैट दी गया हुण गड्डी कोल उत्थों समान कढदा कोई ते आपदी गड्डी च आके बहिंदा दिस इज 2 days बिफोर द रेड मैं थोनू मतलब हाले तो मैनू ये थोड़ा जा चार्ज खुला जा दे देन तो मैं थोनू यह जिहियां वीडियो कढ के लियाऊंगा जिहड़ी मैं लभीआं तां ने थोड़े तो भी छाण के थोड़े भी रोंगटे खड़े हो जाने की बन कि टेंट वाले ने भी कदे इन्ने फट्टे चक्के कोई टेंट वाले की कहानी भी नहीं सुनी होनी माइक लाउण वाले कोलों कदे 10 करोड़ नगद नहीं लभ्या अज तक
ਔਰ ਜੇ ਦੀ ਇਨਵੈਸਟੀਗੇਸ਼ਨ ਹੋ ਗਈ ਕਰੋੜਾਂ ਰੁਪਏ ਦੀ ਬੇਨਾਮੀ ਪ੍ਰਾਪਰਟੀ ਨਿਕਲਣੀ ਹੈ, ਕਰੋੜਾਂ ਅਰਬਾਂ। ਆਓ ਆ ਗਿਆ ਉਹ ਜਾਂਦਾ ਜੀ ਮਗਰ ਉਹਦੀ ਗੱਡੀ, ਪੈਕਟ ਪੂਕਟ ਫੜੇ ਆ ਜਿਪਸੀ ਲੱਗਿਆ ਵੇਖੋ ਕਮਾਂਡੋ। ਇਹ ਮਤਲਬ ਇਹ ਕੀ ਚੀਜ਼ ਹੈ? ਇਹ ਐਮਐਲਏ ਹੈ ਇਹ, ਮਤਲਬ ਵਾਟ ਇਜ਼ ਹੀ? ਹਾਂ ਸਟਿੱਕਰ ਸਟੁੱਕਰ ਉਹ ਲਾਈਟਾਂ ਜਗ ਰਹੀਆਂ, ਲਾਲ ਬੱਤੀ ਕਹਿੰਦੇ ਐਮਐਲਏ ਨਹੀਂ ਲਾ ਸਕਦਾ, ਵਜ਼ੀਰ ਨਹੀਂ ਲਾ ਸਕਦਾ, ਇਹਦੇ ਪਿਓ ਦੇ ਪੁੱਤ ਦੇ ਲੱਗੀਆਂ ਗੱਡੀ ਤੇ। ਕਮਾਊ ਪੁੱਤ ਹੈ ਨਾ। ਔਰ ਕਾਂਗਰਸ ਇਹ ਕਮਾਊ ਪੁੱਤ ਪਿੱਛੇ ਇਲੈਕਸ਼ਨ ਕਮਿਸ਼ਨ ਕੋਲ ਪਹੁੰਚੀ ਹੋਈ ਆ। ਕੰਮ ਵੇਖ ਲਓ। ਮੈਂ ਤਾਂ ਸੋਚਿਆ ਇਹਦੇ ਖਿਲਾਫ ਇਹਨੂੰ ਕਹਿਣਗੇ ਫੜ ਕੇ ਅੰਦਰ ਕਰ ਦਿਓ, ਉਹਨੂੰ ਬਚਾਉਣ ਚਲੀ ਗਈ। ਆਹ ਵੇਖੋ ਲਾਈਟਾਂ ਲਾਲ ਬੱਤੀਆਂ ਕਿਵੇਂ ਜਗਦੀਆਂ। ਉਹ ਅੱਗੇ ਐਮਐਲਏ ਦਾ ਸਟਿੱਕਰ ਵੀ ਲੱਗਿਆ। ਇਹ ਗੱਡੀ ਕਿਹਦੀ? ਇਹ ਐਮਐਲਏ ਦਾ ਸਟਿੱਕਰ ਕਿਹਦਾ? ਕੀ ਕਿਸੇ ਨੇ ਉਹ ਜਾਂਚ ਕੀਤੀ? ਇਹਦੇ ਕੋਲ ਐਮਐਲਏ ਦਾ ਸਟਿੱਕਰ ਪਹੁੰਚਿਆ ਕਿਵੇਂ? ਇਹਦੇ ਕੋਲ ਬਲੈਕ ਕੈਟ ਕਮਾਂਡੋਜ਼ ਜਿਹੜਾ ਸੀਐਮ ਸਿਕਿਉਰਿਟੀ ਦਾ ਹਿੱਸਾ ਨੇ, ਉਹਦੇ 'ਚ ਇਹ ਬੰਦਾ ਪਹੁੰਚ ਕਿਵੇਂ ਗਿਆ? ਇਹਨੂੰ ਦੇ ਕਿੱਥੋਂ ਦਿੱਤੀ? ਅੱਗੇ ਚੱਲ ਹੁਣ ਅਗਲਾ ਲਿਆ ਮੇਰੇ ਕੋਲ ਉਹ ਵੀਡੀਓ ਵਿਖਾਓ ਜੀ। ਹੁਣ ਮੈਂ ਕਿਉਂ ਇਹਦੇ 'ਚ ਹੁਣ ਕੁਝ ਵਿਖਾਉਣਾ ਨਹੀਂ ਤਾਂ ਨਹੀਂ ਜੀ, ਤੁਸੀਂ ਉਹ ਵੀਡੀਓ ਵਿਖਾਓ ਜਿਹੜੀ ਉਸ ਦਿਨ ਦੀ ਪ੍ਰੈਸ ਕਾਨਫਰੰਸ ਦੀ ਆ। ਮੈਂ ਹੁਣ ਤੁਹਾਨੂੰ ਇੱਕ ਵੀਡੀਓ ਵਿਖਾਉਣ ਲੱਗਿਆ। ਵੇਖੋ ਕਮਾਲ ਦੀ ਗੱਲ ਹੈ, ਚੰਨੀ ਹਨੀ ਦੇ ਬਚਾਅ 'ਚ ਕਿਉਂ ਆ ਰਿਹਾ? ਜੇ ਚੰਨੀ ਹਨੀ ਦੇ ਬਚਾਅ 'ਚ ਨਾ ਆਵੇ ਤੇ ਹਨੀ ਦਾ ਮੂੰਹ ਖੁੱਲ ਜੇ ਤੇ ਮੰਨੀ ਫਿਰ ਚੰਨੀ ਕੋਲੋਂ ਲੱਭਣਾ। ਔਰ ਮੈਂ ਆਹ ਪ੍ਰੈਸ ਕਾਨਫਰੰਸ ਬੜੇ ਧਿਆਨ ਨਾਲ ਸੁਣਿਓ ਜੀ। 4.5 ਸਾਲ 18 ਦੀ FIR ਹੈ ਜਿਹੜੀ ਵਿੱਚ ਅੱਗੇ ਕਾਰਵਾਈ ਕੀਤੀ ਹੈ। ਆ FIR ਹੈ, ਇਹਦੇ ਵਿੱਚ ਨਾਮ ਵੀ ਨਹੀਂ ਹੈ। FIR ਦੇ ਲੇਕਿਨ ਰੋਕ ਲੈ ਜੀ। ਫਿਊਜ਼ ਉੱਡੇ ਹੋਏ ਆ ਕਿ ਨਹੀਂ ਉੱਡੇ? ਹੈ ਤੈਨੂੰ 18 ਦੀ FIR ਦੇ ਮਤਲਬ ਧੜਕੂ ਪਿਆ, ਇੱਥੇ 13 ਦੀ ਦੇ ਦੇਤੀ। ਬਸ 10 ਸਾਲ ਬਾਅਦ ਤੈਨੂੰ ਹਲੇ 4 ਦਾ। ਵੇਖੋ ਗੱਲ ਨਹੀਂ ਆਉਂਦੀ, ਇਸ ਤਰ੍ਹਾਂ ਫੜਕਦੇ ਬੁੱਲ। ਹਲੇ ਤਾਂ ਮੈਂ ਅੱਜ ਇਹ ਗੱਲ ਵੀ ਕਹਿ ਰਿਹਾ, ਸੈਂਟਰ ਰਲੀ ਹੈ ਇਹਦੇ ਨਾਲ, ਈਡੀ ਰਲੀ ਹੈ। ਕਿਉਂ ਨਹੀਂ ਜਾਂਚ ਹੋ ਰਹੀ ਇਸ ਬੰਦੇ ਦੀ? ਕਿਉਂਕਿ ਹਨੀ ਦੀ ਤਾਂ ਪਛਾਣ ਕੋਈ ਨਹੀਂ। ਹਨੀ ਦੀ ਕੋਈ ਹੈ ਹੀ ਨਹੀਂ ਜੀ, ਕੋਈ ਡੈਜ਼ਿਗਨੇਸ਼ਨ ਨਹੀਂ, ਕੋਈ ਉਹਦੀ ਜਗ੍ਹਾ ਨਹੀਂ, ਕੋਈ ਹੀ ਇਜ਼ ਯੂਜ਼ਿੰਗ ਦਾ ਪਾਵਰਸ ਆਫ ਦਾ ਸੀਐਮ ਐਂਡ ਵਾਈ ਕੋਈ ਕਾਰਵਾਈ ਨਹੀਂ। ਔਰ ਇਹ ਬੰਦਾ ਉਹਨੂੰ ਕਿਵੇਂ ਸਰਪ੍ਰਸਤੀ ਦਿੰਦਾ ਸੀ, ਕਿਵੇਂ ਕੀ ਕਰਦਾ। ਹੁਣ ਸੁਣਿਓ FIR ਹੈ, ਕਹਿੰਦਾ 9 ਨਹੀਂ। ਹੁਣੇ ਮੈਂ 9 ਦੀ ਕਹਾਣੀ ਦੱਸਦਾ। ਲੇਕਿਨ ਰਾਤੇ ਰਾਤ ਨਾਮ ਜੋੜ ਕੇ ਉਹਨੂੰ ਵੀ ਵਿੱਚ ਘੜੀਸ ਲਿਆ। ਮੈਂ ਕਹਿੰਦਾ ਜੀ ਰੇਡ ਕਰਦੇ, ਕੋਈ ਗੱਲ ਤਾਂ ਹੋਵੇ, ਕਿਸੇ ਗੱਲ ਪਰ ਰੇਡ ਕਰੋ। ਕੋਈ ਵੀ ਗਲਤ ਤੁਹਾਨੂੰ ਇਨਫੋਰਮੇਸ਼ਨ ਮਿਲੀ, ਠੀਕ ਹੈ ਕਰੋ ਰੇਡ, ਲੇਕਿਨ ਤੁਹਾਡਾ ਬੇਸ ਦੱਸ ਰਿਹਾ ਕਿ 18 ਦੀ ਜਿਹੜੀ FIR ਹੈ ਇਹਦੇ 'ਚ ਉਹਦਾ ਨਾਮ ਵੀ ਨਹੀਂ ਹੈ। ਜਿਹੜਾ ਮੁੰਡਾ ਕੁਦਰਤਦੀਪ ਨਾਲ ਚੱਕਿਆ ਉਸ ਨੂੰ ਪੁਲਿਸ ਕੇਸ ਚੋਂ ਕੱਢ ਚੁੱਕੀ ਹੈ। ਉਸਨੇ ਕੋਰਟ ਹਾਈ ਕੋਰਟ ਦੇ ਵਿੱਚ ਰੋਕ ਲਿਓ। ਕਹਿੰਦਾ ਜੀ ਜਿਹੜਾ ਕੁਦਰਤਦੀਪ ਮੁੰਡਾ ਚੁੱਕਿਆ ਉਹਨੂੰ ਪੁਲਿਸ ਨੇ ਕੱਢਤਾ। ਹੁਣ ਪੁਲਿਸ ਵਾਲੇ ਮਾਸ਼ੇ ਕਿਹੜੇ ਨੇ ਜਿਨ੍ਹਾਂ ਨੇ ਕੱਢਤਾ? ਕੋਈ ਹੋਰ ਨਹੀਂ, ਇੱਕੋ ਬਲਰਾਜ ਸਿੰਘ ਹੀ ਆ। SPD ਉਸ ਵੇਲੇ ਦਾ SPD ਨਵਾਂ ਸ਼ਹਿਰ, ਜਿਹੜੇ ਬਲਰਾਜ ਸਿੰਘ ਨੇ ਦਾਸ ਤੇ ਮਿਹਰਬਾਨੀ ਕੀਤੀ ਚੱਟੋਪਾਧਿਆ ਦੇ ਨਾਲ ਰਲ ਕੇ। ਜਿਹੜੇ ਬਲਰਾਜ ਸਿੰਘ ਨੇ ਆਪ ਦਾ ਮੁੰਡਾ ਪ੍ਰਿੰਸਪ੍ਰੀਤ 4-5 ਸਾਲ ਦੀ ਸਰਵਿਸ 'ਚ ਹੀ, ਕਈ ਵਿਚਾਰੇ 15-15 ਸਾਲ ਸਰਵਿਸ ਕਰਦੇ ਤੇ ਹੈਂਡ ਕਾਂਸਟੇਬਲ ਨਹੀਂ ਬਣਦੇ, ਇੰਸਪੈਕਟਰ ਹੀ ਬਣ ਗਿਆ। ਉਸ ਬਲਰਾਜ ਸਿੰਘ ਨੇ ਰਲ ਮਿਲ ਕੇ ਜਿਵੇਂ ਮੇਰੇ ਤੇ ਕੰਮ ਕੀਤਾ, ਉਸੇ ਬਲਰਾਜ ਸਿੰਘ ਨਾਲ ਮੈਂ ਵੇਖਾਂ ਕਿ ਇਹ ਚੱਕਰ ਕੀ ਹੈ, ਕਿਹੜਾ ਬੰਦਾ ਜਿਹਨੇ ਕਲੀਨ ਚਿੱਟ ਦਿੱਤੀ। ਤੇ ਜਦ ਮੈਂ ਘੋਖ ਕਰਦਾ ਪਹੁੰਚਿਆ, ਇੱਕੋ ਹੀ ਆ ਬਲਰਾਜ ਸਿੰਘ। ਔਰ ਇੱਕ ਅਖਬਾਰ ਨੇ ਲਿਖਿਆ, ਤੁਸੀਂ ਲਿਖਿਆ ਨਹੀਂ। ਔਰ ਬਲਰਾਜ ਸਿੰਘ ਕੀ ਕਹਿ ਰਿਹਾ? ਆ ਇੰਡੀਅਨ ਐਕਸਪ੍ਰੈਸ ਨੇ ਪੁੱਛਿਆ ਵੀ ਸੀ, when contacted the then SPD Balraj Singh who had conducted the inquiry refused to offer any comments on declaring Kudratdeep Singh innocent in his inquiry report. ਮੇਰੇ ਵੇਲੇ ਤਾਂ ਫੇਰ ਚਲੋ ਥੋੜਾ
ਦਰਿਆ ਦਿਲ ਸੀ ਕਿਉਂਕਿ ਸੀਐਮ ਦਾ ਹੱਥ ਸੀ, ਕਹਿੰਦਾ ਮੇਰਾ ਮੁੰਡੇ ਨੇ PhD ਕੀਤੀ ਹੈ ਗੱਡੀ ਚੋਰੀ ਕਰਨ ਵਾਲੇ ਮੁੱਦੇ ਤੇ, ਤਾਂ ਇਹਨੂੰ ਇੰਸਪੈਕਟਰ ਬਣਾਤਾ। ਇਹ ਵੀ ਦੇਖੋ ਇੱਕ ਇਹ ਵੀ ਇੱਕ ਮਤਲਬ ਪ੍ਰਾਪਤੀ ਹੈ ਕਿ ਜੇ ਤੁਸੀਂ ਗੱਡੀ ਚੋਰੀ ਦੇ ਮੁੱਦੇ ਤੇ PhD ਕਰੋ ਤੁਹਾਡੀ ਪ੍ਰਮੋਸ਼ਨ ਹੋ ਜਾਂਦੀ ਹੈ। ਮੈਂ ਤਾਂ ਸਾਰੇ ਪੁਲਿਸ ਵਾਲੇ ਵੀਰਾਂ ਨੂੰ ਕਹਿਣਾ ਤੁਸੀਂ ਇਹ ਜੀ PhD ਚੰਨੀ ਨੇ ਵੀ ਕੀਤੀ ਹੈ, ਤੁਸੀਂ ਵੀ ਕਰਕੇ ਆਓ ਤੇ ਮੈਨੂੰ ਲੱਗਦਾ ਸਾਰੀ ਪ੍ਰਮੋਟ ਹੋ ਜਾਣੇ। ਚਲੋ ਛੱਡੋ ਜੀ, ਅੱਗੇ ਚੱਲੋ। ਅੱਗੇ ਤਾਂ ਨਹੀਂ ਸੁਣਾਉਣ ਦੀ ਲੋੜ, ਅੱਗੇ ਤਾਂ ਤੁਸੀਂ ਸੁਣੀ ਹੈ ਸਾਰੀ ਜੀ। ਇਸੇ ਤਰ੍ਹਾਂ ਇਹ ਕੁਦਰਤਦੀਪ ਕੌਣ ਹੈ? ਹੁਣ ਜਿਹੜੀ ਰੇਡ ਹੋਈ ਹੈ, ਆ ਕੰਪਨੀ ਹੈ ਜੀ, ਇਹ ਹੈਗੀ ਜੀ ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ। ਹੁਣ ਗੁੱਸਾ ਨਾ ਕਰ ਜਿਓ ਯਾਰ, ਕਈ ਚੈਨਲ ਵਾਲੇ ਮੇਰੀ ਗੱਲ, ਸਭ ਤੋਂ ਵੱਧ ਇਸ਼ਤਿਹਾਰ ਐਡ ਇਹਦਾ ਹੀ ਚੱਲਦਾ। ਧਿਆਨ ਨਾਲ ਵੇਖਿਆ ਕਰੋ, ਜਦੋਂ ਵੇਖਦੇ ਹੋ ਨਾ ਇਹਦੀ ਐਡ ਬੜੀ ਚੱਲਦੀ ਹੈ। ਪ੍ਰੋਵਾਈਡਰ ਓਵਰਸੀਜ਼ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ। ਮੈਨੂੰ ਤਾਂ ਇੱਕ ਬੰਦੇ ਦਾ ਫੋਨ ਵੀ ਆਇਆ ਸੀ, ਇੱਕ ਚੈਨਲ 'ਚ ਖਾਸ ਚੱਲਦੀ ਹੈ, ਮਗਰ ਜੇ ਮੈਂ ਨਾਂ ਲੈ ਲਿਆ ਉਹਨਾਂ ਨੇ ਐਵੇਂ ਦਾਸ ਦੇ ਦੁਆਲੇ ਹੋ ਜਾਣਾ, ਤੁਸੀਂ ਆਪ ਹੀ ਵੇਖ ਲਿਓ। ਉਹ ਕੰਪਨੀ 'ਚ ਡਾਇਰੈਕਟਰ ਕੌਣ ਕੌਣ ਨੇ? ਇਸ ਕੰਪਨੀ 'ਚ ਭੁਪਿੰਦਰ ਹਨੀ, ਕੁਦਰਤਦੀਪ ਸਿੰਘ ਤੇ ਸੰਦੀਪ ਕੁਮਾਰ। ਇਹ ਬੜਾ ਵੱਡਾ ਜਿਨ੍ਹਾਂ ਦੇ ਕੋਲੋਂ ਇਹ ਸਾਰੇ ਸੀਜ਼ਰਸ ਹੋਏ ਆ, ਉਹ ਇਹਦੇ ਤੇ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ, ਇਹ ਜਿਹੜਾ ਠੋਕੋ ਤਾਲੀ ਹੈ, ਇਹਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ। ਇਹ ਵੈਸੇ ਤਾਂ ਬਹੁਤ ਮਾਈਨਿੰਗ ਮਾਫੀਆ, 40 ਕਰੋੜ ਇਕੱਠਾ ਹੁੰਦਾ ਸੀ, ਇਸ ਤਰ੍ਹਾਂ ਹੁੰਦਾ ਸੀ, ਉਸ ਤਰ੍ਹਾਂ ਹੁੰਦਾ ਸੀ। ਮਾਮਾ ਹੀਰਦਿਆ ਹੁਣ ਕਿਉਂ ਨਹੀਂ ਬੋਲਦਾ? ਹੁਣ ਤੇਰੇ ਕੀ ਨੁਕਸ ਪਿਆ ਕਿ ਤੂੰ ਵੀ ਇਸ ਕਰਪਸ਼ਨ ਦੀ ਸਪੋਰਟ 'ਚ ਹੈ? ਐਡੀ ਵੱਡਾ ਪਰਦਾਫਾਸ਼ ਤੁਸੀਂ ਕਿਸੇ ਟੈਂਟ ਵਾਲੇ ਕੋਲੋਂ, ਕਿਸੇ ਰਿਕਸ਼ਾ ਚਲਾਉਣ ਵਾਲੇ ਕੋਲੋਂ, ਕਿਸੇ ਮਾਈਕ ਲਾਉਣ ਵਾਲੇ ਕੋਲੋਂ ਕਦੇ 10 ਕਰੋੜ ਕੈਸ਼ ਸੀਜ਼ ਹੁੰਦਾ ਸੁਣਿਆ ਜਾਂ ਦੇਖਿਆ? ਦੱਸੋ ਇੰਦਰਪ੍ਰੀਤ ਜੀ, ਤੁਹਾਡਾ ਤਾਂ ਤਜਰਬਾ ਬਹੁਤ ਵੱਡਾ, ਤੁਸੀਂ ਬੜੀ ਕਰਦੇ ਹੋ ਇਹ ਜਿਹਾ ਕੰਮ, ਤੁਹਾਡਾ ਇਨਵੈਸਟੀਗੇਟਿੰਗ ਜਰਨਲਿਜ਼ਮ ਦਾ ਬੜਾ, ਤੁਸੀਂ ਕਦੇ ਸੁਣਿਆ? ਮੈਂ ਤੁਹਾਨੂੰ ਕਿੰਨੇ ਚਿਰ ਦਾ ਵੇਖ ਰਿਹਾ, ਤੁਸੀਂ ਮਤਲਬ ਰਮਿੰਦਰ ਕੌਰ ਜੀ ਉਹਨਾਂ ਵੇਲੇ ਤੋਂ ਤੁਸੀਂ ਕਦੇ ਇਹੋ ਜਿਹੀ ਗੱਲ ਤੁਸੀਂ ਨਹੀਂ ਸੁਣੀ ਹੋਣੀ। ਹਾਂ, ਔਰ 12 ਲੱਖ ਦੀ ਘੜੀ, ਮਤਲਬ ਕਮਾਲ ਹੋ ਗਈ ਯਾਰ। ਔਰ ਇਹ ਸਾਰੀ ਸੁਰਜੇਵਾਲਾ ਸਾਹਿਬ, ਉਹ ਅੱਛਾ ਹਰੀਸ਼ ਚੌਧਰੀ ਨੂੰ ਕਾਹਦਾ ਫਿਕਰ ਸਤਾਉਂਦਾ? ਕੋਈ ਬੰਦਾ ਤੁਸੀਂ ਇਹ ਜਾਂ ਨਹੀਂ ਸੁਣਿਆ ਨਾ ਜਿਹੜਾ ਆਪਦੀ ਵਜ਼ੀਰੀ ਛੱਡ ਕੇ ਇੱਧਰ ਆ ਕੇ ਉਹ ਬਿੱਲੇ ਨੂੰ ਰਖਵਾਲੀ ਤੇ ਰੱਖਿਆ ਦੁੱਧ ਦੀ। ਇਹ ਕੋਈ ਵਜ਼ੀਰੀ ਨਹੀਂ ਛੱਡ ਕੇ ਆਉਂਦਾ, ਕਿਉਂਕਿ ਉੱਥੇ ਗਹਿਲੋਤ ਸਾਹਿਬ ਬੈਠੇ ਆ। ਇੱਥੇ ਤਾਂ ਚੰਨੀ ਨੂੰ ਚਲਾਉਣ ਵਾਲਾ ਹੀ ਹੈ। ਸਾਰੀ ਪੈਸੇ ਤੁਸੀਂ, ਓਹੋ ਮੈਂ ਵੱਡੀ ਗੱਲ ਭੁੱਲ ਗਿਆ, ਉਹ ਮੇਰਾ ਨਹੀਂ, ਉਹ ਮਿਨਿਸਟਰ ਐਜੂਕੇਸ਼ਨ, ਉਹ ਕਾਗਜ਼ ਕਿੱਥੇ ਮੇਰਾ? ਉੱਥੇ ਕਾਗਜ਼ ਸੀ ਵੀ, ਆ ਲਓ ਜੀ, ਆਹ ਵੇਖੋ। ਜਦੋਂ ਵਜ਼ੀਰੀ ਦੀ ਵੰਡ ਹੋਈ ਹੈ, ਚੰਨੀ ਸਾਹਿਬ ਨੇ ਹੋਮ ਮਹਿਕਮਾ ਤਾਂ ਦੇਤਾ, ਮਗਰ এনवायरमेंट ਤੇ ਮਾਈਨਿੰਗ ਨਹੀਂ ਦਿੱਤੀ। ਕੀ ਇਹ ਕੌਨਫਲਿਕਟ ਆਫ ਇੰਟਰਸਟ ਨਹੀਂ ਚੰਨੀ ਸਾਹਿਬ? ਇਹ ਕੌਨਫਲਿਕਟ ਆਫ ਇੰਟਰਸਟ ਸਿਰਫ ਹੋਰਾਂ ਲੋਕਾਂ ਲਈ ਹੈ। ਤੁਸੀਂ ਮਾਈਨਿੰਗ ਮਹਿਕਮੇ ਦੇ ਵਜ਼ੀਰ, ਤੁਸੀਂ ਮਾਈਨਿੰਗ ਮਹਿਕਮੇ ਦੇ এনवायरमेंट ਦੇ ਵਜ਼ੀਰ, ਔਰ ਤੁਸੀਂ ਧੱਜੀਆਂ ਇਹਦੇ ਕਿਵੇਂ ਉਡਾਉਂਦੇ ਹੋ? ਆ ਮੈਂ ਤੁਹਾਨੂੰ ਸਾਹਮਣੇ ਰੱਖ ਰਿਹਾ। ਹੁਣ ਮੈਂ ਆਡੀਓ ਵੀਡੀਓ ਤੁਹਾਨੂੰ ਕਈ ਸੁਣਾਉਣ ਲੱਗਿਆ, ਬੜੇ ਧਿਆਨ ਨਾਲ ਸੁਣਿਓ, ਕਿਉਂਕਿ ਹੁਣ ਅਸਲ ਮਸਾਲਾ ਸ਼ੁਰੂ ਹੋਣ ਲੱਗਿਆ। ਔਰ ਤੁਸੀਂ, ਮੈਂ ਦੇਖੋ, ਇਹ ਮੈਂ ਅੱਜ ਦੱਸਦਾ, ਜਿਹੜਾ ਬੰਦਾ, ਇਹ ਮੈਂ ਇੰਟਰੋਡਕਸ਼ਨ ਦੇ ਰਿਹਾ ਇਹਨਾਂ ਦੀ, ਇਹ ਦਰਸ਼ਨ ਸਹੂਰੀ ਨੇ, ਇਹਨਾਂ ਦੀ ਵੀ ਵਿੱਚ ਫੋਟੋ ਆਉਣੀ ਆ। ਔਰ ਕਾਂਗਰਸੀਆਂ ਨੇ ਇਹਨਾਂ ਤੇ ਇਲਜ਼ਾਮ ਵੀ ਬੜੇ ਲਾਉਣੇ, ਇਹ ਆਪ ਦੀ ਗੱਲ ਆਪ ਰੱਖਣਗੇ। ਮਗਰ ਮੇਰੇ ਕੋਲ ਜਦ ਇਹ ਮਾਮਲਾ ਆਇਆ ਨਾ, ਮੈਂ ਕਿਹਾ ਭਰਾ, ਗੱਲੀ ਬਾਤੀ ਕਿਸੇ ਨੇ, ਪ੍ਰੈਸ ਵਾਲੇ ਨੇ ਸਾਡੀ ਗੱਲ ਨਹੀਂ ਸੁਣਨੀ, ਨਾ ਤੇਰੀ ਗੱਲ ਕਿਸੇ ਨੇ ਸੱਚ ਮੰਨਣੀ ਆ, ਮੈਨੂੰ ਤਾਂ ਪ੍ਰੂਫ ਚਾਹੀਦਾ। ਔਰ ਫਿਰ ਪ੍ਰੂਫ ਇਕੱਠਾ ਕੀਤਾ ਜਿਹੜਾ ਹੁਣ ਤੁਹਾਨੂੰ ਵਿਖਾਉਣ ਲੱਗੇ। ਔਰ ਧਿਆਨ ਨਾਲ ਸੁਣਿਓ ਇੱਕ ਇੱਕ ਅੱਖਰ, ਕਿ ਸੀਐਮ ਚੰਨੀ ਦਾ ਬਾਰ-ਬਾਰ ਜ਼ਿਕਰ ਹੁੰਦਾ, ਇੱਕ ਮੰਤਰੀ ਦਾ ਜ਼ਿਕਰ ਹੁੰਦਾ। ਮੰਤਰੀ ਉਹਨੂੰ ਬੰਦਾ ਇਕਬਾਲ ਸਿੰਘ ਉਹਨੂੰ ਮੰਤਰੀ ਕਹਿ ਰਿਹਾ। ਮੰਤਰੀ ਇਸ ਲਈ ਕਹਿ ਰਿਹਾ ਕਿਉਂਕਿ ਚੰਨੀ ਮੁੱਖ ਮੰਤਰੀ ਹੋਣ ਬਣਿਆ, ਉਹਨੂੰ ਹਮੇਸ਼ਾ ਮੰਤਰੀ ਰੈਫਰ ਕਰਦੇ ਹੋ ਸੀ। ਉਹ ਕਹਿੰਦਾ ਕਿ ਮੈਂ ਇਹ ਪੁੱਛਦਾ ਕਿ ਤੂੰ ਮੰਤਰੀ ਕਿਉਂ ਕਹਿ ਰਿਹਾ? ਉਹ ਕਹਿੰਦਾ ਸਾਡੇ ਲਈ ਤਾਂ ਮੰਤਰੀ ਆ। ਇਸ ਲਈ ਬੜੇ ਧਿਆਨ ਨਾਲ ਸੁਣਿਆ। ਹੁਣ ਅਸਲ ਚਟਪਟੀ ਵਾਲੀ ਗੱਲ ਜਿਹੜੀ ਚੱਲਣੀ ਆ ਉਹ ਸੁਣ ਲਿਓ ਹੁਣ ਧਿਆਨ ਨਾਲ। ਇੱਕ ਹਾਂ ਸੱਚ, ਇਹ ਦਿਖਾ ਆ, ਦੇ ਆ ਦੋ ਫੋਟੋਆਂ, 2-4 ਵੇਖ ਲਿਓ, ਸੋ ਦੈਟ ਤੁਹਾਨੂੰ ਇਹ ਸਮਝ ਆ ਜਾਏ ਕਿ ਪ੍ਰੋਕਸੀਮਿਟੀ ਕੀ ਆ ਇਕਬਾਲ ਸਿੰਘ ਦੀ।
ਆ ਸੀਐਮ ਆਪ ਚਲਾ ਦੇ ਮੇਰਾ ਵੀ ਸੀਐਮਓ ਪੰਜਾਬ ਦੀ ਵੈਬਸਾਈਟ ਹੈ। ਸੀਐਮਓ ਪੰਜਾਬ ਮਤਲਬ ਚੀਫ ਮਿਨਿਸਟਰ ਆਫਿਸ ਆਪ ਇਹ ਫੋਟੋ ਚੜਾ ਰਿਹਾ। ਨੋਨ ਫॉर ए ਸਿੰਪਲਿਸਿਟੀ ਐਂਡ ਹਿਊਮਿਲਿਟੀ CM Charanjit Channi doesn't miss an opportunity to enjoy warmth of Mata Tej Kaur's affection and blessings, having lunch with her and her family members at village Salapur during his tour of Shri Chamkaur Sahib. ਮਾਤਾ ਜੀ ਦੀ ਬਲੇਸਿੰਗ ਐਵੇਂ ਨਹੀਂ ਲੈਣ ਜਾਂਦਾ, ਮੁੰਡੇ ਦਾ ਕਮਾਊ ਪੁੱਤ ਨੇ ਕਵਾਲ ਹੁਰੀ ਮਾਤਾ ਜੀ ਦਾ ਆਸ਼ੀਰਵਾਦ ਤੇ ਉਧਰੋਂ ਹਨੀ ਤੇ ਮਨੀ ਜੇਬ ਚ। ਆ ਵੇਖੋ ਜੀ, ਆ ਮਾਤਾ ਜੀ ਕੋਲ ਗਏ ਔਰ ਆ ਫੇਰ ਮਾਤਾ ਜੀ ਕੋਲ ਗਏ। ਚਰਨਜੀਤ ਚੰਨੀ ਦੀ ਆਫੀਸ਼ੀਅਲ ਵੈਬਸਾਈਟ। ਇਹ ਕੌਣ ਨੇ ਮਾਤਾ ਜੀ? ਮੈਂ ਤਾਂ ਮਾਤਾ ਜੀ ਦਾ ਜ਼ਿਕਰ ਕਰ ਰਿਹਾ, ਇਹ ਸਤਿਕਾਰਯੋਗ ਨੇ, ਇਹਨਾਂ ਦਾ ਨਹੀਂ, ਇਹਨਾਂ ਦਾ ਵਿਚਾਰਿਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਇਹ ਕਾਕੇ ਰਲ ਮਿਲ ਕੇ ਕੀ ਕਰ ਰਹੇ ਪਿੱਛੇ। ਇਹ ਇਕਬਾਲ ਸਿੰਘ ਦੀ ਮਾਤਾ ਹੈ। ਇਕਬਾਲ ਸਿੰਘ ਸਰਪੰਚ ਨਾਲ ਖਲੋਤਾ ਵਿਖਾਈ। ਆ ਮਾੜੀ ਜੀ ਫੋਟੋ ਆ ਰਹੀ, ਆ ਅੱਗੇ ਆਈ ਗਈ। ਆ ਲੋ, ਆ ਜਦੋਂ ਮੁੱਖ ਮੰਤਰੀ ਬਣੇ ਆ ਇਕਬਾਲ ਸਿੰਘ, ਉਹਨਾਂ ਦੀ ਮਾਤਾ ਜੀ ਤੇ ਆ ਚੰਨੀ ਸਾਹਿਬ, ਇਹ ਸਾਰੇ ਖਲੋਤੇ। ਔਰ ਇਹ ਸਾਰੀਆਂ ਚੀਜ਼ਾਂ ਮਾਵਾਂ ਠੰਡੀਆਂ ਛਾਵਾਂ। ਗੱਲ ਵੇਖ ਲੋ ਡਰਾਮੇਬਾਜ਼ ਦੀ, ਮਤਲਬ ਇਹਨੂੰ ਇਹ ਹੋਰ ਜਿਹੜੀ ਸਧਾਰਨ ਜੀ ਮਾਤਾ ਉਹਨੂੰ ਤਾਂ ਪੁੱਛੇ ਵੀ ਨਾ, ਜਿਹਦੇ ਕੋਲ ਰੁਪਈਆ ਹੋਵੇ ਜਾਂ ਦਿਹਾੜੀ ਕਰਨ ਵਾਲੀ। ਮਗਰ ਇਹ ਮਾਤਾ ਦਾ ਪੁੱਤ ਕਰੋੜਾਂ ਅਰਬਾਂ ਰੁਪਈਏ ਦਾ ਨਾਲ ਬਿਜ਼ਨਸ ਪਾਰਟਨਰ, ਇਹਦੇ ਵਾਸਤੇ ਮਾਤਾ ਠੰਡੀਆਂ ਛਾਵਾਂ। ਪਿੰਡ ਸਲਾਹਪੁਰ, ਮਦਰ ਲਵ ਇਜ਼ ਬਲਿਸ, ਵਿਜ਼ਿਟ ਟੂ ਸਲਾਹਪੁਰ ਮੈਂ ਸੜੀ ਜਾਓ। ਹੋਰ ਨਹੀਂ ਕਿ ਮਾਤਾ ਬਾਰੇ ਨੇ ਕਹਿਣਾ ਇਹ ਗੱਲ। ਆ ਫੋਟੋ, ਇਹ ਬੰਦਾ ਇਕਬਾਲ ਸਿੰਘ ਕੌਣ ਹੈ? 25 ਪਿੰਡਾਂ ਦੀ ਇਹਦੀ ਜ਼ਿੰਮੇਵਾਰੀ ਇਸ ਇਕਬਾਲ ਸਿੰਘ ਸਰਪੰਚ ਦੀ ਆ। ਅੱਗੇ ਚੱਲ ਭਾਈ, ਹੁਣ ਵਿਖਾ ਦੇ, ਹੁਣ ਇਹਨਾਂ ਨੂੰ ਸੁਣਾ ਦੇ ਵੀ ਕਾਲੇ ਪਏ ਆ। ਲੋ ਜੀ, ਮਾਤਾ ਜੀ ਕਹਿ ਰਹੇ ਮੁੰਡੇ ਦਾ ਧਿਆਨ ਰੱਖੀਏ। ਕਹਿੰਦਾ ਮੁੰਡਾ ਤਾਂ ਹੈ ਹੀ ਮੇਰਾ, ਮੈਂ ਚ ਧਿਆਨ ਰੱਖੂਏ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਕੋਈ ਨਹੀਂ, ਕਿਉਂਕਿ ਮੁੰਡਾ ਕਮਾ ਕੇ ਦੇ ਰਿਹਾ। ਚਲੋ ਆ ਵੇਖ, ਆ ਇਕਬਾਲ ਸਿੰਘ ਦਾ ਮੁੰਡਾ ਬਿੰਦਰ। ਇਹ ਤਾਂ ਮੈਂ ਤੁਹਾਨੂੰ ਵਿਖਾ ਰਿਹਾ ਕਿ ਕੱਲ ਮੁੱਕਰਨ ਨਾ ਕਿ ਸਾਡੀ ਨੇੜਤਾ ਕੋਈ ਨਹੀਂ। ਚੱਲ ਵਿਖਾ ਭਾਈ, ਹੁਣ ਹੋ ਜਾ ਸ਼ੁਰੂ। ਇਹ ਪਹਿਲੀ ਗੱਲ ਤੁਹਾਨੂੰ ਜੇ ਨਹੀਂ ਸਮਝ ਆਊਗੀ ਪੁੱਛ ਲਿਓ, ਪਰਦਾ ਫਾਸ਼ ਹੈ, ਸੈਲਫ ਐਕਸਪਲੇਨੇਟਰੀ। ਮੇਰੇ ਨਾਲ ਚੰਗੀ ਕੀਤੀ ਜਦੋਂ ਹੱਥ ਪਾਉਂਗੇ ਤੇ ਹੱਥ ਪਊਗੀ ਵੀ। ਮਜੀਠੀਏ ਨੇ ਨਾ ਹਟਣਾ ਨਾ ਦਬਣਾ, ਉਹ ਹੋ ਜਾਣੀ ਸਿੱਧੀ, ਤੂੰ ਖੜ ਜਾਵੇ। ਆ ਵੇਖਿਓ, ਕਰਦੇ ਨੂੰ ਸਿੱਧਾ ਕਰ, ਸਿੱਧੇ ਬੰਦੇ ਨਹੀਂ ਇਹ, ਸਿੱਧੇ ਆਈ ਆ। ਇਹ ਜਾ ਰਿਹਾ ਨੇ ਰਿਕਾਰਡਿੰਗ ਲਾਈ ਆ ਕਿ ਵੇਖੋ ਇਕਬਾਲ ਸਿੰਘ, ਆ ਇਕਬਾਲ ਸਿੰਘ ਸਰਪੰਚ ਖਲੋਤਾ। ਧਿਆਨ ਨਾਲ ਸੁਣਾ, ਵੋਲਿਊਮ ਘੱਟ। ਪਤਾ ਹੀ ਹੈ ਸਰਕਾਰਾਂ ਦਾ ਹੋਰ ਕੀ ਕੰਮ ਹੁੰਦਾ, ਇਹੀ ਤਾਂ ਹੈ। ਕੋਈ ਤਸਲਾ ਨਹੀਂ ਭਰਨ ਦਿੰਦਾ, ਜਦੇ ਆ ਜਾਂਦਾ ਕਾਰਡ ਜਾ ਹੈ। 2-4 ਮਹੀਨੇ ਹੁਣ ਮੌਜ ਨਹੀਂ ਆਉਂਦੇ ਇਹ ਤਾਂ ਕੋਈ ਹੋਰ ਕੁਝ ਨਹੀਂ ਆਉਂਦਾ। ਭਾਜੀ ਕੋਈ ਚੱਕਰ, ਕੋਈ ਬੂਟਾ ਬਾਟਾ ਨਹੀਂ, ਬੂਟੇ ਬਾਟੇ ਸਭ ਕਾਗਜ਼ਾਤ ਹੋਣੇ ਸੀ। ਉਹ ਵੀ ਕਹਿੰਦਾ ਪਠਾ ਦੇ। ਜਿੱਦਣ ਇਹਨੇ ਦਰਖਾਸਤ ਦਿੱਤੀ ਹੈ ਗਾਰਡ ਨੇ, ਬਿੰਦਰ ਨਾਲ ਗੱਲ ਕੀਤੀ। ਬਿੰਦਰ ਕਹਿੰਦਾ ਜੀ ਐਸੀ ਦੀ ਜੀ ਡੈਡੀ ਨਾਲ ਵੀ ਗੱਲ ਹੋਈ ਸੀ, ਡੈਡੀ ਨਾਲ ਦੇ ਨਾਲ ਘਰੇ ਜਾ ਕੇ ਪੈਰ ਫੜ ਕੇ ਬੈਠ ਗਿਆ। ਲੇਕਿਨ ਨਾਮ ਲਿਖਣ ਦੀ ਚੱਲ ਪੁੱਤ ਤੂੰ, ਮੈਂ ਕਿਹਾ ਬਾਈ ਨੇਮ ਕਿਉਂ ਦਿੰਦਾ ਤੂੰ? ਕੰਪਨੀ ਦੇ ਦੇ, ਚੌਧਰੀ ਦੇ ਦੇ ਜਿਹਦਾ ਕੰਮ ਚੱਲਦਾ। ਮਸ਼ੀਨਾਂ ਵਾਲਿਆਂ ਦਾ ਕੀ ਹਾਂ, ਸਾਨੂੰ ਕੀ ਹੈ, ਸਾਨੂੰ ਤਾਂ ਜਿੱਥੇ ਮਾਲਕ ਕਹਿੰਦੇ ਅਸੀਂ ਲਾਉਨੇ ਆ। ਹਾਲਾਂਕਿ ਮਾਲਕਾਂ ਦਾ ਪਤਾ ਨਹੀਂ ਕਾ ਲੋਨ ਉਹਦੇ ਟੱਟਿਆਂ 'ਚ ਕਿੱਥੇ ਆ। ਫਿਰ ਵੀ ਤੂੰ ਬਾਈ ਨੇਮ ਨਾ ਦੇ। ਫਿਰ ਦੂਏ ਦਿਨ ਗਲਤੀ ਮੰਨ ਕੇ ਆਇਆ ਘਰੇ ਜਾ ਕੇ, ਨਹੀਂ ਤਾਂ ਉਦੋਂ ਉਹਨੂੰ ਮੈਂ ਬਚਾ ਦੇਣਾ ਤਾਂ ਬਠਿੰਡੇ। ਨਹੀਂ ਤੇ ਹੁਣ ਤੁਹਾਨੂੰ ਕਹਿ ਕੀ ਰਿਹਾ ਸੀ ਫੋਨ ਤੇ? ਬਿੰਦਰ ਨੇ ਉਹਨੂੰ ਕਿਹਾ, ਕਹਿੰਦਾ ਡੈਡੀ ਨੇ ਕਿਹਾ, ਕਹਿੰਦਾ ਕਿਹਦੇ ਹੁਕਮ ਨਾਲ ਚੱਲ ਰਹੀ ਹੈ? ਡੈਡੀ ਕਹਿੰਦੇ ਜੀ ਸੀਐਮ ਦੇ ਹੁਕਮ ਨਾਲ ਚੱਲ ਰਹੀ ਹੈ। ਕਹਿੰਦਾ ਸੀਐਮ ਨੂੰ ਕਹਿ ਦੋ ਦਲਜੀਤ ਗਾਰਡ ਮਸ਼ੀਨਾਂ ਰੋਕੀ ਖੜਾ। ਹਾਂ, ਤੇਰੀ ਮੇਰੀ ਗੱਲ ਕਰਾ ਦੇ, ਕਹਿੰਦਾ ਸੀਐਮ। ਇਹ ਮਸਲਾ ਕੀ ਚੱਲ ਰਿਹਾ ਜੀ? ਸੋ ਜਸਟ ਟੂ ਗਿਵ ਯੂ ਬੈਕਗਰਾਉਂਡ, ਇੱਕ ਰੇਡ ਹੋਈ ਸੀ ਔਰ ਮੈਂ ਤੁਹਾਨੂੰ ਉਹਦੇ ਲੌਂਗੀਟਿਊਡ ਤੇ ਲੈਟੀਟਿਊਡ ਪ੍ਰੋਵਾਈਡ ਕਰੂੰਗਾ, ਕਿਉਂਕਿ ਜਦੋਂ ਇਹ ਸਾਰਾ ਕੰਮ ਕੀਤਾ ਐਂਡ ਵਿਦ ਪ੍ਰੂਫ ਕੀਤਾ ਕਿ ਲੌਂਗੀਟਿਊਡ ਲੈਟੀਟਿਊਡ ਬਦਲ ਨਹੀਂ ਸਕਦਾ। ਜੰਗਲਾਤ ਦੀ ਜ਼ਮੀਨ
ਜਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ। ਕਰ ਕੌਣ ਰਿਹਾ? ਇਕਬਾਲ ਸਰਪੰਚ। ਇੱਕ ਗਾਰਡ ਹੈ ਜਿਹਦਾ ਬਾਰ-ਬਾਰ ਜ਼ਿਕਰ ਆ ਰਿਹਾ ਕਿ ਗਾਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਵੇਖੋ, ਮੈਂ ਉਸ ਗਾਰਡ ਦੇ ਬਾਰੇ ਜਾਣਦਾ ਔਰ ਮੈਂ ਕਹਿਣਾ ਕਿ ਉਹਨੂੰ ਰਾਸ਼ਟਰਪਤੀ ਅਵਾਰਡ ਮਿਲਣਾ ਚਾਹੀਦਾ, ਜਿਹਨੇ ਹਿੰਮਤ ਵਿਖਾਈ ਸੀਐਮ ਨੂੰ ਔਰ ਸੀਐਮ ਪਾਵਰਫੁਲ ਲੌਬੀ ਨੂੰ। ਇਹਦੇ ਚ ਤੁਸੀਂ ਮਿਸ ਕਰ ਗਏ। ਜੰਗਲਾਤ ਬੰਦਿਆਂ ਦੀ ਹੁੰਦੀ ਹੈ, ਇਹ ਇਕਬਾਲ ਕਹਿ ਰਿਹਾ। ਹੋਰ ਸਰਕਾਰਾਂ ਦਾ ਕੀ ਕੰਮ ਹੈ? ਉਹਦਾ ਕੋਈ ਤਸਲਾ ਨਹੀਂ ਭਰਨ ਦਿੰਦਾ, ਕੋਈ ਬੂਟਾ ਬਾਟਾ ਨਹੀਂ। ਘਰੇ ਜਾ ਕੇ ਪੈਰ ਫੜ ਕੇ ਬੈਠ ਗਿਆ ਗਾਰਡ, ਕਿਉਂਕਿ ਇਹਨਾਂ ਨੇ ਉਹਨੂੰ ਦਬਕਾ ਮਾਰਿਆ ਕਿ ਤੈਨੂੰ ਨਹੀਂ ਪਤਾ ਕੌਣ ਕਰਾ ਰਿਹਾ, ਕਿਉਂਕਿ ਹਲਕਾ ਸੀਐਮ ਦਾ ਦਿਸ ਇਜ਼ ਆਲ ਚਮਕੌਰ ਸਾਹਿਬ ਕਨਸਟੀਟੂਐਂਸੀ, ਦਿਸ ਇਜ਼ ਨੋ ਅਦਰ ਕਨਸਟੀਟੂਐਂਸੀ। ਅੱਗੇ ਬੜੇ ਧਿਆਨ ਨਾਲ ਸੁਣਿਓ। ਇਫ ਯੂ ਵਾਂਟ ਟੂ ਐਕਸਪਲੇਨ ਐਨੀਥਿੰਗ ਤੁਸੀਂ ਇਹਦੇ ਚ ਦੱਸ ਦਿਓ। ਇਹਦੇ ਵਿੱਚ ਜੀ ਇਹ ਗੱਲ ਹੋ ਰਹੀ ਹੈ ਕਿ ਉੱਥੇ ਹੀ ਇਜ਼ ਰਿਕਾਰਡਿੰਗ, ਮਤਲਬ ਹੀ ਇਜ਼ ਦਾ ਪਰਸਨ ਰਿਕਾਰਡਿੰਗ। ਕੀਤਾ ਮੈਂ ਨਾਲ ਖੜਾ। ਦਲਜੀਤ ਗਾਰਡ ਨੇ ਜਾ ਕੇ ਜੋ ਜੰਗਲਾਤ ਦੀ ਜ਼ਮੀਨ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ, ਪਲੱਸ ਜਿਹੜੀ ਬੇੜੇ ਕਿਸ਼ਤੀਆਂ ਨਾਲ ਮਾਈਨਿੰਗ ਹੋ ਰਹੀ ਸੀ, ਵਿਚ ਇਜ਼ ਅਗੇਨ ਇਲੀਗਲ। ਐਨਜੀਟੀ ਦੀ ਪ੍ਰੋਹਿਬਿਸ਼ਨ ਹੈ। ਉਹ ਐਨਜੀਟੀ ਦੀ ਕਲੀਅਰ ਗਾਈਡਲਾਈਨਸ ਹੈ। ਤੁਸੀਂ ਅਖਬਾਰਾਂ ਨੇ ਕਈ ਵਾਰੀ ਲਾਇਆ ਕਿ ਪੁਲਾਂ ਦੇ ਨੇੜੇ ਪੁਲ ਵਾਸ਼ਵੇ ਹੋ ਜਾਣੇ ਕਿਉਂਕਿ ਇੰਨੀ ਜ਼ਬਰਦਸਤ ਮਾਈਨਿੰਗ ਹੋ ਰਹੀ ਹੈ। ਇੱਥੇ ਸੀਐਮ ਕਰਾ ਰਿਹਾ। ਔਰ ਦੂਜੀ ਗੱਲ ਐਨਜੀਟੀ ਕੀ ਕਹਿੰਦੀ ਹੈ ਕਿ ਤੁਸੀਂ ਬੋਟਸ ਯੂਜ਼ ਨਹੀਂ ਕਰ ਸਕਦੇ, ਔਰ ਬੋਟਸ ਯੂਜ਼ ਹੋ ਰਹੀਆਂ ਸ਼ਰੇਆਮ। ਬੋਟਸ ਦੀ ਵੀ ਮੈਂ ਤੁਹਾਨੂੰ ਕਹੂੰਗਾ। ਔਰ ਬੋਟਸ ਯੂਜ਼ ਕੌਣ ਕਰ ਰਿਹਾ? ਸੀਐਮ ਚੰਨੀ, ਉਹਦੇ ਨੇੜੇ ਇੱਕ ਫਰੈਂਡਸ ਐਂਡ ਕੰਪਨੀ, ਤੁਹਾਨੂੰ ਯਾਦ ਹੋਣਾ ਸੁਖਬੀਰ ਜੀ ਨੇ ਰੇਡ ਕੀਤੀ ਸੀਗੀ ਬਿਆਸ ਪੁਲ ਤੇ। ਬੋਟ ਇਲੀਗਲ ਬੋਟ ਲਵਾ ਰਿਹਾ। ਔਰ ਦੂਜੀ ਬੋਟ ਕੌਣ ਲਵਾ ਰਿਹਾ? ਇਹ ਬੋਟ ਦਾ ਜ਼ਿਕਰ ਕਰਦਾ ਕਿ ਬੋਟ ਲੈਣੀ ਕਿੱਥੋਂ ਹੈ, ਕਿੰਨੇ ਦੀ ਲੈਣੀ ਹੈ, ਮਤਲਬ ਸ਼ਰੇਆਮ ਇਲੀਗਲ ਕੰਮ ਨੂੰ ਕਰ ਰਹੇ। ਔਰ ਫਰੈਂਡਸ ਐਂਡ ਕੰਪਨੀ ਕਿਹਦੀ ਬੁਲਾ ਰਹੀ ਆ? ਮਤਲਬ ਇਹ ਤੁਸੀਂ ਇੱਕ ਇੱਕ ਕੈਰੈਕਟਰ ਅੱਗੇ ਤੁਹਾਨੂੰ ਦਿਖਾਵਾਂਗੇ ਸਾਰੇ ਜੀ। ਇਹਦੇ ਵਿੱਚ ਹੱਲੇ ਤੱਕ ਗੱਲ ਚੱਲ ਪਈ ਹੈ ਕਿ ਦਲਜੀਤ ਗਾਰਡ ਨੇ ਆ ਕੇ ਕੰਮ ਰੋਕਿਆ। ਜਦ ਕੰਮ ਰੋਕਿਆ, ਅਗਲੇ ਵੀਡੀਓ 'ਚ ਤੁਹਾਨੂੰ ਉਹਦੇ ਬਾਰੇ ਵੀ ਪਤਾ ਲੱਗੂਗਾ ਕਿ ਉਹਨੂੰ ਇਕਬਾਲ ਸਿੰਘ ਤੇ ਬਿੰਦਰ ਸਿੰਘ ਉੱਥੇ ਮੌਜੂਦ ਸੀਗਾ। ਬਿੰਦਰ ਸਿੰਘ ਜਦ ਆ ਕੇ ਕੰਮ ਰੋਕਿਆ, ਉਹਨੇ ਕਿਹਾ ਬਈ ਇਹ ਜੰਗਲਾਤ ਦੀ ਜ਼ਮੀਨ ਹੈ, ਕਿਹਦੇ ਆਰਡਰ ਨਾਲ ਤੁਸੀਂ ਇੱਥੇ ਪੱਟ ਰਹੇ ਹੋ? ਜੰਗਲਾਤ ਦੇ ਰਕਬੇ 'ਚ ਤਾਂ ਤੁਸੀਂ ਪੱਟ ਹੀ ਨਹੀਂ ਸਕਦੇ। ਔਰ ਆਲਰੇਡੀ ਇਹ ਵੈਲ ਨੋਟੀਫਾਈਡ ਸੀ ਕਿ ਜੰਗਲਾਤ ਦਾ ਏਰੀਆ। ਠੇਕੇਦਾਰ ਨੂੰ ਵੀ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਸੀ, ਐਕਸੀਐਨ ਵੱਲੋਂ, ਐਸਡੀਐਮ ਵੱਲੋਂ, ਐਸਡੀਓ ਵੱਲੋਂ। ਉਹ ਚਿੱਠੀ ਦੀ ਕਾਪੀ ਵੀ ਹੈਗੀ ਹੈ ਸਾਡੇ ਕੋਲ, ਉਹ ਵੀ ਤੁਹਾਡੇ ਅੱਗੇ ਰੱਖਾਂਗੇ ਜੀ। ਇਹ ਲੈਟਰ ਲਿਖੀ ਗਈ ਸੀ, ਚਿੱਠੀ ਲਿਖੀ ਹੋਈ ਹੈ ਜੀ ਰੇਂਜਰ ਵੱਲੋਂ ਐਕਸੀਐਨ ਨੂੰ। ਐਕਸੀਐਨ ਵੱਲੋਂ ਰਕੇਸ਼ ਕੁਮਾਰ ਚੌਧਰੀ ਨੂੰ 5ਵੇਂ ਮਹੀਨੇ 2021 ਦੇ ਵਿੱਚ ਵੈਲ ਐਡਵਾਂਸ ਇਨ ਟਾਈਮ ਕਿ ਇਹ 15 ਤੋਂ 20 ਏਕੜ ਜੰਗਲਾਤ ਦੀ ਜ਼ਮੀਨ ਹੈ, ਵਿਚ ਇਜ਼ ਪ੍ਰੋਟੈਕਟਡ ਫੋਰੈਸਟ covered under the Forest Conservation Act of 1980 ਤੇ ਵਣ ਮੰਡਲ ਐਕਟ 1927 ਦੇ ਅੰਡਰ ਉਹ ਪ੍ਰੋਟੈਕਟਡ ਫੋਰੈਸਟ ਹੈ। ਤੁਸੀਂ ਉਹਦੇ ਵਿੱਚ ਮਾਈਨਿੰਗ ਨਹੀਂ ਕਰ ਸਕਦੇ। ਲੇਕਿਨ ਜਦ ਇਹਨਾਂ ਨੇ ਕੀਤੀ, ਕਿਉਂਕਿ ਸੀਐਮ ਕਰਾ ਰਿਹਾ ਸੀ, ਹਨੀ ਸੀ ਇਨਵੋਲਵ, ਗਾਰਡ ਨੇ ਫੇਰ ਵੀ ਜਾ ਕੇ ਉੱਥੇ ਉਹਨਾਂ ਨੂੰ ਰੋਕਿਆ, ਲਿਖਤ ਦਿੱਤੀ। ਗਾਰਡ ਨੂੰ ਇਕਬਾਲ ਸਿੰਘ ਕਹਿੰਦਾ ਕਿ ਇਹ ਗਾਰਡ ਇਕਬਾਲ ਸਿੰਘ ਨੂੰ ਕਹਿੰਦਾ ਤੁਸੀਂ ਕਿਹਦੇ ਹੁਕਮ ਨਾਲ ਇੱਥੇ ਚਲਾ ਰਹੇ ਹੋ ਬਈ? ਇਹ ਜੰਗਲਾਤ ਦੀ ਜ਼ਮੀਨ ਹੈ। ਇਕਬਾਲ ਸਿੰਘ ਕਹਿੰਦਾ ਸੀਐਮ ਸਾਹਿਬ ਦੇ ਹੁਕਮ ਨਾਲ ਕਰਾ ਰਹੇ ਹਨ। ਲੇਕਿਨ ਫਿਰ ਵੀ ਜਦ ਉਹਨੇ ਪ੍ਰੋਟੈਸਟ ਕੀਤਾ ਤੇ ਇਹਨਾਂ ਨੇ ਉਹਦੀ ਬਦਲੀ ਕਰਵਾਈ, ਟ੍ਰਾਂਸਫਰ ਕਰਾਈ ਬਠਿੰਡੇ ਦੀ। ਉਹ ਅੱਗੇ ਚ ਨਿਕਲ ਗਿਆ। ਜੇ ਤੁਸੀਂ ਸੁਣਨੀ 2 ਮਿੰਟ ਸੁਣ ਲਿਓ ਜੀ, ਥੋੜਾ ਤੁਹਾਨੂੰ ਨਾ ਪੇਸ਼ੈਂਸ ਚਾਹੀਦੀ ਆ ਹੁਣ ਥੋੜੀ ਜੀ। ਤੁਹਾਨੂੰ ਅੱਗੇ ਦਵਾਂਗੇ। ਇਹ ਸਾਰੀਆਂ ਯਾਰ ਇਹ ਹੁਣ ਇਹਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੀਆਂ ਹੀ ਨੇ। ਜਦੋਂ ਇਹ ਸੱਚ ਇਹਨੇ ਵਿਜ਼ਿਟ ਵੀ ਕੀਤੀ ਆ ਸਾਈਟ ਦੀ, ਇਹਨੇ ਉਹ ਸਾਈਟ ਦੀ ਵਿਜ਼ਿਟ ਵੀ ਕੀਤੀ। ਔਰ ਉਹ ਵੀ ਰਿਕਾਰਡ ਤੇ ਆਊਗਾ ਕਿ ਇੱਕ ਦਿਨ ਪਹਿਲਾਂ ਡੀਸੀ ਜਾਂਦੀ ਹੈ ਔਰ ਉੱਥੇ ਜਾ ਕੇ ਕਹਿੰਦੀ ਹੈ ਸਵੇਰੇ ਸੀਐਮ ਆ ਰਿਹਾ, ਇੱਥੇ ਕੋਈ ਉਹ ਨਹੀਂ ਚਾਹੀਦੀ, ਫੋਕਲੇਨ ਨਹੀਂ ਚਾਹੀਦੀ, ਕਿਉਂਕਿ ਉਹ ਵੀ ਅਲਾਉਡ ਨਹੀਂ ਆ, ਬੋਟਸ ਨਹੀਂ ਚਾਹੀਦੀਆਂ। ਤੁਸੀਂ ਕੰਮ ਵੇਖੋ। ਔਰ ਕਿਉਂ ਇਹ ਹੋ ਰਿਹਾ? ਕਿਉਂਕਿ ਡੀਸੀ ਐਸਐਸਪੀ ਨੂੰ ਲਵਾਉਣ ਵਾਲੇ ਕੌਣ? ਰਕੇਸ਼ ਚੌਧਰੀ, ਇਕਬਾਲ ਸਰਪੰਚ, ਚੰਨੀ, ਹੰਨੀ, ਮੰਨੀ। ਚੱਲ ਵੀ ਮੈਂ ਤੇਰੀ ਔਕਾਤ ਹੈ ਸੀਐਮ ਨੇ ਤਾਂ ਤੇਰੇ ਉਹਦੇ ਨਾਲ ਵੀ ਨਹੀਂ ਕਰਨੀ ਹੈ, ਡੀਐਫਓ ਨਾਲ। ਸੀਐਮ ਦਾ ਜ਼ਿਕਰ ਆ ਗਿਆ, ਦੂਰ ਦੀ ਗੱਲ ਹੈ। ਸੀਐਮ ਨੇ ਤਾਂ ਮੈਂ ਕਹਿੰਦਾ ਡੀਐਫਓ ਨਾਲ ਕਰਨੀ, ਨਾ ਤੇਰੇ ਰੇਂਜਰ ਨਾਲ ਕਰਨੀ ਹੈ। ਸੀਐਮ ਨੇ ਤਾਂ ਸਿੱਧਾ ਤੁਹਾਨੂੰ ਬੁਲਾਉਣਾ ਉੱਥੇ ਜੇ ਤੁਸੀਂ ਜ਼ਿਆਦਾ ਤੰਗ ਕਰੀਏ। ਦੂਏ ਦਿਨ ਸਾਲੇ ਨੂੰ ਆ ਗਿਆ ਫਿਰ ਫੋਨ ਵੀ ਤੇਰੀ ਬਦਲੀ ਉੱਥੇ ਦੀ ਹੋ ਰਹੀ ਹੈ, ਬਠਿੰਡੇ ਦੀ। ਗਾਰਡ ਸਵੇਰੇ ਬਾਈ ਮਿਲਣਾ ਮੈਂ ਕਿਹਾ ਹੋ ਗਿਆ? ਉਹ ਮਿਲ ਕੇ ਦੱਸਦਾ ਬਾਈ, ਮਿਲ ਕੇ ਦੱਸਦਾ। ਮੇਰੇ ਤੇ ਬਹੁਤ ਭਾਰੀ ਗਲਤੀ ਹੋ ਗਈ, ਮੈਨੂੰ ਇੱਕ ਵਾਰ ਮਾਫ ਕਰ ਦੇ। ਮੈਂ ਕਿਹਾ ਹੋ ਗਿਆ? ਕਹਿੰਦਾ ਮੈਨੂੰ ਦਫ਼ਤਰ ਦੇ ਫੋਨ ਆ ਵੀ ਤੇਰੀ ਬਠਿੰਡੇ ਦੀ ਬਦਲੀ ਹੋ ਰਹੀ ਹੈ।
ਕਿਹਾ ਫਿਰ ਜਾਣਾ ਨਹੀਂ, ਮੈਂ ਤਾਂ ਬਈ ਰਸਤੇ 'ਚ ਮਰ ਜੂਗਾ। ਕਹਿੰਦਾ ਫਿਰ ਤਾਂ ਮੈਂ ਚੱਲ ਰਹਿਣ ਦਾ ਨਹੀਂ ਬੰਦੇ ਨੂੰ ਪਹਿਲਾਂ ਆਪਣੀ ਔਕਾਤ ਤੇ ਬਾਹਰ ਨਹੀਂ ਗੱਲ ਕਰਨੀ ਚਾਹੀਦੀ। ਇਹ ਰੌਲਾ ਇਹ ਆ, ਆਪਣੀ ਔਕਾਤ ਤੇ ਬਾਹਰ ਨਹੀਂ ਗੱਲ ਕਰਨੀ ਚਾਹੀਦੀ। ਝੜਕੂਗਾ ਇਹਨਾਂ ਨੇ ਜਦੇ ਉਹ ਕਰ ਦੇਣਾ, ਰੁਕ ਜਾਣਾ। ਹੁਣ ਸੜਿਆ ਸਿੰਘ ਤੇ ਆਪਣੇ ਆਪ ਤੇ ਥੋੜੋ ਲੱਗ ਗਏ। ਉਹ ਕਹਿੰਦਾ ਮੈਂ ਕਿਸੇ ਗੱਲ ਬਿੰਦਰ ਨਾਲ ਕੀਤੀ, ਜਿਵੇਂ ਨੇ ਮਸ਼ੀਨਾਂ ਲਾਈਆਂ ਨੇ ਨਾ, ਮੈਂ ਬਕਾਇਦਾ ਕਿਹਾ, ਮੈਂ ਕਿਹਾ ਬਿੰਦਰ ਵੀ ਇਹ ਗੱਲਬਾਤ ਉੱਪਰ ਤੱਕ ਹੈ। ਕਹਿੰਦਾ ਭਾਜੀ ਬਗੈਰ ਆਪਦੇ ਕਹੂਗੇ ਸੁਣੀ ਤੋਂ ਤੱਕ ਹੋ ਜੂ। ਕਹਿੰਦਾ ਉੱਤੇ ਤੇ ਹਮੀ ਨੇ ਡੀਐਫਓ ਕਹਿੰਦਾ ਤਿੰਨ ਜ਼ਿਲ੍ਹਿਆਂ ਦੇ ਬੁਲਾ ਲਿਆ। ਅਸੀਂ ਇਕੱਲੇ ਕੀ ਗੱਲ ਕਰਦੇ ਹਾਂ, ਲੋਕਾਂ ਸਾਹਮਣੇ ਤਾਂ ਮੇਰੇ ਨਾਲ ਗੱਲ ਨਹੀਂ ਕਰਦਾ ਬਿੰਦਰ। ਸਿਆਣਾ ਆਟਾ ਬਿੰਦਰ ਵੀ ਕਹਿੰਦਾ ਭਾਜੀ ਤਿੰਨੇ ਜ਼ਿਲ੍ਹਿਆਂ ਦੇ ਡੀਐਫਓ ਬੁਲਾ ਕੇ ਮੈਂ ਕਿਹਾ ਮੈਂ ਕਿਹਾ ਜੀ ਹੁਣ ਉਹ ਕਹਿੰਦਾ ਵੀ ਸਰਪੰਚ ਸਾਹਿਬ ਗੱਡੀਆਂ ਕਿਉਂ ਰੋਕਦੀਆਂ? ਮੈਂ ਕਿਹਾ ਗੱਲ ਆਇਆ ਵੀ ਕਿਸ਼ਤੀਆਂ ਤੇ ਕੱਢ ਹੁੰਦਾ ਮਾਲ ਥੋੜਾ, ਸਿੱਧੀ ਭਰਾਈ ਹੋ ਨਹੀਂ ਰਹੀ। ਕਹਿੰਦਾ ਸਿੱਧੀ ਕਦੇ ਨਹੀਂ ਹੋ ਰਹੀ। ਮੈਂ ਕਿਹਾ ਜਗਲਾਤ ਦੀ ਜਗ੍ਹਾ ਮੈਨੂੰ ਪੈਂਦੇ ਕਹਿੰਦੇ ਯਾਰ ਹੁਣ ਕਿਆ ਧਰਮ ਸੋਤ ਮੰਤਰੀ ਆ, ਤੂੰ ਜਗਲਾਤ ਚੱਕ। ਹਾਂ ਕਹਿੰਦੇ ਤੂੰ ਜਗਲਾਤ ਚੱਕ, ਜਿੱਥੇ ਦੇ ਮਰਜ਼ੀ ਭਰ, ਜੋ ਮਰਜ਼ੀ ਜਿਹਦੀ ਮਰਜ਼ੀ ਆ, ਸੈਂਟਰ ਗੌਰਮੈਂਟ ਦੀ ਆ, ਜਗਲਾਤ ਦੀ ਆ, ਇਹਨਾਂ ਨੂੰ ਕਿਆ ਕਹਿੰਦੇ ਆ ਮੁਸਲਮਾਨਾਂ ਨੂੰ, ਬਾਕਾ ਬੋਰਡ ਵਾਲਿਆਂ ਬਾਕੋ ਬੋਰਡ ਦੀ ਆ। ਉਹਨਾਂ ਨੇ 4-5 ਮਹਿਕਮੇ, ਉਹ ਤੇ ਕਿਆ ਭੁੱਲਿਆ ਹੋਇਆ, ਉਹਨੂੰ ਕਿਹੜੇ ਕੋਈ ਦੱਸਣੇ ਦੀ ਲੋੜ ਆ। ਬਾਕੋ ਬੋਰਡ ਦੀ ਆ, ਹੋਰ ਪਤਾ ਨਹੀਂ ਉਹਨੇ ਕਿਹਦੀ ਗਿਣਤੀ। ਮੈਂ ਕਿਹਾ ਜੀ ਨਹੀਂ ਇੰਨਿਆਂ ਦੀ ਨਹੀਂ ਹੈਗੀ, ਇਕੱਲੇ ਜਗਲਾਤ ਦੀ ਆ। ਕਹਿੰਦਾ ਵੀ ਚੱਕੋ। ਹਨੀ ਨੂੰ ਕਹਿੰਦਾ ਜਿਹੜਾ ਤੰਗ ਕਰਦਾ ਉਹਨੂੰ ਸਾਨੂੰ ਬਦਲ ਦੇ, ਆਪਣਾ ਬੰਦਾ ਲਾ ਲਾ ਉੱਥੇ ਗੱਡੀ ਨਹੀਂ ਰੁਕਣੀ ਚਾਹੀਦੀ। ਬਸ ਮੇਰਾ ਇੱਕ ਹੋਆ, ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਜਿੱਥੇ ਤੇ ਮਰਜ਼ੀ ਚੱਕੋ। ਮਾਂ ਗੱਲ ਮੁੱਕੀ, ਫਿਰ ਕਿਆ ਰੌਲਾ ਰਹਿ ਗਿਆ ਪਿੱਛੇ। ਮੈਂ ਬਿੰਦਰ ਦੀ ਗੱਲ ਤੇ ਭਰੋਸਾ ਨਹੀਂ ਕਰਦਾ ਸੀ, ਅਤੇ ਕੰਨ ਮੂੰਹ ਤੇ ਸੁਣੀ ਤੇ ਮੈਨੂੰ ਭਰੋਸਾ ਹੋ ਗਿਆ। ਸੀਐਮ ਸਾਹਿਬ ਦੀ ਨੌਲੇਜ ਹੈ ਨਾ ਗੱਲ ਪੂਰੀ। ਉਹਨਾਂ ਨੇ ਆਪ ਕਿਹਾ ਮੈਨੂੰ, ਕਹਿੰਦੇ ਯਾਰ ਹੁਣ ਕਿ ਧਰਮ ਸੋਤ ਮੰਤਰੀ ਆ, ਤੂੰ ਕਿੱਥੇ ਡਰਦਾ? ਮੈਂ ਚਲੋ ਕਹਿੰਦਾ ਹੁਣ ਧਰਮ ਸੋਤ ਮੰਤਰੀ ਆ, ਸੀਐਮ ਸਾਹਿਬ ਦੀ ਨੌਲੇਜ। ਕਹਿੰਦਾ ਹਾਂ ਪੂਰਾ ਨੌਲੇਜ। ਔਰ ਹਲੇ ਮੈਂ ਤੁਹਾਨੂੰ ਮਤਲਬ ਇਹ ਟ੍ਰੇਲਰ ਹੀ ਆ, ਹਲੇ ਨਾ ਕੁਛ ਹੋ ਜੇ, ਹਲੇ ਬੜਾ ਕੁਛ ਹੋਣਾ। ਅੱਜ ਨਹੀਂ ਦੇਣਾ ਮਗਰ ਤੁਹਾਨੂੰ ਸਾਰਾ ਸਾਨੂੰ ਕਾ ਡਰ ਜਾਂ ਤੁਸੀਂ ਬੈਠੇ ਛੋਟੇ ਲੈਵਲ ਤੇ ਗਾਰਡ ਜੇ, ਇਹਨਾਂ ਨੂੰ ਕੋਈ ਪਤਾ ਨਹੀਂ ਕਿਹੜੇ ਦੀ ਹੈ। ਚਲੋ ਪਤਾ ਨਹੀਂ, ਨਾ ਇਹਨਾਂ ਨੂੰ ਕੋਈ ਸਰਕਾਰ ਦਾ ਪਤਾ, ਨਾ ਕਾਫੇ ਦਾ ਪਤਾ। ਉਹ ਆਏ ਭਾਜੀ ਦਰਖਤ ਜੀ ਫਲਾਣਾ ਵਾ, ਦਰਖਤ ਆ ਤੇ 1.5 ਫੁੱਟ ਦੀਆਂ ਟਾਲੀਆਂ ਹੋਈਆਂ ਤੇਰੀਆਂ। ਬਰਸਾਤ ਤੇ ਬਾਅਦ ਭਰ ਜਾਣੀ, ਫੇਰ ਲਾ ਲਈ। ਮੈਂ ਕਿਹਾ ਬੂਟੇ ਜਿਹੜੇ ਲਾਉਣੇ ਤਾਂ ਬਰਸਾਤ 'ਚ ਮਾਈਨਿੰਗ ਅਲਾਉਡ ਨਹੀਂ, ਇਹਨਾਂ ਨੇ ਬਰਸਾਤ 'ਚ ਵੀ ਕੀਤੀ। ਉੱਥੇ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਊਂਗਾ, ਸਰਕਾਰੀ ਬੂਟੇ ਪਏ ਆ, ਬੂਟੇ ਵੀ ਪੁੱਟੇ। ਮਤਲਬ ਟੂ ਕਲੀਅਰਲੀ ਸ਼ੋ ਜੰਗਲਾਤ ਦਾ ਆਰਡਰ ਵੀ ਤੁਹਾਨੂੰ ਦੇ ਰਿਹਾ। ਕਿਸ਼ਤੀਆਂ ਲਾ ਨਹੀਂ ਸਕਦੇ, ਕਿਸ਼ਤੀਆਂ ਵੀ ਲੱਗੀਆਂ। ਮਤਲਬ ਜਿਹੜੀ ਧੱਜੀ ਤੁਸੀਂ ਐਨਜੀਟੀ ਦੀ, এনवायरमेंट ਦੀ, ਹਰ ਚੀਜ਼ ਦੀ ਉਡਾ ਸਕਦੇ, ਸਾਰੀਆਂ ਉਡਾਤੀਆਂ। ਔਰ ਵੱਡੀ ਗੱਲ, ਸੀਐਮ ਚਮਕੌਰ ਸਾਹਿਬ ਆਉਂਦਾ, ਉਹ ਦਿਖਾਈ ਜਿਸ ਦਿਨ 25 ਤਰੀਕ ਨੂੰ ਆਉਂਦਾ, ਨਾਲ ਇਹ ਕਹਿੰਦਾ ਕਿ ਸੀਐਮ ਅੱਜ ਫਿਰਦਾ ਚਮਕੌਰ ਸਾਹਿਬ, ਮਗਰ ਉਹਨੇ ਕਿਹਾ ਹੋਇਆ ਕਿ ਕੰਮ ਨਹੀਂ ਰੁਕਣਾ ਚਾਹੀਦਾ, ਕਿਉਂਕਿ ਕੰਮ ਰੁਕ ਗਿਆ ਤੇ ਹਨੀ ਔਖਾ ਤੇ ਮੰਨੀ ਨਹੀਂ ਆਉਣਾ। ਆ ਲੋ ਆਪ ਅੱਗੇ ਦਿਖਾਉਂਗਾ ਜੀ, ਅੱਗੇ ਤੁਹਾਨੂੰ ਆਈ ਜਾਣੀ। ਚਲੋ ਅੱਗੇ ਚੱਲ, ਇਹਨੂੰ ਸੁਣਾ ਦੇ। ਕੋਟ ਲੱਗ ਜਾਣਾ, ਕਦੇ ਕੋਟ ਦੱਸਦਾ, ਕਦੇ ਕੋਟ ਦੱਸਦਾ। ਮੈਂ ਕੋਟ ਦੀ ਅਕਸਰ ਉਹੀ ਰਹਿਣਾ, ਉਹੀ ਨਹੀਂ ਲੱਗਦਾ। ਮੇਰੇ ਤੇ ਗਲਤ ਹੋ ਗਿਆ ਜੀ। ਮੈਂ ਬਾਅਦ ਵਿੱਚ ਪੇਪਰ ਦੇਖੇ, ਫਲਾਣਾ ਦੇਖੇ, ਮਾਫੀ ਮੰਗ ਕੇ ਲਿਖ ਕੇ ਦੇ ਕੇ ਪਰਚਾ ਦਰਜ, ਪਰਚਾ ਕੈਂਸਲ ਕਰਾ ਕੇ ਆਇਆ ਮੇਰੇ ਤੇ। ਰੇਂਜਰ ਨੂੰ ਤਾਂ ਸਾਰਾ ਕੁਝ ਪਤਾ ਹੈ। ਪਹਿਲਾਂ ਤਾਂ ਮੈਂ ਮਾਫੀ ਮੰਗ ਕੇ ਲਿਖ ਕੇ ਤੇ ਖੜਾ ਛੁਡਾ ਕੇ ਆਇਆ। ਹੁਣ ਮੈਂ ਦੁਬਾਰੇ ਫਿਰ ਪੰਗਾ ਕਰਾ ਰਿਹਾ। ਸਿਰਫ ਇੱਕ ਦਲਜੀਤ ਨੂੰ ਇਹ ਬਹਿਨ ਬਸ ਇਹ ਗਾਰਡ ਨੂੰ, ਹੋਰ ਸਾਰਿਆਂ ਨੂੰ ਡੀਐਫਓ ਨੂੰ ਵੀ ਪਤਾ। ਡੀਐਫਓ ਦਾ ਮੈਨੂੰ ਖੁਦ ਫੋਨ ਆਇਆ, ਸਰਪੰਚ ਸਾਹਿਬ ਮੈਨੂੰ ਫੋਨ ਆਇਆ ਉੱਪਰੋਂ, ਤੁਸੀਂ ਮੇਰੇ ਨਾਲ ਗੱਲ ਕਰਨੀ। ਜੇ ਕੋਈ ਬੰਦਾ ਆਉਂਦਾ ਸਿੱਧਾ ਡਰਾਈਵਰਾਂ ਨੂੰ ਮੇਰਾ ਨੰਬਰ ਦੇ ਦਿਓ, ਮੇਰੇ ਨਾਲ ਗੱਲ ਕਰਵਾ ਦਿਓ। ਇੱਕ ਮਿੰਟ ਇਕਬਾਲ ਸਿੰਘ ਕੀ ਕਹਿ ਰਿਹਾ? ਡੀਐਫਓ ਦਾ ਮੈਨੂੰ ਫੋਨ ਆਇਆ ਕਿ ਸਰਪੰਚ ਸਾਹਿਬ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ, ਤੁਸੀਂ ਡਰਾਈਵਰਾਂ ਨੂੰ, ਮਤਲਬ ਉਹ ਜਿਹੜੇ ਟਿੱਪਰਾਂ ਦੇ ਡਰਾਈਵਰ ਹੈ, ਫੋਕ ਲੇਨਾਂ ਦੇ ਡਰਾਈਵਰ ਹੈ, ਟਰਾਲੀਆਂ ਦੇ ਡਰਾਈਵਰ ਹੈ, ਉਹਨਾਂ ਨੂੰ ਮੇਰਾ ਨੰਬਰ ਦੇ ਦਿਓ ਡੀਐਫਓ ਦਾ,
ਕਿ ਤੁਹਾਨੂੰ ਨਾ ਤੰਗ ਪਰੇਸ਼ਾਨ ਕਰਨ, ਕਿਉਂਕਿ ਜੇ ਤੂੰ ਤੰਗ ਪਰੇਸ਼ਾਨ ਹੁੰਦਾ ਤੇ ਚੰਨੀ ਸਾਡੇ ਦਿਵਾਲੇ ਹੁੰਦਾ। ਤੂੰ ਸਾਡੇ ਨਾਲ ਸਿੱਧਾ ਹੀ ਟਾਈ ਅਪ ਕਰਾ ਦੇ, ਅਸੀਂ ਆਪ ਹੀ ਨੱਪ ਦਿਆਂਗੇ ਕਿੱਲੀ। ਹਾਂ ਹਨੀ ਨੇ ਡੀਐਫਓ ਨੂੰ ਕਿਹਾ ਵੀ ਸਾਡਾ ਉੱਤੇ ਬਾਕੀ ਆ ਵੀ ਦੱਸ ਦੀ। ਇਹ ਜੀ ਧਰਮਸੋਤ ਸਾਹਿਬ ਦਾ ਜਿੱਥੇ ਜ਼ਿਕਰ ਆਇਆ ਪਹਿਲਾਂ, ਜਦ ਤੱਕ ਯਾਰ ਤੁਹਾਨੂੰ ਸੁਣਦਾ ਸਭ ਹੈ, ਮੈਨੂੰ ਨਾ ਸੁਣਾ। ਧਰਮਸੋਤ ਸਾਹਿਬ ਦਾ ਜ਼ਿਕਰ ਆਇਆ ਹੈ, ਸਾਧੂ ਸਿੰਘ ਧਰਮਸੋਤ ਜੀ ਦਾ। ਮੈਂ ਦੱਸਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦਾ ਚੀਫ ਮਿਨਿਸਟਰ ਸੀਗੇ, ਧਰਮਸੋਤ ਜੀ ਜੰਗਲਾਤ ਮੰਤਰੀ ਸੀਗੇ। ਕਿਸੇ ਦੀ ਮਜਾਲ ਨਹੀਂ ਸੀ, ਕੋਈ ਹਿੰਮਤ ਨਹੀਂ ਕਰਦਾ ਸੀ ਕਿ ਜੰਗਲਾਤ ਦੀ ਜ਼ਮੀਨ ਦੇ ਵਿੱਚ ਜਾ ਕੇ ਮਾਈਨਿੰਗ ਕਰ ਲੇ। ਬਕਾਇਦਾ ਉਸ ਟਾਈਮ ਤੇ ਇਹਨਾਂ ਸਾਈਟਸ ਦੇ ਉੱਤੇ ਪਰਚੇ ਕੰਪਲੇਂਟਸ ਹੋਈਆਂ ਨੇ। ਇਹ ਜਿਹੜੀ ਜੰਗਲਾਤ ਦੀ ਖਣਿਜਾਂ ਦੀ ਲੁੱਟ ਸ਼ੁਰੂ ਹੋਈ ਹੈ, ਚੰਨੀ ਸਾਹਿਬ ਦੇ ਸਵਰਨ ਇਨ ਹੋਣ ਦੇ ਬਾਅਦ ਸ਼ੁਰੂ ਹੋਈ ਹੈ। ਵੱਡੀ ਗੱਲ ਦੇਖੋ, ਧਰਮਸੋਤ ਦਾ ਧਿਆਨ ਕੱਲੀ ਐਸਸੀ ਸਕਾਲਰਸ਼ਿਪ ਤੱਕ ਹੀ ਰਿਹਾ। ਇਸ ਕੰਮ ਨੂੰ ਉਹ ਠੀਕ ਹੈ, ਮਤਲਬ ਉਹਨੇ ਆਪਦਾ ਜਿੱਥੇ ਤੱਕ ਉਹਦਾ ਧਿਆਨ, ਮਗਰ ਰੁਕਿਆ ਇਸ ਲਈ ਗਿਆ ਕਿਉਂਕਿ ਸੀਐਮ ਉਧਰੋਂ, ਮੈਂ ਐਵੇਂ ਕਹਾਂ ਕਿ ਇਹ ਆਪ ਵੀਡੀਓ ਦੱਸ ਰਹੀ ਹੈ ਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਵੇਲੇ ਜੰਗਲਾਤ 'ਚ ਨਹੀਂ ਸੀ, ਭਾਵੇਂ ਇਲੀਗਲ ਮਾਈਨਿੰਗ ਹੁੰਦੀ ਸੀ ਮਗਰ ਜੰਗਲਾਤ ਬਚਿਆ ਸੀ। ਇਹਨੇ ਤਾਂ ਜੰਗਲਾਤ ਦੇ ਫੱਟੇ ਚੱਕਤੇ ਐਤਕੀ। ਅੱਗੇ ਗੱਲ ਕਰਨੀ, ਜੇ ਕੋਈ ਬੰਦਾ ਆਉਂਦਾ ਸਿੱਧਾ ਡਰਾਈਵਰਾਂ ਨੂੰ ਮੇਰਾ ਨੰਬਰ ਦੇ ਮੇਰੇ ਨਾਲ ਗੱਲ ਕਰਵਾ ਦਿਓ। ਹਾਂ ਹਨੀ ਨੇ ਡੀਐਫਓ ਨੂੰ ਕਿਹਾ ਵੀ ਸਾਡਾ ਉੱਤੇ ਸਰਪੰਚ ਦਾ ਚੱਕਰ ਆ ਗਿਆ। ਪੰਜਾਬ ਪ੍ਰੋਬਲਮ ਆਉਂਦੀ ਹੈ, ਕੋਈ ਕਹਿੰਦੇ ਨਹੀਂ। ਡੀਐਫਓ ਕਹਿੰਦਾ ਵੀ ਡਰਾਈਵਰਾਂ ਨੂੰ ਮੇਰਾ ਨੰਬਰ ਦਿਓ, ਜੇ ਕੋਈ ਉੱਥੇ ਤੁਹਾਨੂੰ ਰੋਕਣ ਆਉਂਦਾ ਉਹਨਾਂ ਦੀ ਮੇਰੇ ਨਾਲ ਗੱਲ ਕਰਾਓ। ਇਹਦੇ ਉੱਪਰ ਲੋਨ ਕਿਹਾ ਮੈਂ ਕਿਹਾ ਐਡੀ ਨਿੱਜੀ ਗੱਲ ਆਏ ਕਿੱਥੇ ਅਸੀਂ ਜਾਣਦੇ ਆ ਮਾੜੇ ਮੋਟਿਆਂ ਨੂੰ 53-50 ਭਰ ਦਿਆ ਕਰੋ, ਇਹਦੇ ਬਾਰੇ ਨਾ ਕੋਈ ਕਿੰਤੂ ਪ੍ਰੰਤੂ ਕਰਿਆ ਕਰੋ। ਉਹਨਾਂ ਨੇ ਹੁਣ ਇੱਥੇ ਇਹਨੇ ਕਿਹਾ ਮੈਨੂੰ ਫਤਿਹਗੜ੍ਹ ਹਾਨੀ ਨੇ ਵੀ 30 ਗੱਡੀਆਂ ਪਹੁੰਚਾ ਦਿਓ ਪੈਸੇ। ਆਪ ਦੱਸ ਦਿਓ ਜੀ। ਦੱਸ ਰਹੇ ਆ ਜੀ ਕਿ ਇੱਕ ਗੱਡੀ ਨੰਬਰ ਹੈ 5350, ਉਹ ਗੱਡੀ ਉੱਥੇ ਆਂਦੀ ਹੈ। ਹਨੀ ਨੇ ਮੈਨੂੰ ਕਿਹਾ ਹੋਇਆ ਕਿ 30 ਗੱਡੀਆਂ ਫਤਿਹਗੜ੍ਹ ਸਾਹਿਬ ਪਹੁੰਚਾਣੀਆਂ ਰੇਤੇ ਦੀਆਂ, ਉਹਨਾਂ ਦੀ ਪੇਮੈਂਟ ਮੈਂ ਡਾਇਰੈਕਟ ਆਪ ਲੈ ਲਾਂਗਾ। ਇਹ ਉਹਦਾ ਜ਼ਿਕਰ ਕਹਿੰਦਾ ਵੀ ਮਾਲ ਕਿਸ਼ਤੀ ਵਾਲਾ ਹੀ ਭੇਜਣਾ, ਉਹਨਾਂ ਕੋਲ ਤੁਸੀਂ ਭਰਨੀ ਨਹੀਂ ਹੈ। ਮੈਂ ਬਿੰਦਰ ਨੂੰ ਮੈਂ ਕੋਈ ਗੱਲ ਨਹੀਂ, ਕਾਲੀਆਂ ਨੇ ਵੀ ਦੂਈ ਵਾਰੀ ਪੈਸੇ ਕਮਾਏ ਆ, ਆਪਾਂ ਨੂੰ ਵੀ ਹੁਣ 5 ਸਾਲ ਤੋਂ ਤਾਂ ਪਤਾ ਜੀ ਲੱਗਿਆ ਸਾਲਾ। ਉਹ ਦੂਈ ਵਾਰ ਮਾਰਾਂਗੇ ਜ਼ੋਰ, ਠੀਕ ਹੈ। ਤੇ ਦੂਜੀ ਵਾਰ 5 ਸਾਲ ਮਿਲ ਗਏ ਦੇਖੋ ਕਾਂਗਰਸੀ ਨੇ ਸਾਨੂੰ ਥੋੜੀ ਸਰਟੀਫਿਕੇਟ ਦੇਣਾ ਜੀ। ਨਹੀਂ ਬਣ ਗਿਆ ਸੀ ਗੱਲ ਤੇ ਰਹੋ। ਫਿਰ ਅੰਕਲ ਇੱਥੇ ਦਾ ਹੋਰ ਇਹ ਕੋਈ ਬਣਦਾ ਜਸਟੀਫਾਈ ਨਹੀਂ। ਕਰ ਰਿਹਾ ਕਿ ਅਸੀਂ ਬਹੁਤ ਕਿਤੇ ਨਹੀਂ ਵੜਨ ਦੇਣਾ। ਤਾਂ ਮੈਨੂੰ ਉਹਨੇ ਕਿਹਾ ਚੰਨੀ ਜੀ, ਹਾਂ ਮੈਨੂੰ ਕਹਿੰਦਾ ਸਰਪੰਚ ਸਾਹਿਬ ਵੋਟਾਂ ਤੱਕ ਰੁਕ ਜਾਓ, ਵੋਟਾਂ ਤੋਂ ਬਾਅਦ ਸਾਲੇ ਤੂੰ ਆ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਆ ਸੁਣਨ ਵਾਲੀ ਗੱਲ ਹੈ। ਕਹਿੰਦਾ ਵੋਟਾਂ ਤੱਕ ਨਾ ਥੋੜਾ ਬਹੁਤੀ ਪ੍ਰੋਬਲਮ ਆ ਸਕਦੀ ਹੈ, ਵੋਟਾਂ ਤੋਂ ਬਾਅਦ ਤਾਂ ਤੁਸੀਂ ਵੇਖੋ ਨਜ਼ਾਰੇ। ਮਤਲਬ ਆ ਗੱਲ ਸੁਣਨ ਵਾਲੀ ਹੈ, ਵੋਟਾਂ ਤੋਂ ਬਾਅਦ ਕੀ ਹੋਣਾ। ਚਾਹੇ ਰਾਜਾ ਫਾਜਾ ਜਿਹੜਾ ਮਰਜੀ ਹੈ, ਨੰਗੇ ਤੇ ਕਹਿੰਦਾ ਚਿੱਤੜਾਂ ਪਰ ਫਟੇ ਮਾਰਦਾ ਲਿਆਈ ਸਾਲੇ ਦੇ। ਐਡੀ ਗੱਲ ਤਾਂ ਬੋਲਦਾ ਹੀ ਸੌਰੀ ਨਹੀਂ ਯਾਰ, ਮੈਂ ਇਹਨਾਂ ਨੇ ਐਡਿਟ ਕਰਨੀ ਸੀ ਜਿੱਥੇ ਟੀ ਕਰਨੀ ਆ, ਮੈਨੂੰ ਨਹੀਂ ਪਤਾ। ਇਹਨਾਂ ਨੇ ਜੋ ਰੌ ਆਈ ਆ ਇਹਨਾਂ ਨੇ ਸੁਣਾਉਣੀ ਸ਼ੁਰੂ ਕਰਤੀ। ਸੌਰੀ ਉਸ ਗੱਲ ਲਈ, ਤੁਸੀਂ ਆਪੇ ਟੀ ਆਪੇ ਕਰਾ ਲਿਓ ਯਾਰ। ਵੋਟਾਂ ਤੱਕ ਰੁਕ ਜਾ ਬਸ, ਵੋਟਾਂ 'ਚ ਕੋਈ ਗਲਤ ਮੈਸੇਜ ਨਾ ਆਪਣਾ ਜਾਵੇ। ਬਦਮਾਸ਼ੀ ਆ ਉਹਦੇ ਬਾਅਦ ਖਿੱਚਦੇ ਕੰਮ। ਕਹਿੰਦਾ ਇਹਨੂੰ ਤਾਂ ਕਹਿੰਦਾ ਇਹਨੂੰ ਤਾਂ ਪਾਣੀ ਟੱਪਣ ਨਾ ਦਿਓ, ਕਹਿੰਦਾ ਇਹਨੂੰ ਰਾਜੇ ਨੂੰ। ਹੁਣ ਸ਼ੇਰੇ ਨਾਲ 50% ਦਾ ਪਾਰਟਨਰ ਬਣ ਗਿਆ ਜਸਵੀਰ ਰਾਜਾ, ਸ਼ੇਰੇ ਨਾਲ ਬਣਾ ਲਿਆ। ਭਿੰਦਾ ਜਾ ਕਹੇ ਕਹਿੰਦਾ ਹੁਣ ਸਾਡੇ ਕੋਲ ਵੀ ਜੇ ਅਗਵਾਲ ਸਰਪੰਚ ਸੀਐਮ ਦਾ ਬੰਦਾ, ਹੁਣ ਸਾਡੇ ਕੋਲ ਵੀ ਸੀਐਮ ਦਾ ਬੰਦਾ। ਮੈਂ ਕੋਈ ਨਹੀਂ, ਉਹਨੂੰ ਤਾਂ ਮੈਂ ਕਿਹਾ ਇੱਕ ਫੋਨ ਕਰਾਉਣਾ, ਉਹਨੇ ਤਾਂ ਬੇਲੇ ਦਾ ਪੁੱਲ ਨਹੀਂ ਟੱਪਣਾ ਇੱਧਰ ਨੂੰ। ਸ਼ੇਰੇ ਪ੍ਰਧਾਨ ਨੇ ਹਾਂ ਉਹਨੂੰ ਬਥੇਰਾ ਨੂੰ ਦਿੱਤਾ ਹੋਇਆ ਉੱਤੀ ਮਾਲ ਚਮਕੌਰੇ। ਜਿੱਦਣ ਇਹਨੇ ਕਿਹਾ ਵੀ ਅਸੀਂ ਨਹੀਂ, ਚੌਧਰੀ ਨੇ ਪਹਿਲਾਂ ਕਹਿ ਦਿੱਤਾ ਨਾ ਵੀ ਤੁਸੀਂ 3 ਰੁਪਏ ਲੈ ਕੇ ਆਪਣੇ ਹਿਸਾਬ ਨਾਲ ਦੋ ਜਿਹਨੂੰ ਦੇਣੇ ਆ। ਇਹ ਨੇ ਰੌਲਾ ਪਾਇਆ ਵੀ ਅਸੀਂ ਕਿਸੇ ਇਕਬਾਲ ਕਬੂਲ ਤੇ ਪੈਸੇ ਨਹੀਂ ਲੈਣੇ, ਅਸੀਂ ਸਿੱਧੀ ਚੌਧਰੀ ਨਾਲ ਲੈਣੇ ਆ। ਇਹਨੂੰ ਫੋਨ ਲਾ ਲਿਆ, ਫੋਨ ਲਾ ਕੇ ਫਿਰ ਮਿੰਟਾਂ ਹੀ ਕਰੀ ਜਾਓ। ਨਹੀਂ ਬਾਈ ਇੱਕ ਲੋਕਲ ਬੰਦਾ ਹੈ, ਦੋ ਬੰਦਿਆਂ ਦਾ ਹੁਣ ਆਪਸ 'ਚ ਟਾਈ ਪੈ ਰਹੀ ਆ। ਉਹ ਕਹਿੰਦਾ ਇਕਬਾਲ ਕਹਿੰਦਾ ਮੈਂ ਸੀਐਮ ਦਾ ਬੰਦਾ, ਦੂਜਾ ਕਿਉਂਕਿ ਇੱਕ ਬੰਦਾ ਹੋਰ ਆ ਜਿਹੜਾ ਮਾਈਨਿੰਗ ਕਰ ਰਿਹਾ ਉਹ ਵੀ ਸੀਐਮ ਦਾ ਬੰਦਾ। ਹੁਣ ਇਹਨਾਂ ਦੋਵਾਂ 'ਚ ਟਾਈ ਪੈ ਰਹੀ ਆ ਕਿ ਕੰਮ ਧੜੱਲੇ ਨਾਲ ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਕੰਮ ਕਿਹਨੇ ਕਰਨਾ। ਇਹਨੂੰ ਜਚਾ ਰਿਹਾ ਕਿ ਭਾਈ ਮੈਂ ਹੀ ਆ ਸੀਐਮ ਦਾ ਅਸਲ ਬੰਦਾ। ਦੂਜੇ ਤੇ ਵੀ ਲਾਈ ਸੀ, ਉਹ ਬਾਅਦ 'ਚ ਕਹਾਣੀ ਦੱਸਿਆ। ਤੈਨੂੰ ਗਲਤ ਫਹਿਮੀ ਆ ਬਾ, ਮੈਨੂੰ ਗਲਤ ਫਹਿਮੀ ਨਹੀਂ। ਗਲਤ ਫਹਿਮੀ 'ਚ ਤਾਂ ਤੂੰ ਆ ਗਲਤ ਫਹਿਮੀ 'ਚ। ਮੈਂ ਤੇਰੀ ਗਲਤ ਫਹਿਮੀ ਮੈਂ ਕੱਢ ਦੇਣੀ ਆ ਹੁਣ ਬਸ। ਮੈਂ ਵੋਟਾਂ ਤੱਕ ਰੁਕ ਜਾ ਤੂੰ, ਕਹਿਤਾ ਮੈਂ ਇਹਨੂੰ।
ਤੁਸੀਂ ਤਾਂ ਇਲੈਕਸ਼ਨਾਂ 'ਚ ਹੀ ਬਿਜ਼ੀ ਹੁੰਦੇ ਹੋ। ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ। ਉਧਰ ਸਾਰਾ ਹਲਕਾ ਵੀ ਸੰਭਣਾ ਹੈ। ਹਾਂ, ਸਾਰੀ ਜ਼ਿੰਮੇਵਾਰੀ ਪੈ ਗਈ ਸਾਡੀ। ਉਹ ਤਾਂ ਆਪ ਤਾਂ ਹੁਣ ਪੰਜਾਬ 'ਚ ਭੱਜਿਆ ਫਿਰੀ ਜਾਂਦਾ। ਹਲਕਾ ਤਾਂ ਕਿਸੇ ਨੇ ਸੰਭਣਾ ਹੀ ਹੈ। ਤਾਂ ਹੁਣ ਸਾਡੇ ਗਲ ਪੈ ਗਿਆ। ਵੋਟਾਂ ਲੱਗੇ ਹੋਣ ਬਣਾਉਣ ਭਾਵੇਂ ਨਵੀਂ ਦਿੱਤਾ ਸਾਨੂੰ ਉਹਨਾਂ ਨਾਲ ਮੁੰਡਾ, ਤੇ ਮੁੰਡੇ ਨੂੰ ਨਾਲ ਲੈ ਕੇ ਸਾਰੇ ਪਿੰਡਾਂ 'ਚ ਜਾਓ। ਉਹ ਨਵਜੀਤ, ਅੱਛਾ ਉਹ ਹੁਣ ਨਾਲ ਉਹਦੇ ਨਾਲ ਹੁਣ 5-7 ਪਿੰਡ ਕੱਢਦੇ ਹਾਂ ਅਸੀਂ ਰੋਜ਼। ਪੋਲੀਟੀਕਲ ਸਾਰਾ ਵਰਕ ਮਤਲਬ ਸੰਭਿਆ ਹੋਇਆ ਹਲਕੇ ਦਾ। ਪਿੰਡਾਂ 'ਚ ਜਾ ਕੇ ਜਿੱਥੇ ਮੌਕੇ ਤੇ ਅਗਲੇ ਦਾ ਹੱਲ ਕਰਦੇ ਆ, ਜਿਹਨੂੰ ਕੋਈ ਬਿਮਾਰੀ ਆ, ਜਦੋਂ ਅਫਸਰਾਂ ਨੂੰ ਫੋਨ ਹੋਰ। ਮੈਂ ਬਿੰਦਰ ਨਾਲ ਗੱਲ ਕੀਤੀ ਸੀ। ਮੈਂ ਕਿਹਾ ਬਿੰਦਰ ਵੀ ਕਿਵੇਂ? ਕਹਿੰਦਾ ਭਾਜੀ ਵੀ ਕੋਈ ਜਿਹੜਾ ਮਾਲ ਖੱਤਾ ਹੈ ਆਪਾਂ ਦਾ ਭਰਾਈਓ ਲੈ ਰਹੇ ਆ ਵੀ ਮਾਲ ਖੱਤਾ ਤਾਂ 1.5 ਰੁਪਿਆ ਹਨੀ ਨੂੰ ਇਹ ਜਾ ਰਿਹਾ। ਕਹਿੰਦਾ ਡੈਡੀ ਨੋਟ ਕਰਾਨੇ ਆ ਵੀ ਉਹ ਇਹ ਸਮਝ ਲਓ ਜੋ ਪਹਿਲਾਂ ਜਾਂਦਾ ਸੀ ਮੰਤਰੀ ਸੀਐਮ ਸਾਹਿਬ ਦੇ ਨਾਲ। ਇੱਥੇ ਅੱਗੇ ਹੁਣ ਗੱਲ ਆਊਗੀ ਜੀ ਮਾਲ ਖੱਤਾ ਲੈਂਡ ਓਨਰ ਕੰਪਨਸੇਸ਼ਨ। ਜਿਹੜੀ ਕੋਈ ਵੀ ਜ਼ਮੀਨ ਦੇ ਵਿੱਚ ਮਾਈਨਿੰਗ ਹੁੰਦੀ ਹੈ, ਉਹਦਾ ਜਿਹੜਾ ਜ਼ਮੀਨ ਮਾਲਕ ਹੁੰਦਾ ਹੈ ਉਹਨੂੰ ਸਰਕਾਰੀ ਰੇਟ ਦੇ ਹਿਸਾਬ ਨਾਲ 2 ਰੁਪਏ 40 ਪੈਸੇ ਪ੍ਰਤੀ ਫੁੱਟ ਮੁਆਵਜ਼ਾ ਮਿਲਦਾ ਹੈ। ਜੋ ਟਿੱਪਰ ਦਾ 2-2.5 22,000 ਕਿਸੇ ਦਾ 1000 ਏਦਾਂ। ਹੁਣ ਜਿਹੜੀ ਜੰਗਲਾਤ ਦੀ ਜ਼ਮੀਨ ਦੇ ਵਿੱਚ ਮਾਈਨਿੰਗ ਹੋ ਰਹੀ ਹੈ, ਉਹਦਾ ਲੈਂਡ ਓਨਰ ਕੰਪਨਸੇਸ਼ਨ ਮਾਲ ਖੱਤਾ ਕਿਹਦੇ ਕੋਲ ਜਾ ਰਿਹਾ? ਉਹ ਐਕਸੈਪਟ ਕਰੇਗਾ। ਨੰਬਰ 2 ਚੰਨੀ ਕੋਲ ਜਿਹੜਾ ਤੁਸੀਂ ਵੇਖੋ, ਇੱਕ ਹੈ ਜਿਹੜਾ ਲੀਗਲ ਮਾਈਨਿੰਗ ਹੋ ਰਹੀ ਹੈ, ਉਹਦਾ ਜਿਹਦੀ ਜ਼ਮੀਨ ਹੈ ਉਹਦੇ ਕੋਲ ਜਾ ਰਿਹਾ ਤੇ ਪੈਸੇ ਖਜ਼ਾਨੇ 'ਚ ਜਾ ਰਹੇ। ਇਹ ਜਿਹੜੀ ਆਪਾਂ ਸਾਰੀ ਗੱਲ ਕਰ ਰਹੇ ਹਾਂ, ਇਹ ਕਿਹਦੇ ਖਜ਼ਾਨੇ 'ਚ ਜਾ ਰਿਹਾ? ਚੰਨੀ, ਹਨੀ ਤੇ ਮਨੀ ਤੇ ਕਾਂਗਰਸ। ਮਤਲਬ ਇਹ ਕਿਸੇ ਖਜ਼ਾਨੇ 'ਚ ਪੰਜਾਬ ਦੇ ਸਿੱਧੀ ਲੋਟਾ ਖਜ਼ਾਨੇ ਦੀ ਲੋਕਾਂ ਦੀ। ਔਰ ਠੋਕੋ ਤਾਲੀ ਚੁੱਪ। ਇਹਦੇ ਵਿੱਚ ਇਹ ਤੁਹਾਨੂੰ ਨਾਂ ਵੀ ਦੱਸਣਗੇ ਤੇ ਦਰਸ਼ਨ ਵੀ ਦੇਣਗੇ। ਨਾਂ ਵੀ ਦਰਸ਼ਨ ਤੇ ਦਰਸ਼ਨ ਦੇ ਵੀ ਰਹੇ ਆ। ਇਹਦੇ ਵਿੱਚ ਕੱਲੀ ਜੰਗਲਾਤ ਦੀ ਜ਼ਮੀਨ ਦਾ 1.5 ਰੁਪਿਆ ਨਹੀਂ, ਉੱਥੇ ਸੈਂਟਰਲ ਗਵਰਨਮੈਂਟ ਦੀ ਜ਼ਮੀਨ, ਵਕਫ ਬੋਰਡ ਦੀ ਹੋਰ ਕਾਈਂਡਲੀ ਬਾਰ-ਬਾਰ ਧਿਆਨ ਦਿਓ ਜੀ। ਜੰਗਲਾਤ ਦੀ ਧੱਜੀਆਂ, ਯੂ ਆਰ ਨਾਟ ਟੂ। ਇੱਕ ਪੇੜ ਕੱਟਣਾ ਕਿੱਡਾ ਵੱਡਾ ਜੁਰਮ ਹੈ, ਮਗਰ ਇਸ ਬੰਦੇ ਨੂੰ ਕੋਲ ਕਿਹੜੀ ਇਹੀ ਜੀ ਤਾਕਤ, ਕਿਹੜੀ ਇਹੀ ਜੀ ਸ਼ਕਤੀ? ਕੱਲਾ ਚੰਨੀ। ਇਹਦੇ ਲਈ ਕਾਨੂੰਨ ਵੱਖਰੇ, ਜੇ ਹੋਰ ਕੋਈ ਟਾਲੀ ਵੱਟੇ ਤੇ ਉਹਦੇ ਲਈ ਕਾਨੂੰਨ ਵੱਖਰੇ। ਫਿਰ ਵਕਫ ਬੋਰਡ ਦੀ ਜ਼ਮੀਨ ਹੋਵੇ, ਪੰਚਾਇਤ ਦੀ ਜ਼ਮੀਨ ਹੋਵੇ, ਸੈਂਟਰ ਦੀ ਜ਼ਮੀਨ ਹੋਵੇ, ਕਿਹਦੀ? ਪ੍ਰਦੇਸ਼ ਸਰਕਾਰ। ਉਹ ਚਲੋ ਸੂਬੇ ਦੀ ਸਰਕਾਰ ਦੀ ਹੋਵੇ, ਇਹਨੂੰ ਹਰ ਜਗ੍ਹਾ ਮਾਈਨਿੰਗ ਕਰਨ ਦਾ ਅਧਿਕਾਰ ਹੈ। এনवायरमेंटल ਕਲੀਅਰੈਂਸ ਦੀ ਲੋੜ ਕੋਈ ਨਹੀਂ। ਐਨਜੀਟੀ ਦੀ ਸਾਰੀ ਧੱਜੀਆਂ ਕਿ ਤੁਸੀਂ ਕਿਸ਼ਤੀ ਨਹੀਂ ਲਾ ਸਕਦੇ, ਉਹ ਕਿਸ਼ਤੀ ਵੀ ਇਹ ਲਾਉਂਦਾ। ਤੁਸੀਂ ਫੋਕਲੇਨ ਨਹੀਂ ਵਰਤ ਸਕਦੇ, ਫੋਕਲੇਨ ਵੀ ਵਰਤਦਾ। ਤੁਸੀਂ ਇੱਕ ਗੱਲ ਨਹੀਂ ਛੱਡੋ, ਐਵਰੀ ਰੂਲ ਇਨ ਦਾ ਬੁੱਕ ਹੈਜ਼ ਬੀਨ ਬ੍ਰੋਕਨ, ਐਵਰੀ ਰੂਲ ਐਂਡ ਬਲੇਟੈਂਟਲੀ ਬ੍ਰੋਕਨ। ਸਰਪ੍ਰਸਤੀ ਕਿਹਦੀ? ਚਰਨਜੀਤ ਸਿੰਘ ਚੰਨੀ ਦੀ, ਹਨੀ ਦੀ ਔਰ ਕਾਂਗਰਸ ਪਾਰਟੀ ਦੀ। ਜਿਹੜਾ ਇਹ 1.5 ਰੁਪਿਆ ਹੈ, ਇਹ ਕੱਲੀ ਇਹਦਾ ਨਹੀਂ, ਜਿੰਨੀ ਵੀ ਮਾਈਨਿੰਗ ਅੱਜ ਤੱਕ ਉਸ ਏਰੀਏ ਦੇ ਵਿੱਚ ਹੋਈ ਹੈ ਤੇ ਪੰਜਾਬ 'ਚ ਹੋ ਰਹੀ ਹੈ, ਉਹਦਾ 1.5 ਰੁਪਿਆ ਪ੍ਰਤੀ ਫੁੱਟ, ਜਿਹਦੇ ਕਾਗਜ਼ ਵੀ ਤੁਹਾਡੇ ਅੱਗੇ ਰੱਖਾਂਗੇ, ਚੰਨੀ ਹਨੀ ਨੂੰ ਜਾਂਦਾ ਹੈ। ਕਾਂਗਰਸ ਨੂੰ ਜਾ ਰਿਹਾ, ਲੀਡਰਸ ਨੂੰ ਜਾ ਰਿਹਾ। ਮਾਲ ਖੱਤੇ 'ਚੋਂ ਜਾਣ ਲੱਗ ਗਿਆ, ਇਹ ਮੰਨ ਲਓ ਗੱਲ ਨੂੰ ਏਦਾਂ। ਮੈਂ ਕਿਹਾ ਚੱਲ, ਮੈਂ ਕਿਹਾ ਬਿੰਦਰ ਆਪਣੀ ਵੀ ਜ਼ਮੀਨ ਹੈਗੀ ਹੈ। ਮੈਂ ਕਿਹਾ ਜਿਹੜਾ ਉਹ 1.5 ਰੁਪਿਆ ਉਹਦੇ 'ਚ ਆਪਾਂ ਨੂੰ ਤਾਂ ਕੁਝ ਮਿਲਦਾ ਨਹੀਂ, ਉਹਦਾ ਸਾਰਾ ਜਾਂ ਸੀਐਮ ਸਾਹਿਬ ਨੂੰ ਜਾਂ ਹਨੀ ਦੇ ਜਾ ਰਿਹਾ। ਮੈਂ ਕਿਹਾ ਉਹ ਸ਼ੋਕਪਾਲ ਹੈ ਕੋਈ ਪੱਤਰਕਾਰ ਇੱਥੇ ਦਾ, ਸਾਲਾ ਜਗਤਪੁਰ ਦਾ, ਪਤਾ ਨਹੀਂ ਕਿੱਥੇ ਜੀ। ਹਾਂ, ਉਹ ਬਿੱਲੇ ਵਾਲਾ ਉਹ ਫੋਨ ਮਾਰੀ ਜਾਂਦਾ ਡੀਐਫ ਨੂੰ, ਕਦੇ ਕਿਸੇ ਨੂੰ। ਤੁਹਾਨੂੰ ਫੋਨ ਆਇਆ ਸੀਗਾ ਹਨੀ ਦਾ ਜੀ, ਕਹਿੰਦਾ ਯਾਰ ਉਹਦੇ ਨਾਲ ਕਰ ਲਾ ਗੱਲ ਜਾ ਕੇ। ਬੁਲਾਇਆ ਉਹਨੂੰ ਪੂਰੇ ਦੁਕਾਨ ਕੋਲ। ਮੈਂ ਕਿਹਾ ਆ ਜਾ ਉੱਥੇ ਨੂੰ, ਤੈਨੂੰ ਦੱਸ ਕਿਆ ਤਕਲੀਫ ਹੈ ਜੰਗਲਾਤ ਦੀ, ਤੈਨੂੰ ਭੈਣ ਜੋ ਦੱਸ ਕਿਆ ਜੰਗਲਾਤ ਦਾ ਹੋਇਆ। ਹਾਂ, ਰੋਜ਼ ਫੋਨ ਮਾਰੀ ਜਾਂਦੇ ਕਦੇ ਕਿਸੇ ਨੂੰ। ਅੱਛਾ, ਇਹ ਮੈਂ ਦੱਸਿਆ ਨਹੀਂ ਅਜੇ ਭਾਜੀ ਵੀ ਇਹ ਸਮਝ ਲਓ ਵੀ ਆਪਾਂ ਕੁਦਰਤੀ ਆ ਗਏ, ਤੁਹਾਨੂੰ ਦਿਖਾਣਾ ਆ ਗਿਆ ਮੈਂ। ਅੱਛਾ, ਇਹ ਤਾਂ ਨਾ ਇਹ ਤਾਂ ਉਹ ਫਿਰਦਾ ਇਹਨੂੰ ਜਦੋਂ ਸਾਡੇ ਕੋਲ ਆਇਆ, ਮੈਂ ਕਿਹਾ ਭਾਈ ਗੱਲੀ ਬਾਤੀ ਨੋ ਐਂਟਰੀ, ਜਾਓ ਇੱਥੋਂ। ਆ ਸੁਣਨ ਵਾਲੀ ਗੱਲ ਹੈ। ਉਹ ਪਿੱਛੇ ਬੂਟੇ ਬਾਟੇ ਵੀ ਦਿਖਾਓ। ਅਗਰ ਕੋਈ ਹੈ ਚੰਨੀ ਜੀ ਦੀ, ਜੋ ਮੌਜੂਦਾ ਹੁਣ ਚੀਫ ਮਿਨਿਸਟਰ ਹੈ, ਉਹ ਇਕਬਾਲ ਅੰਕਲ ਹੈ। ਵਧਾਈ ਵਾਲੀ ਗੱਲ ਹੈ ਜੀ, ਬਹੁਤ ਅੱਛਾ ਕੰਮ ਕਰ ਰਹੇ। ਨਹੀਂ ਠੀਕ ਹੈ ਜੀ, ਬਹੁਤ ਵਧਾਈ, ਬੰਦਾ ਵਧੀਆ, ਬਹੁਤ ਵਧੀਆ ਕੰਮ ਕਰ ਰਿਹਾ। ਆਜੋ
बस पर अगे आ जेडे इत्थे भी लगे सी बूटे जिथों आपां रेता चुक्या आओ जी आ दिख रहे हैं बूटे प्लांटेशन दिख रही ये सब प्लांटेशन चक्की है अब प्लांटेशन कवर ਆ ਬੂਟੇ ਲਾਏ ਆ ਜੀ ਆ ਤੌਲੀਏ ਬਣਾਏ ਆ ਬੂਟੇ ਲਾਏ प्लांट्स रखे हुए ਆ ਬੂਟੇ फ्यूचर यूज वास्ते इतने ला रहे सी ਆ ਹੁਣ ਬੂਟੇ ਕਵਾਲ ਸੋਹਣੇ ਤੇ ਰੱਖਣੇ ਨਹੀਂ ਸੀ ਲਿਆ ਕੇ ਉਹਨੇ ਤਾਂ ਰੇਤਾ ਪੁੱਟਣਾ फॉरेस्ट लैंड है फॉरेस्ट डिपार्टमेंट लैंड है ये सारी आ देखो प्लांटेशन हुई हुई एक तो माइनिंग चल रही है सारी फॉरेस्ट लैंड है पीछे तक इतों लैके वो बन है वो बन दी फॉरेस्ट है ਉਹ ਇੰਟਰੋਡਕਸ਼ਨ ਜਦੋਂ ਹੋ ਰਹੀ ਆ ਉਹ ਬੰਦਾ ਕਹਿੰਦਾ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ ਕਵਾਲ ਸਿੰਘ ਕਹਿੰਦਾ ਥੈਂਕ ਯੂ ਕਰ ਰਿਹਾ ਮਤਲਬ ਤੁਸੀਂ ਵੇਖੋ ਦਿਨ ਦਿਹਾੜੇ ਔਰ ਕੋਈ ਗੁੱਸਾ ਨਾ ਕਰਿਓ ਜੀ ਮੇਰੀ ਗੱਲ ਦਾ ਪੱਤਰਕਾਰ ਦਾ ਇੱਕ ਦਾ ਜ਼ਿਕਰ ਆਇਆ ਹਨੀ ਫੋਨ ਕਰਕੇ ਕਹਿ ਰਿਹਾ ਕਿ ਉਹ ਜਾ ਕੇ ਭਾਈ ਉਹਦੀ ਸੇਵਾ ਸੁਭਾ ਕਰਦੇ ਕਿਸੇ ਦੀ ਹਿੰਮਤ ਨਹੀਂ ਸੀ ਵੇਖੋ ਦਿਨ ਦਿਹਾੜੇ ਦਿਸ ਇਜ਼ ਬ੍ਰੌਡ ਡੇ ਲਾਈਟ ਐਂਡ ਦਿਸ ਮਾਈਨਿੰਗ ਯੂਜ਼ ਟੂ ਗੋ ਔਨ 24 ਆਵਰਸ ਇੱਕ ਸਕਿੰਟ ਦਾ ਸਟਾਪੇਜ ਨਹੀਂ ਡੀਸੀ ਐਸਐਸਪੀ ਆਈਜੀ ਆਲ ਪੁੱਟ ਟੂ ਸਲੀਪ ਸੌ ਗਏ ਸਵਾਤਾ ਉਹਨਾਂ ਨੂੰ ਕਿ ਤੁਸੀਂ ਨੇ ਨਜ਼ਰ ਨਹੀਂ ਕਰਨੀ ਇਸ ਬੰਦੇ ਦੀ ਐਡੀ ਤਾਕਤ ਸੀ ਇਹ ਤਾਕਤ ਕਿਵੇਂ ਚੰਨੀ ਉਹਦਾ ਹਲਕਾ ਮੁੱਖ ਮੰਤਰੀ ਦਾ ਹਲਕਾ ਹੋਵੇ ਐਡੇ ਧੜੱਲੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਹੋਵੇ ਤੇ ਚੰਨੀ ਸਾਹਿਬ ਨੇ ਕਦੇ ਬਿਆਨ ਦਿੱਤਾ ਕਿ ਮੈਂ ਇਲੀਗਲ ਮਾਈਨਿੰਗ ਰੋਕੂੰਗਾ ਆਪਦੇ ਹਲਕੇ ਜਾ ਕੇ ਜਸਟੀਫਾਈ ਕਰ ਰਹੇ ਉੱਥੇ ਸਾਈਟ ਵਿਜ਼ਿਟ ਹੋਈ ਆ ਅਗਲੇ ਦਿਨ ਸਾਰੀਆਂ ਮਸ਼ੀਨਾਂ ਗਾਇਬ ਕੀਤੀਆਂ ਸਭ ਕੁਝ ਕੀਤਾ ਅੱਗੇ ਦਿਖਾਉਣੀ ਕੁਝ ਅੱਜ ਲਈ ਮੈਂ ਕਹਿੰਦਾ ਇੰਨਾ ਬੜਾ ਤੁਹਾਡੇ ਤੋਂ ਹੁਣ ਸਾਂਭਿਆ ਨਹੀਂ ਜਾਣਾ ਕੰਮ ਚਲੋ ਇੱਕ ਵਿਖਾ ਦਿੰਨੇ ਹੋਰ ਬਾਕੀ ਨਹੀਂ ਵਿਖਾਉਣੀ कितना बढ़िया काम है दिखा के ਸੈਕੰਡ किवें मुंडिया मान साहब ਦੋ ਨੰਬਰ ਵਿਖਾ ਰਹੇ ਹਾਂਜੀ 2 ਨੰਬਰ ਆ ਚੱਲ ਹੁਣ ਬਿੰਦਰ ਦੀ ਦੁਕਾਨ ਲੱਗੇ ਜੀ ਇਕਬਾਲ ਸਰਪੰਚ ਦੇ ਮੁੰਡੇ ਦੀ ਇਹਦੇ ਵਿੱਚ ਜਦ ਵੀ ਕਿਤੇ ਅੱਗੇ ਵੀਡੀਓਜ਼ ਦੇ ਵਿੱਚ ਵੀ ਮੰਤਰੀ ਸਾਹਿਬ ਦਾ ਜ਼ਿਕਰ ਆਏਗਾ ਮੰਤਰੀ ਬਹੁਤ ਜਗ੍ਹਾ ਆਂਦਾ ਹੈ ਮੈਂ ਉਹਨੂੰ ਕਹਿਣਾ ਹੈ ਬਿੰਦਰ ਨੂੰ ਕਿ ਯਾਰ ਤੁਸੀਂ ਉਹਨੂੰ ਹੱਲੇ ਵੀ ਮੰਤਰੀ ਉਹ ਬੁਲਾਈ ਜਾਂਦੇ ਹੋ ਵੀ ਉਹ ਸੀਐਮ ਬਣ ਗਿਆ ਉਹਨੇ ਜ਼ੋਰ ਲਾ ਕੇ ਸੀਐਮ ਬਣਿਆ ਤੁਸੀਂ ਗੱਲ ਤੇ ਉਹਦੀ ਡਿਮੋਸ਼ਨ ਕਰ ਦਿੰਦੇ ਹੋ ਉਹ ਕਹਿੰਦਾ ਭਾਜੀ ਸਾਡਾ ਤਾਂ ਮੰਤਰੀ ਉਹ ਹੈ ਨਾ ਸਾਡੀ ਤਾਂ ਜ਼ੁਬਾਨ ਤੇ ਹੀ ਮੰਤਰੀ ਚੜਿਆ ਹੋਇਆ ਤੇ ਉਹ ਮੂੰਹ ਤੋਂ ਨਿਕਲ ਜਾਂਦਾ ਕੀ ਕਰੀਏ ਸੀਐਮ ਹੀ ਹੈ ਸਰ ਜੀ ਬਿੰਦਰ ਜੀ ਠੀਕ ਆ ਅਜੀਵਾਲ ਸੰਧੂ ਇਹ ਅਰਵਿੰਦਰ ਸਿੰਘ ਜੀ ਇਕਬਾਲ ਸਰਪੰਚ ਸਾਹਿਬ ਦੇ ਬੇਟਾ ਜੀ ਇਹ ਮਿਸਟਰ ਮਾਨ ਨੇ ਸਰਦਾਰ ਅਜੀਵਾਲ ਸਿੰਘ ਸੰਧੂ ਜੀ ਹਾਂਜੀ ਹਲੇ ਬੂਟੇ ਬਾਟੇ ਜੰਗਲਾਤ ਦੇ ਸਾਰੇ ਹੀ ਸਭ ਚੱਕਦਾ ਜੰਗਲਾਤ ਆਪਣਾ ਭਰਾਏ ਆ ਆਪਣੇ ਭਾਈਵਾਲ ਆ ਅੱਗੇ ਜਾ ਕੇ ਆਪਾਂ ਲਾ ਦੇਣੇ ਆ ਬਸ ਨਹੀਂ ਐਸੇ ਬੂਟੇ ਤਾਂ ਛੱਡ ਦਿੰਦਾ ਤਾਂ ਮੰਤਰੀ ਵੀ ਵਿੱਚੇ ਚੁੰਡਦੇ ਮੰਤਰੀ ਦਾ ਉਹ ਕਿਆ ਕਹਿੰਦੇ ਹੁੰਦੇ ਆਪਣਾ ਇਤਨਾ ਜੇ ਦੁਬਾਰਾ ਮੇਰੇ ਸਾਹਮਣੇ ਮੰਤਰੀ ਕਿਹਾ ਨਾ ਸੀਐਮ ਨੂੰ ਪ੍ਰਮੋਸ਼ਨ ਕਰਾਂਦਾ ਉਹਨੂੰ ਸੀਐਮ ਨਾ ਬਣਨ ਦਿਓ ਨਹੀਂ ਜੰਗਲਾਤ ਦਾ ਤਾਂ ਮੰਤਰੀ ਆ ਨਾ ਚੀਫ ਮਿਨਿਸਟਰ ਹੈ ਜੰਗਲਾਤ ਇਹ ਉਹਦੇ ਕੋਲ ਹੈ ਨਾ ਭਾਈ ਜੀ ਸੀਐਮ ਕੋਲ ਮਹਿਕਮਾ ਹੈਗਾ ਨਾ ਸੀਐਮ ਕੋਲ ਤੂੰ ਦੁਬਾਰਾ ਮੇਰੇ ਸਾਹਮਣੇ ਮੰਤਰੀ ਕਿਹਾ ਮੈਂ ਤੈਨੂੰ ਕੁੱਟ ਦੇਣਾ ਮੂੰਹ ਪਰ ਚੜਿਆ ਹੁਣ ਕੀ ਕਰੀ ਜਾਂਦਾ ਮੈਂ ਤੈਨੂੰ ਕੁੱਟ ਦੇਣਾ ਮੈਂ ਸਾਫ਼ ਦੱਸਦਾ ਤੂੰ ਮੰਤਰੀ ਇੱਕ ਵਾਰੀ ਹੋਰ ਕਹਿ ਤੇਰੀ ਕਟਾਈ ਮੈਂ ਅਗਲਾ ਮਰਨੇ ਨੂੰ ਹੋਇਆ ਪਿਆ ਕਿ ਮੇਰੀ ਡਿਮੋਸ਼ਨ ਨਾ ਹੋ ਜਾਏ ਇਹ ਮੰਤਰੀ ਬਣਾ ਦਿੰਨੇ ਜਦੀ ਆਇਆ ਤੂੰ ਇਹ ਨਾ ਵੀਡੀਓ ਮੇਰੇ ਕੋਲੇ ਭਾਊ ਲੈ ਕੇ ਆਇਆ ਮੈਂ ਯਾਰ ਪੱਤਰਕਾਰ ਇਹ ਜੇ ਇਹਨਾਂ ਨੇ ਕਹਿਣਾ ਮੰਤਰੀ ਤਾਂ ਹੋਰ ਕਿਸੇ ਦੀ ਗੱਲ ਹੋ ਰਹੀ ਹੈ ਮੈਂ ਤੂੰ ਜਾ ਕੇ ਤਸੱਲੀ ਕਰਾ ਕੇ ਆ ਕਿ ਮੰਤਰੀ ਆ ਕਿ ਮੁੱਖ ਮੰਤਰੀ ਆ ਤੁਹਾਡੇ ਲਈ ਵੀ ਬੜਾ ਕੁਝ ਕਰਨਾ ਪਿਆ ਕਿਉਂਕਿ ਤੁਸੀਂ ਨਹੀਂ ਅੱਧੀ ਗੱਲ ਮੰਨਦੇ ਫਿਰ ਉਹ ਭਰਦਵਾਜ ਸਾਹਿਬ ਤੁਸੀਂ ਕਾਲੇ ਪਲੀਜ਼ ਅੱਜ ਕਾਲਾ ਨਾ ਵਿਖਾਓ ਤੁਸੀਂ ਬਜ਼ੁਰਗ ਬੰਦੇ ਹੋ ਇਸ ਉਮਰ 'ਚ ਤਾਂ ਵੈਸੇ ਹੀ ਕਾਲਾਪਨ ਸ਼ੋਭਦਾ ਨਹੀਂ ਆ ਚੱਲ ਲੱਗੇ ਉਹਨੇ ਦਾ ਉਹ ਭਰਾਵਾ ਇੰਨਾ ਕਿੱਥੋਂ ਬਰੀਫ ਹੋਣਾ ਹਿੰਦੀ 'ਚ ਇਹਦਾ ਪੰਜਾਬੀ ਭੁੱਲ ਗਏ ਇਹਨੇ ਦੱਸਦੇ ਇਹ ਮੰਤਰੀ ਕਹੇ ਜਾਂਦੇ ਲੋਕਾਂ ਨੇ ਤਾਂ ਕਹਿਣਾ ਹੀ ਹੈਗਾ ਅੱਛਾ ਗੱਲ ਹਾਂ ਆ ਸੁਣ ਲਿਓ ਜੀ ਦੋ ਹੁਣ ਦਿਖਾਉਣੀ ਅਗਲੀ ਹਾਂ ਚਲੋ
ਚਲੋ ਹੁਣ ਬਸ ਕਰੋ ਜੀ, ਤੁਹਾਨੂੰ ਅਗਲਾ ਕੰਮ, ਹੁਣ ਅਗਲਾ ਮਟੀਰੀਅਲ ਫੇਰ ਦਵਾਂਗੇ। ਹੁਣ ਮੈਂ ਇੱਕ ਹੋਰ ਗੱਲ ਦੱਸ ਦਿਆਂ ਜੀ ਤੁਹਾਨੂੰ, ਇਹ ਆਪ ਦੀ ਗੱਲ ਦੱਸ ਦੇਣਗੇ ਤੁਸੀਂ ਨਾ ਜੀ। ਇੱਕ ਕਿਉਂਕਿ ਭਰਤਵਾਜ ਸਾਹਿਬ ਨੇ ਸਵਾਲ ਕੀਤਾ, ਦਰਸ਼ਨ ਜੀ ਆਪ ਦੀ ਇੰਟਰੋਡਕਸ਼ਨ ਆਪ ਦੇਣਗੇ, ਮਗਰ ਇੱਕ ਗੱਲ ਮੰਨ ਕੇ ਚੱਲੋ, ਮੈਂ ਤੁਹਾਨੂੰ ਵੀ ਫॉर द ਸੇਕ ਆਫ ਹਿਸ ਸਿਕਿਉਰਿਟੀ, ਹਿਸ ਸੇਫਟੀ, ਕਿਉਂਕਿ ਇਹਨੂੰ ਰਾਤ ਨੂੰ ਹੀ ਇਹ ਮੈਸੇਜ ਵਿਖਾਉਣਗੇ। ਜਿਹੜਾ ਮਨਮੋਹਨ ਸਿੰਘ ਉਹਨਾਂ ਦਾ ਭਰਾ ਹੈ, ਇਹਨਾਂ ਦਾ ਫੋਨ ਬੰਦ ਸੀ, ਉਹ ਮਿਸਡ ਕਾਲ ਆਈ ਹੋਈ ਆ। ਕੀ ਨਾਂ ਦਾ? ਗੁਰਪ੍ਰੀਤ ਸਿੰਘ ਸਨ ਆਫ ਮਨਮੋਹਨ ਸਿੰਘ, ਜਿਹੜੇ ਚਰਨਜੀਤ ਕੀ ਛੋਟਾ ਨਾਂ ਕੀ ਹੈ ਇਹਨਾਂ ਦੇ? ਸਭ ਨੇ ਛੋਟੇ। ਗੁਰਪ੍ਰੀਤ ਸਿੰਘ ਗੱਟੀ। ਗੱਟੀ, ਗੁਰਪ੍ਰੀਤ ਗੱਟੀ, ਸਾਰਿਆਂ ਨੇ ਇਹਨਾਂ ਨੇ ਰੱਖੇ ਆ ਨਾ ਛੋਟੇ ਛੋਟੇ ਨਾਂ ਕਈ। ਗੁਰਪ੍ਰੀਤ ਗੱਟੀ ਸਨ ਆਫ ਮਨਮੋਹਨ ਸਿੰਘ, ਉਹ ਜਿਹੜਾ ਬ੍ਰਦਰ ਦਾ, ਉਹ ਇਹਨੂੰ ਰਾਤ ਥ੍ਰੈਟ ਕਰ ਰਿਹਾ ਸੀ। ਸੋ ਮੇਰੀ ਤੁਹਾਨੂੰ ਇੱਕ ਬੇਨਤੀ ਹੈ that ਮੈਂ ਤਦੇ ਇੱਥੇ ਵਕੀਲ ਸਾਹਿਬ ਬੈਠੇ ਆ, that there is a serious threat to his life। ਇਹ ਬੰਦਾ ਸਾਹਮਣੇ ਆਇਆ, ਇੱਕ ਐਕਸਪੋਜ਼ੇ ਲੈ ਕੇ ਆਇਆ ਤੁਹਾਡੇ ਸਾਹਮਣੇ, ਔਰ ਮੈਂ ਚਾਹੁੰਦਾ ਸੀਗਾ ਕਿ ਇਹ ਸਿੱਧੇ ਹੀ ਤੁਹਾਡੇ ਸਾਹਮਣੇ ਸਾਰੀ ਗੱਲਾਂ ਇਹ ਆਪ ਕਰਨ। ਇਸ ਲਈ ਕਾਈਂਡਲੀ ਇਹਦੀ ਸੀਰੀਅਸ ਲਾਈਫ ਨੂੰ ਥ੍ਰੈਟ ਹੈ, ਔਰ ਇਹ ਆਪ ਦੱਸ ਦੇਣਗੇ ਇਹਨਾਂ ਨਾਲ ਕੀ ਹੋ ਰਿਹਾ, ਇਹਨਾਂ ਦੀ ਲਾਈਫ ਨੂੰ ਥ੍ਰੈਟ ਵਾਸਤੇ ਕੀ ਕੁਝ ਇਹਨਾਂ ਨੂੰ ਥ੍ਰੈਟ ਦਿੱਤੇ। ਯਾਰ ਤੂੰ ਆਪ ਦੀ ਗੱਲ ਦੱਸ ਦੇ। ਟਾਕ ਅਬਾਊਟ ਜਿਹੜਾ ਤੈਨੂੰ ਫੋਨ ਆਇਆ ਕੀ ਆ ਉਹਦਾ? ਮੇਰਾ ਨਾਮ ਦਰਸ਼ਨ ਸਿੰਘ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹੂੰਗਾ ਕਿ ਐਜ਼ ਆਫ ਨਾਓ ਹੁਣ अशोक कुमार चांडक होंगे ते एक गुरप्रीत सिंह और चीफ मिनिस्टर के ब्रदर मनमोहन सिंह होंगे। मैनू इन्हां वल्लों इस इलीगल सैंड माइनिंग दे उत्ते रिसर्च की है, काम किया है ते एडिक्वेट प्रूफ्स एंड वीडियोस स्टिंग ऑपरेशन किए ने, जो कि बहुत ने बहुत ਇਹਦੇ ਵਿੱਚ अलग-अलग ठेकेदार, अलग कांग्रेस के लीडर्स, अलग-अलग ਜਿਹੜੇ लोकल किरदार, ਭੁਪਿੰਦਰ ਹਨੀ, चीफ मिनिस्टर इकबाल सिंह, ਬਿੰਦਰ ਸਿੰਘ, राकेश कुमार चौधरी, ਇਹਨਾਂ ਦੇ ਉੱਤੇ ਮਟੀਰੀਅਲ ਹੈ ਸਟਿੰਗ ਆਪਰੇਸ਼ਨ ਸੇ, ਜਿਹੜੇ ਅਗਲੀ ਪ੍ਰੈਸ ਕਾਨਫਰੰਸਸ ਦੇ ਵਿੱਚ ਵੀ ਤੁਹਾਡੇ ਸਾਹਮਣੇ ਰੱਖਾਂ। ਸੋ ਪਹਿਲਾਂ ਤਾਂ ਮੈਨੂੰ ਜਿਹੜਾ ਥ੍ਰੈਟ ਸੀਗਾ ਉਹਦੇ ਬਾਰੇ ਮੈਂ ਤੁਹਾਡੇ ਅੱਗੇ ਲਿਆਂਦਾ। ਦੂਜਾ, ਰੋਪੜ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਇਲੀਗਲ ਸੈਂਡ ਮਾਈਨਿੰਗ ਦਾ ਮਾਫੀਆ ਚੱਲ ਰਿਹਾ ਹੈ, ਇਹ ਜਿਹੜਾ ਮਾਫੀਆ ਚੱਲ ਰਿਹਾ ਹੈ, ਮੈਂ ਪਹਿਲਾਂ ਵੀ ਇਹਦੇ ਖਿਲਾਫ ਆਵਾਜ਼ ਉਠਾਈ ਹੈ। ਸਨ 2020 ਦੇ ਵਿੱਚ ਡਿਬੇਟਸ ਕੀਤੀਆਂ ਨੇ, ਟੀਵੀ ਪ੍ਰੋਗਰਾਮਸ ਕੀਤੇ ਨੇ ਇੰਡੀਵਿਜੂਅਲੀ ਕਾਫੀ, ਬਟ ਉਹਦਾ ਕੋਈ ਅਸਰ ਨਹੀਂ ਪਿਆ। 2021 ਚ ਆਰਟੀਆਈਜ਼ ਪਾਈ, ਲੇਕਿਨ ਸਾਰੀ ਆਰਟੀਆਈਜ਼ ਦੱਬ ਦਿੱਤੀਆਂ ਗਈਆਂ। ਰੋਪੜ ਦੇ ਵਿੱਚ ਜਿੱਥੇ ਜਿਹਦੀ ਤੁਹਾਨੂੰ ਵੀਡੀਓ ਦਿਖਾਈ ਹੈ, ਇੱਥੇ ਨੇੜੇ ਮੇਰਾ ਜ਼ਮੀਨ ਹੈ, ਮੇਰੇ ਫਾਰਮ ਹੈ ਨੇੜੇ। ਜਦ ਉੱਥੇ ਮਾਈਨਿੰਗ ਚੱਲੀ ਤੇ ਉੱਥੇ ਮਾਈਨਰ ਮਿਨਰਲਸ ਦੀ ਲੁੱਟ ਵੇਖ ਕੇ, ਪੰਜਾਬ ਦੇ ਕੋਲ ਇੱਕੇ ਸਰੋਤ ਹੈ ਰੇਤਾ ਬਜਰੀ, ਉਹਦੀ ਲੁੱਟ ਘਸੁੱਟ, ਜਿਹੜੀ ਇਨਵਾਇਰਨਮੈਂਟ ਨੂੰ ਖਤਰਾ, ਜੋ ਇਕੋਲੋਜੀ ਤਬਾਹ ਕੀਤੀ ਜਾ ਰਹੀ ਹੈ ਉੱਥੇ, ਬੋਟਸ ਬੇੜੇ ਚਲਾ ਕੇ, ਜਿਹੜੇ ਕਿ ਐਨਜੀਟੀ ਵੱਲੋਂ, ਹਾਈ ਕੋਰਟ ਵੱਲੋਂ ਪ੍ਰੋਹਿਬਿਟਡ ਨੇ। 40-40, 60-60 ਫੁੱਟ ਤੱਕ ਬੇੜੇ ਪਾਣੀ ਦੇ ਵਿੱਚ ਚੱਲਦੇ ਨੇ, 40-40, 60-60 ਫੁੱਟ ਤੱਕ ਰਿਵਰ ਬੈਡ ਨੂੰ ਇਰੋਡ ਕਰ ਦਿੰਦੇ ਆ, ਨਾਲ ਦੀ ਜ਼ਮੀਨਾਂ ਵਿੱਚ ਗਿਰ ਜਾਂਦੀਆਂ, ਖਤਮ ਕੀਤਾ ਜਾ ਰਿਹਾ। ਔਰ ਇਹ ਸਾਰਾ ਕੁਝ ਕਦ ਤੋਂ ਸ਼ੁਰੂ ਹੋਇਆ? ਜਦ ਤੋਂ ਚੰਨੀ ਜੀ ਮੁੱਖ ਮੰਤਰੀ ਪੰਜਾਬ ਦੇ ਬਣੇ ਨੇ। ਤੇ ਇਸ ਦੇ ਰਿਗਾਰਡਿੰਗ ਮੈਂ ਇਹ ਸਾਰੀ ਚੀਜ਼ ਨੂੰ ਜਦ ਦੇਖਿਆ ਤੇ ਮੈਂ ਕਿਹਾ ਕਿ ਇਹਦੇ ਉੱਤੇ ਤਾਂ ਕੋਈ ਅਸਰ ਨਹੀਂ ਹੋ ਸਕਿਆ। ਪੰਜਾਬ ਦੇ ਦਰਦ ਨੂੰ ਦੇਖਦੇ ਹੋਏ, ਸਾਡੇ ਇਨਵਾਇਰਨਮੈਂਟ ਨੂੰ ਜੋ ਆਲਰੇਡੀ ਇੰਨਾ ਫਰਜਾਈਲ ਹੈ, ਲੋਇੰਗ ਵਾਟਰ ਟੇਬਲਸ ਜਾਂਦੇ ਨੂੰ ਦੇਖ ਕੇ, ਜੋ ਸਟੇਟ ਦੀ ਲੁੱਟ ਹੋ ਰਹੀ ਹੈ, ਕਹਿੰਦੇ ਅਸੀਂ ਰੇਤੇ ਤੋਂ ਪੈਸਾ ਕਮਾਵਾਂਗੇ, ਲੇਕਿਨ ਰੇਤੇ ਤੋਂ ਤਾਂ ਪੈਸਾ ਕੋਈ ਨਹੀਂ ਕਮਾ ਰਿਹਾ, ਇਹਨਾਂ ਦੀ ਆਪਣੀਆਂ ਜੇਬਾਂ 'ਚ ਜਾ ਰਿਹਾ ਹੈ। ਇਹ ਸਾਰੀ ਚੀਜ਼ ਨੂੰ ਦੇਖ ਕੇ ਮੈਂ ਇਹਦਾ ਬੇੜਾ ਆਪ ਚੱਕਿਆ। ਆਈ ਬੀਫ੍ਰੈਂਡਡ ਥੀਸ ਪੀਪਲ। ਮੈਂ ਇਹਨਾਂ ਦੇ ਸਰਕਲ 'ਚ ਗਿਆ, ਗੱਲਾਂ ਬਾਤਾਂ ਕੀਤੀਆਂ, ਆਪਣੇ ਐਡਿਕੁਏਟ ਰਿਸਰਚ ਕਰਕੇ ਪ੍ਰੂਫਸ ਇਕੱਠੇ ਕੀਤੇ, ਜੋ ਕਿ ਤੁਹਾਡੇ ਸਾਹਮਣੇ ਰੱਖੇ। ਐਂਡ ਅੱਜ ਤਾਂ ਸਿਰਫ ਇੱਕ ਛੋਟਾ ਜੀ ਲੜੀ, ਛੋਟਾ ਜਿਹਾ ਤੁਹਾਡੇ ਅੱਗੇ ਵੀਡੀਓ 2 ਰੱਖੇ ਨੇ। ਅੱਗੇ ਆਉਣ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਤੁਹਾਡੇ ਅੱਗੇ ਹੋਰ ਰੱਖਾਂਗੇ।
आप क्या हैं? सोशल वर्क है, पॉलिटिकल एक्टिविस्ट हैं, आरटीआई एक्टिविस्ट हैं? ਮੈਂ ਦੱਸ ਦਿੰਦਾ ਮੈਡਮ, ਇਹ ਇਹਨਾਂ ਨੇ ਪਹਿਲਾਂ ਵੀ ਐਕਸਪਲੇਨ ਕੀਤਾ, ਹੀ ਇਜ਼ ਗॉट ਲੈਂਡ ਇਨ ਰੋਪੜ ਐਂਡ ਜਿਹੜਾ ਇਹ ਮਾਈਨਿੰਗ ਇਲੀਗਲ ਮਾਈਨਿੰਗ ਜਿਹੜੀ ਹੋ ਰਹੀ ਸੀ ਵਿਚ ਵਾਸ ਨਾਟ ਅਪਰੂਵਡ ਬਾय NGT, ਇਹ ਬਿਲਕੁਲ ਇਹਨਾਂ ਦੇ ਫਾਰਮ ਦੇ ਨੇੜੇ ਹੋ ਰਹੀ ਸੀ ਐਂਡ ਹਾਊ ਬਲੇਟੈਂਟਲੀ ਦਿਨ ਦਿਹਾੜੇ 24 ਆਵਰਸ 24/7 ਡੇ ਇਨ ਐਂਡ ਡੇ ਆਊਟ 3-4 ਮਹੀਨੇ ਤੋਂ ਜਦੋਂ ਦੇ ਚੰਨੀ ਸਾਹਿਬ ਬਣੇ ਕਿਵੇਂ DC SSP IG DIG DFO ਫੋਰੈਸਟ ਮਹਿਕਮਾ ਸਾਰੇ ਮਹਿਕਮੇ ਸਬ ਸਰਵੀਐਂਟ ਬਣ ਗਏ ਸੀ ਕਾਂਗਰਸ ਆਗੂ ਦੇ। ਉਹਨਾਂ ਨੇ ਸਾਰੀ ਚੀਜ਼ਾਂ ਨੂੰ ਵੇਖਦਿਆਂ ਨੂੰ ਹਾਈਲਾਈਟ ਕਰਨ ਦਾ ਮਨ ਬਣਾਇਆ। ਹਾਂਜੀ ਇੱਕ 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 ਲੈ ਲਾ ਜੀ ਫਿਰ ਤੁਹਾਡੇ ਕੋਲ। ਹਾਂਜੀ ਤੁਸੀਂ ਸਾਰੇ ਸਬੂਤ ਲੈ ਕੇ ਹੁਣ ਈਡੀ ਦੇ ਕੋਲ ਜਾਂ ਕੀ ਸੈਂਟਰਲ ਏਜੰਸੀਆਂ ਹੈਗੀਆਂ ਸੈਂਟਰਲ ਗਵਰਨਮੈਂਟ ਵੀ ਹੈਗੀ ਉਹਦੇ ਕੋਲ ਜਾਓਗੇ? ਦੇਖੋ ਸਬੂਤ ਮੇਰੇ ਕੋਲ ਸੀ ਤੇ ਸਬੂਤ ਅੱਜ ਤੁਹਾਡੇ ਕੋਲ ਵੀ ਆ ਔਰ ਮੈਂ ਪਹਿਲਾਂ ਹੀ ਕਹਿ ਚੁੱਕਿਆ ਇਹ ਤਾਂ ਗਏ ਆ ਇਲੈਕਸ਼ਨ ਕਮਿਸ਼ਨ ਕੋਲ ਕਹਿਣ ਕਿ ਈਡੀ ਬਦਲਿਆਖੋਰੀ ਕਰ ਰਹੀ ਆ। ਮੈਂ ਕਹਿ ਰਿਹਾ ਕਿ ਕਾਂਗਰਸ ਕਰਪਸ਼ਨ ਨੂੰ ਪਨਾਹ ਦੇ ਰਹੀ ਆ, ਕਾਂਗਰਸ ਕਰਪਸ਼ਨ ਦੇ ਹੱਕ 'ਚ ਬੋਲ ਰਹੀ ਆ ਔਰ ਦੂਜੀ ਈਡੀ ਨੂੰ ਜੋ ਕਾਰਵਾਈ ਬਣਦੀ ਆ ਜੇ ਸਹੀ ਰੇਟ ਹੁੰਦੀ ਤੇ 200-300 ਕਰੋੜ ਤੱਕ ਦੀ ਬਰਾਮਦੀ ਹੋਣੀ ਸੀ। ਤੁਸੀਂ ਹਾਲੇ ਤਾਂ ਸਾਲੀ ਦੇ ਮੁੰਡੇ ਨੂੰ ਹੱਥ ਪਾਇਆ ਔਰ ਜਿਹੜੇ ਬੰਦੇ ਫੜਨ ਵਾਲੇ ਆ ਜਿਨ੍ਹਾਂ ਤੇ ਖਿਲਾਫ ਦੇਖੋ ਅੱਜ ਠੋਕੋ ਤਾਲੀ ਜੀ ਨਵਜੋਤ ਸਿੱਧੂ ਵੀ ਉਹ ਜਿਹੜਾ ਇਹਨਾਂ ਦਾ MLA ਆ ਕੀ ਨਾ ਉਹਦਾ ਅੱਜ ਘਨੌਰ ਵਾਲਾ ਜੀ ਮਦਨ ਲਾਲ ਜਲਾਲਪੁਰਾ ਉਹਦੇ ਬਾਰੇ ਕਿੰਨੀਆਂ ਖਬਰਾਂ ਲੱਗੀਆਂ ਨੇ, ਉੱਥੇ ਕਿਉਂ ਨਹੀਂ ਗਈ ਜੀ ਈਡੀ ਹਲੇ ਤੱਕ। ਜੀਰਾ ਸਭ ਤੋਂ ਵੱਡਾ ਹਰੀਕੇ ਪੁਲ ਦੇ ਆਲੇ ਦੁਆਲੇ ਮਾਈਨਿੰਗ ਕਰਨ ਵਾਲਾ ਬਾਦਸ਼ਾਹ ਇਹ ਬੌਣਾ MLA ਕੁਲਬੀਰ ਜੀਰਾ ਇਹਦੇ ਤੇ ਕਿਉਂ ਨਹੀਂ ਪਈ? ਹਲੇ ਰਕੇਸ਼ ਚੌਧਰੀ ਨੂੰ ਕਿਉਂ ਨਹੀਂ ਹੱਥ ਲਾਇਆ? ਰਕੇਸ਼ ਚੌਧਰੀ ਹਰੀਸ਼ ਚੌਧਰੀ ਕਿਉਂ ਵਿੱਚੋਂ ਛੱਡਤੇ? ਚਾਂਡਕ ਕੌਣ ਹੈ? ਇੱਕ ਚਾਂਡਕ ਕਰਕੇ ਹੈ ਇਹ MLA ਦੀ ਇਲੈਕਸ਼ਨ ਲੜਿਆ ਰਾਜਸਥਾਨ ਤੋਂ ਕਾਂਗਰਸ ਤੋਂ ਔਰ ਇਹਦੀ ਘਰ ਵਾਲੀ ਉਥੋਂ ਦੇ ਮੇਅਰ ਨੇ ਸ਼੍ਰੀ ਗੰਗਾਨਗਰ ਤੋਂ, ਇਹਨਾਂ ਨੂੰ ਕਿਉਂ ਨਹੀਂ ਹੱਥ ਪਾਇਆ? ਹਾਂਜੀ obviously ਹਰਿਆਣਾ ਜਦੋਂ ਰਾਜਸਥਾਨ ਦੇ ਜਿਹਨੂੰ ਕਾਂਗਰਸ ਜਦ ਲੀਡਰਸ ਇਨਵੋਲਵ ਨੇ ਹਰੀਸ਼ ਚੌਧਰੀ ਨੇ ਤਾਂ ਆਪਦੀ ਵਜ਼ੀਰੀ ਛੱਡ ਕੇ ਇਹ ਕੰਮ ਸਾਂਭਿਆ ਹੋਇਆ ਇੱਥੇ ਸਾਰਾ। ਅਸਲ ਮਾਫੀਆ ਨੂੰ ਸਰਪ੍ਰਸਤੀ ਚੰਨੀ ਐਸ ਮੁੱਖ ਮੰਤਰੀ ਤਾਂ ਦੇ ਹੀ ਰਿਹਾ ਮਗਰ ਉਹਨਾਂ ਨੂੰ ਚਲਾਉਣ ਵਾਲੇ ਬੰਦੇ ਹਰੀਸ਼ ਚੌਧਰੀ ਉਹਨੂੰ ਕਿਉਂ ਨਹੀਂ ਹੱਥ ਪੈ ਰਿਹਾ? ਅੱਗੇ ਉੱਤੇ CBI ਦਾ ਕੇਸ ਚੱਲਦਾ ਉੱਥੇ ਫॉर ਮਰਡਰ। ਮਤਲਬ ਕਿੱਥੇ ਨਾ ਕਿੱਥੇ ਹਲੇ ਬੜੀ ਕਾਰਵਾਈ ਦੀ ਲੋੜ ਹੈ। ਹੋ ਨਹੀਂ ਰਹੀ 10 ਕਰੋੜ ਨਗਦੀ ਰਿਕਵਰੀ 50 ਕਰੋੜ ਦੀ ਟ੍ਰੇਲ ਇੱਕ ਬੰਦੇ ਤੋਂ 1 ਪਰਸਨ। ਵਾਈ ਆਰ ਦੀ ਅਦਰ ਪੀਪਲ ਇਨ ਦਾ ਪਿਕਚਰ ਲੈਫਟ ਆਊਟ? ਆ ਮੋਹਨਪਾਲ ਇਜ਼ ਬ੍ਰਦਰ ਇਨ ਲਾ ਆਫ ਸੁਖਪਾਲ ਭੁੱਲਰ, ਉਹ ਵੀ ਇਹਨਾਂ ਦਾ ਪਾਰਟਨਰ। ਸੋ ਬੜਾ ਕੁਛ ਹੈ ਜੀ ਹਲੇ ਕੁਛ ਮਤਲਬ ਇਹਨਾਂ ਨੇ ਇੱਕ ਡ੍ਰੌਪ ਇਨ ਦੀ ਓਸ਼ਨ ਹੈ ਹਲੇ ਤਾਂ ਇੱਕ ਮਤਲਬ ਇੱਕ ਹਿੱਸੇ ਨੂੰ ਹੱਥ ਪਾਇਆ। ਹਾਂਜੀ ਹਾਂਜੀ 500 ਤੋਂ ਦੇਖੋ ਮੈਂ ਤਾਂ ਮੋਟੀ ਜੀ ਗੱਲ ਕਰਾਂ ਮਿਨੀਮਮ ਟੂ ਮਿਨੀਮਮ 500 ਕਰੋੜ ਹੈ 1000 ਕਰੋੜ ਤੱਕ ਐਨੀਥਿੰਗ ਔਰ ਦੱਬ ਕੇ ਕੰਮ ਹੋਇਆ, ਦੱਬ ਕੇ ਹਰ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ। ਜੇ ਇੱਕ ਬੰਦਾ ਦਰਖਤ ਵੱਢਦਾ ਉੱਤੇ ਐਡੀ ਸੀਰੀਅਸ ਧਾਰਾਵਾਂ ਲੱਗਦੀਆਂ ਇਹਨਾਂ ਬੰਦਿਆਂ ਤੇ ਕਿਉਂ ਨਹੀਂ ਲੱਗ ਰਹੀ? ਕੌਣ ਬਚਾ ਰਿਹਾ ਇਹਨਾਂ ਨੂੰ ਬੰਦੇ? ਹਾਂਜੀ ਓਏ 111 ਚ ਇਹਨਾਂ ਨੇ ਇਹੀ ਤਾਂ ਨਹੀਂ ਨਾ ਦੱਸਿਆ 111 ਦਿਨਾਂ ਚ 1 4 ਏਕੇ ਲਾਓ ਜਿਹੜੇ ਮਾਈਨਿੰਗ ਦੇ ਕਿੱਧਰ ਗਏ ਕਰੋੜਾਂ ਦੇ 1111 ਕਰੋੜ ਦਾ ਵੀ ਹਿਸਾਬ ਦੇਵੇ ਚੰਨੀ 111 ਦਿਨਾਂ ਦਾ ਹਿਸਾਬ ਦਿੰਦਾ 1111 ਕਰੋੜ ਦਾ ਵੀ ਹਿਸਾਬ ਦੇਵੇ। ਹਲੇ ਤੁਸੀਂ ਇੰਨੀ ਜਲਦੀ ਨਾ ਕਰੋ ਜੀ। ਅੱਜ ਤਾਂ ਇੰਨਾ ਹੀ ਹਲੇ ਤੁਹਾਨੂੰ ਦਵਾਂਗੇ, ਹੁਣ ਪਾਰਟ 2 ਵੇਲੇ ਪਾਰਟ 2 ਦੀ ਗੱਲ ਕਰਾਂਗੇ। ਹਾਂਜੀ ਹਰੀਸ਼ ਚੌਧਰੀ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਕੀ ਕਹਿ ਰਿਹਾ? ਇਲੈਕਸ਼ਨ ਕਮਿਸ਼ਨ ਕੋਲ ਸੁਰਜੇਵਾਲੇ ਨੂੰ ਲੈ ਕੇ ਹਰੀਸ਼ ਚੌਧਰੀ ਕਿਉਂ ਜਾ ਰਿਹਾ? ਬਿਕੋਜ਼ ਉਹਨੂੰ ਪਤਾ ਜੇ ਇਹਦੀ ਜਾਂਚ ਹੋਣੀ ਸ਼ੁਰੂ ਹੋ ਗਈ ਤੇ ਦਰਵਾਜ਼ੇ ਤਾਂ ਹਰੀਸ਼ ਚੌਧਰੀ ਤੇ ਜਾਊ ਸਾਰਾ ਕੁਝ।
ਔਰ ਜੇ ਪਤਾ ਹਰੀਸ਼ ਚੌਧਰੀ ਦੇ ਗਿਆ ਤਾਂ ਫਿਰ AICC ਦੇ ਵੀ ਜਾਓ। ਸਭ ਨੂੰ ਪਤਾ ਹੈ ਕਿ ਕਾਂਗਰਸ ਦੀ ਫੰਡਿੰਗ 3 ਸਟੇਟਾਂ ਤੋਂ ਹੋ ਰਹੀ ਹੈ ਔਰ ਇਹ ਆਪ ਵੀ ਪੈਸੇ ਬਣਾ ਰਹੇ ਆ ਔਰ ਦਿੱਲੀ ਤੱਕ ਵੀ ਪੈਸੇ ਜਾ ਰਹੇ, ਨੋਨ ਫੈਕਟ ਹੈ। ਰਾਕੇਸ਼ ਚੌਧਰੀ ਕੋਲ ਆਫੀਸ਼ੀਅਲੀ ਜਿਹਨੂੰ ਆ ਸਰਕਾਰ ਦਾ ਆ ਰਿਹਾ ਜੀ, ਪੰਜਾਬ ਸਰਕਾਰ ਦਾ, ਜਿਹਦੇ ਉਹਨੂੰ ਆਫੀਸ਼ੀਅਲੀ ਸਾਈਟਸ ਮਿਲੀਆਂ ਨੇ। ਬਲਾਕ ਨੰਬਰ 1 ਰੋਪੜ ਦਾ ਉਹਦੇ ਕੋਲ ਹੈ ਠੇਕਾ ਜਿਹੜਾ ਮਿਲਿਆ। ਮਗਰ ਤੁਸੀਂ ਵੱਡੀ ਗੱਲ ਵੇਖੋ, ਇੱਕ ਮੈਂ ਹੋਰ ਦੱਸ ਦਿਆਂ, ਇਸ ਬੰਦੇ ਨੂੰ ਜਿਹੜਾ ਬਲਾਕ ਮਿਲਿਆ ਉਹ ਉੱਥੇ ਤਾਂ ਮਾਈਨਿੰਗ ਨਹੀਂ ਕਰ ਰਿਹਾ ਇੰਨੀ, ਉਹ ਸਾਰੇ ਰੋਪੜ ਜ਼ਿਲ੍ਹੇ 'ਚ ਕਰੀ ਜਾ ਰਿਹਾ, ਕਿਉਂਕਿ ਆਈ ਥਿੰਕ 1-2 ਸਾਈਟਾਂ ਹੀ ਅਪਰੂਵਡ ਨੇ NGT ਦੀਆਂ, ਸਾਰੀ ਇਲੀਗਲ ਮਾਈਨਿੰਗ ਉਹ ਕਰ ਰਿਹਾ। ਉਹਨੂੰ ਕਿਉਂ ਨਹੀਂ ਪੁਲਿਸ ਰੋਕਦੀ? ਅੱਛਾ ਹੋਰ ਦੱਸ ਦਿਆਂ, ਉਹਦੇ ਕੋਲ ਸਰਕਾਰੀ ਗਨਮੈਨ, ਉਹ ਇੱਕ ਲੈਂਡ ਕਰੂਜ਼ਰ ਗੱਡੀ 'ਚ ਹੁੰਦਾ ਔਰ ਉਹਦੇ ਪਿੱਛੇ 15-25 ਪੰਜਾਬ ਪੁਲਿਸ ਦੀ ਸਿਕਿਉਰਿਟੀ ਹੁੰਦੀ ਹੈ। ਇਹ ਹੈਗਾ ਜੀ ਜੰਮੂ ਦਾ, ਚਾਂਡਕ ਹੈਗਾ ਰਾਜਸਥਾਨ ਦਾ। ਇਹਨਾਂ ਨੂੰ ਪੰਜਾਬ ਪੁਲਿਸ ਦੀ ਸਿਕਿਉਰਿਟੀ ਵੀ ਮਿਲੀ ਹੈ। ਮਤਲਬ ਕਿ ਜਿਹੜਾ ਹਾਂ ਹੁਣੇ ਤੁਸੀਂ ਆਪਦੇ ਬੰਦਿਆਂ ਨੂੰ ਕਰੋ, ਹੁਣੇ ਕਲੀਅਰ ਹੋ ਜਾਣਾ। ਇਹਦੇ ਨਾਲ ਪੰਜਾਬ ਪੁਲਿਸ ਦੇ ਆਮ ਗਾਰਡ ਚੱਲਦੇ ਨੇ। ਅਸ਼ੋਕ ਆ ਜਿਹੜਾ ਰਾਕੇਸ਼ ਚੌਧਰੀ, ਚਾਂਡਕ, ਇਹ ਹਰੀਸ਼ ਚੌਧਰੀ ਨੂੰ ਵੀ ਦਿੱਤੇ ਹੀ ਆ, ਉਹ ਤਾਂ ਤੁਸੀਂ ਵੇਖੀ ਹੋਣੇ। ਸਾਰਿਆਂ ਨੂੰ ਆਫੀਸ਼ੀਅਲੀ ਗਾਰਡ ਦਿੱਤੇ, ਨਾਲੇ ਖਜ਼ਾਨੇ ਨੂੰ ਲੁੱਟਣ, ਨਾਲੇ ਉਹਨਾਂ ਨੂੰ ਆਫੀਸ਼ੀਅਲ ਸਰਪ੍ਰਸਤੀ ਬਾਈ ਕਾਂਗਰਸ ਪਾਰਟੀ। ਤੁਸੀਂ ਨਾ ਇਸ ਤਰ੍ਹਾਂ ਹੈ, ਤੁਸੀਂ ਨਾ ਬਾਲਾ ਫਿਕਰ ਮੇਰੇ ਐਫੀਡੇਵਿਟ ਦਾ ਨਾ ਕਰੋ ਔਰ ਇੰਨਾ ਜੋਸ਼ 'ਚ ਨਾ ਆਓ, ਕਿਉਂਕਿ ਇਹ ਮੈਂ ਹਾਈ ਕੋਰਟ ਜੋ ਕੁਝ ਪੁਲਿਸ ਨੇ ਕਿਤੇ ਕਹਿਣਾ ਕਿ ਮੈਂ ਪੁਲਿਸ ਦਾ ਤਾਂ ਸਟੈਂਡ ਇਹੀ ਰਹਿਣਾ ਹਮੇਸ਼ਾ, ਇਸ ਲਈ ਮੇਰੀ ਫੁੱਲ ਕੋਆਪਰੇਸ਼ਨ ਹੈ। ਜੋ ਮੈਂ ਕਹਿਣਾ ਮੈਂ ਹਾਈ ਕੋਰਟ 'ਚ ਕਹੂੰਗਾ, ਤੁਸੀਂ ਆਨਲਾਈਨ ਜਿਹੜੀ ਗੱਲ ਸੁਣਨੀ ਹੈ ਸੁਣ ਲਿਓ। ਤੇ ਜੱਜ ਸਾਹਿਬ ਮੈਂ ਤੁਹਾਨੂੰ ਕੁਦਰਤਦੀਪ ਦੀ ਹਲਕਾ ਲਾਂਬਾ ਜੀ ਨੂੰ ਕੋ ਆ ਜੋੜੇ ਹੱਥ, ਇਹ ਜਾਂ ਸਾਫ ਸੁਥਰੇ ਹੋਰ ਵੀ ਤੁਹਾਡੇ ਬਾਕੀ ਦੇ ਵੀ ਇਹਦੇ ਹੀ ਸਾਫ ਸੁਥਰੇ ਨੇ। ਮੈਂ ਦੇਖੋ, ਮੈਂ ਇੱਕ ਗੱਲ ਤੁਹਾਨੂੰ ਪਲੀਜ਼ ਪ੍ਰੈਸ ਵਾਲਿਆਂ ਨੂੰ ਕਹਿ ਦਿਆਂ, am I stating anything out of facts? ਮੈਂ ਤੁਹਾਨੂੰ ਵਿਦ ਰਿਕਾਰਡਿੰਗ ਵਿਦ ਪ੍ਰੂਫ CMO ਦੀ ਅਫੀਸ਼ੀਅਲ ਵੈਬਸਾਈਟ ਤੇ ਆ ਕੁਦਰਤਦੀਪ ਦੀ ਵੀ ਤੁਹਾਨੂੰ ਫੋਟੋ ਵਿਖਾ ਦਿੰਦੇ, ਉਹ ਵੀ ਦੇ ਦੀ ਯਾਰ ਫੋਟੋ। ਆ ਕੁਦਰਤਦੀਪ ਦੀ ਫੋਟੋ ਵੇਖ ਲਓ, ਆ ਕੁਦਰਤਦੀਪ ਦੀ ਫੋਟੋ ਵਿੱਚ CM ਚੰਨੀ। ਮਜੀਠੀਆ ਜੀ, ਇਹਦੇ ਨਾਲ ਹੀ ਅਲਕਾ ਲਾਂਬਾ ਨੇ ਇਹ ਵੀ ਕਿਹਾ ਕਿ ਜਿਹੜੀ ਸਾਫ਼ ਸੁਥਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਭਾਜਪਾ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਹੂਜ਼ ਅਲਕਾ ਲਾਂਬਾ ਜੀ? ਕਾਂਗਰਸ ਦੀ ਹੈਗੀ ਹੈ ਸਰ ਉਹ। ਕੌਣ ਜੀ? ਹਾਂਜੀ, ਪਹਿਲਾਂ ਤਾਂ ਬੀਬੀ ਜੀ ਮੈਨੂੰ ਸਮਝਾਓ ਇਹ ਅਲਕਾ ਲਾਂਬਾ ਹੈ ਕੀ ਆ, ਮੈਂ ਨਹੀਂ ਜਾਣਦਾ ਹੁਣ। ਪਹਿਲਾਂ ਕਿਸੇ ਹੋਰ ਪਾਰਟੀ ਚੋਂ ਭੱਜ ਕੇ ਭਗੌੜੇ ਲੀਡਰ ਆ। ਮਤਲਬ ਦੇਖੋ, ਇਹ ਮੈਂ ਫਿਰ ਇਹ ਜੇ ਲੋਕਾਂ ਦਾ ਜਿਹੜੇ ਕਰਪਸ਼ਨ ਨੂੰ ਬਚਾਉਣ ਲਈ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਦਿੱਲੀੋਂ ਡਿਪਿਊਟ ਕੀਤੇ ਆ, ਉਹਨਾਂ ਦਾ ਜਵਾਬ ਦੇਣਾ ਸਹੀ ਨਹੀਂ। ਮੇਰਾ ਠੀਕ ਹੈ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮਜੀਠੀਆ ਦੀ ਲੱਤਾਂ 'ਚ ਵੀ ਜਾਨ ਹੈ, ਮਜੀਠੀਏ ਦੀ ਜਵਾਨ 'ਚ ਵੀ ਜਾਨ ਹੈ ਔਰ ਮਜੀਠੀਆ ਤੱਥਾਂ ਦੀ ਗੱਲ ਕਰ ਰਿਹਾ। ਜੇ ਕਰਪਸ਼ਨ ਨੂੰ ਐਕਸਪੋਜ਼ ਕਰਨਾ, ਉਹ ਕਿਸੇ ਦਾ ਸਾਥ ਦੇਣ ਦੀ ਗੱਲ ਕਰੀਏ, ਫਿਰ ਕੀ ਉਹ ਰਾਕੇਸ਼ ਚੌਧਰੀ ਤੇ ਹਰੀਸ਼ ਚੌਧਰੀ ਤੇ ਚੰਨੀ ਦੇ ਆਖੇ ਕਰਪਸ਼ਨ ਦਾ ਬੜਾਵਾ ਦੇ ਰਹੀ ਹੈ? ਅਫਸੋਸ ਦੀ ਗੱਲ ਹੈ, instead of taking serious action for somebody against someone who's violated all norms of environment, all norms of NGT, who is looting the exchequer, it just shows Congress's mindset that are they with corruption or are they with the rule of law? Thank you very much, Alka Lamba ji ਵੱਲੋਂ ਮੇਰਾ
ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਿਓ ਕਿ ਤੁਸੀਂ ਆਪ ਦਾ ਅਸਲ ਚਿਹਰਾ ਨੰਗਾ ਕੀਤਾ। ਆ ਕਿਹੜਾ ਕੁਦਰਤ ਹੈ? ਲੈਫਟ ਵਾਲਾ ਜੀ ਦੇ ਮੈਜੈਂਟਾ ਟਾਈ ਆ ਲੋ ਆ ਪਿੰਕ ਟਾਈ ਵਾਲਾ ਕੁਦਰਤ ਦੀ ਆ ਹਨੀ ਆ ਸੱਚੇ ਵਿਆਹ ਦੀਆਂ ਫੋਟੋਆਂ ਨੇ ਉਦਣ ਦੀਆਂ। ਉਦਣ ਦੀ ਕੋਟੀ ਪਾਈ ਆ ਨਾਬੀ ਪੱਗ ਤੇ ਉਦਣ ਸੀ ਜਿਸ ਦਿਨ ਵਿਚਲੇਰੀ ਤੋਂ ਕਹਿੰਦੇ ਸਧਾਰਨ ਜਿਹਾ ਕੰਮ ਹੈ। ਵੇਖੋ ਕੰਮ ਮੈਂ ਤਾਂ ਹੈਰਾਨ ਆ ਬੰਦਾ ਵਾਕੇ ਮਤਲਬ ਇਹ ਤਾਂ ਉਹ ਸਧਾਰਨ ਵਿਆਹ ਦਾ ਡਰਾਮਾ ਪੁੰਜੇ ਬਹਿ ਕੇ ਪ੍ਰਸ਼ਾਦਾ ਛਕਣਾ ਤੇ 12 ਕਰੋੜ ਦੀ ਘੜੀ ਹਲੇ ਤਾਂ ਸਾਲੀ ਦੇ ਮੁੰਡੇ ਕੋਲੋਂ ਰਿਕਵਰ ਹੋਈ ਹੈ। ਇਹਦੇ ਕੋਲੋਂ ਜਿੱਦਣ ਰਿਕਵਰੀ ਹੋ ਗਈ ਤਾਂ ਵਾਹਿਗੁਰੂ ਆਖਿਓ। ਆ ਕੁਦਰਤ ਦੀ ਭਿਖੋਰ ਆ ਗਿਆ ਫੇਰ ਨਾਲ ਆ ਗਿਆ। ਆਊਗਾ ਅੱਜ ਨਹੀਂ ਆਊਗਾ ਮਗਰ ਰੋਲ ਕੀ ਹੈ ਕਿਉਂਕਿ ਉਹਦੇ ਬਿਹਾਫ ਤੇ ਹੀ ਭੁਪਿੰਦਰ ਹਨੀ ਨੂੰ ਜਿਹੜੀ ਰੇਟ ਪਈ ਹੈ ਈਡੀ ਦੀ ਕੁਦਰਤਦੀਪ ਸਿੰਘ ਦੇ ਯਾਰ ਆਈ ਸ਼ੋਡ ਕੁਦਰਤਦੀਪ ਪ੍ਰੋਕਸੀਮਿਟੀ ਵਿਦ ਦ ਸੀਐਮ। ਮੈਂ ਤੁਹਾਨੂੰ ਫੋਟੋ ਦਿਖਾਤੀ। ਇੱਕ ਨਾ ਮੇਰੀ ਬੇਨਤੀ ਹੈ ਅੱਜ ਲਈ ਮੈਂ ਤੁਹਾਨੂੰ ਇੰਨਾ ਹੀ ਦੇ ਸਕਦਾ ਜੀ ਮਗਰ ਜਿੰਨੇ ਤੁਹਾਡੇ ਸਵਾਲ ਹੈ ਮੈਂ ਅਸਲ 'ਚ ਆਪ ਦੀ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਸੋਚਦਾ ਕਿ ਤੁਸੀਂ ਮੈਨੂੰ ਕੀ ਪੁੱਛ ਸਕਦੇ ਹੋ ਔਰ ਖਾਸ ਤੌਰ ਤੇ ਤੁਸੀਂ ਜਿਹਨੇ 7-8 ਤਾਂ ਬਹੁਤ ਸਪੀਡ ਨਾਲ ਚੱਲਦੇ ਹੋ ਨਾ ਜੀ ਉਹਨਾਂ ਦਾ ਮੈਂ ਵੱਧ ਧਿਆਨ ਮੈਂ ਪਹਿਲਾਂ ਆਪਦੇ ਆਪ ਨੂੰ ਉਹਨਾਂ ਦੇ ਸ਼ੂਜ਼ 'ਚ ਪਾਉਣਾ। ਇਸ ਲਈ ਇਹ ਜਵਾਬ ਵੀ ਸਾਰੇ ਆ ਮੈਂ ਦਊਂਗਾ ਮਗਰ ਅੱਜ ਨਹੀਂ ਦੇ ਸਕਦਾ। ਅੱਜ ਤੁਸੀਂ ਇੰਨਾ ਹੀ ਛਾਪ ਦਿਓ ਤੇ ਤੁਹਾਡੀ ਬਹੁਤ ਪ੍ਰਾਪਤੀ ਕਿਉਂਕਿ ਇਹ ਬਹੁਤ ਜੇ ਮੈਂ ਜ਼ਿਆਦਾ ਦੱਸਣ ਲੱਗ ਗਿਆ ਨਾ ਦਿਸ ਟੂ ਮਚ ਕਨਫਿਊਜ਼ਨ। ਦਿਸ ਇਜ਼ ਪਾਰਟ 1 ਪਾਰਟ 2 ਵਿਲ ਫੋਲੋ। ਜੇ ਮੰਗਣਗੇ ਦੇ ਦਿਆਂਗੇ ਜੀ ਨਹੀਂ ਤਾਂ ਤੁਹਾਨੂੰ ਦੇ ਤਾਂ ਤੁਸੀਂ ਜਾ ਕੇ ਦੇ ਦਿਓ। ਉਹ ਮੈਨੂੰ ਯਾਰ ਹਾਂਜੀ ਮੇਰਾ ਮੈਂ ਗੱਲ ਦੱਸਾਂ ਜੀ ਮੇਰਾ ਕੋਈ ਉਹਨਾਂ ਨਾਲ ਪਰਸਨਲ ਕਿਹੜਾ ਜੀ ਮੈਂ ਤਾਂ ਪਰਦਾਫਾਸ਼ ਕਰਨ ਤੇ ਕੰਮ ਤੇ ਬਿਲਕੁਲ ਹੈਗਾ ਕਿਉਂ ਨਹੀਂ ਹੈਗਾ। ਦੇਖੋ ਜੀ ਯਾਰ ਇੱਕ ਮਿੰਟ ਮੈਂ ਤੁਹਾਨੂੰ ਗੱਲ ਦੱਸਦਾ ਕੀ ਗੱਲ ਹੈ ਕਿ ਮੈਨੂੰ ਉਹਦਾ ਮੈਸੇਜ ਕੱਲ ਤੋਂ ਪਹਿਲਾਂ ਇਹ ਗੱਲਾਂ ਦਾ ਪਤਾ ਨਹੀਂ ਸੀ। ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਥ੍ਰੈਟਸ ਆਣੇ ਸੀ ਪਤਾ ਲੱਗਣਾ ਸੀ। ਮੇਰਾ ਤਾਂ ਹੁਣ ਆਪ ਹੀ ਦਿਮਾਗੀ ਸੰਤੁਲਨ ਇੱਕ ਨਾ ਜੀ ਇਹਦੇ 'ਚ ਇੱਕ ਗਾਲ ਵੀ ਆਈ ਹੈ ਜੇ ਤੁਸੀਂ ਚਾਹੁੰਦੇ ਹੋ ਤੇ ਉਹ ਵੀ ਸੁਣਾ ਦਿੰਦੇ ਆ। ਮੈਂ ਤਾਂ ਨਾ ਹੀ ਸੁਣਿਓ ਤੇ ਚੰਗੀ ਆ ਤੁਹਾਨੂੰ ਮੈਸੇਜ ਕਰ ਦਿਆਂਗੇ। ਇੱਕ ਉਹ ਕਿਹਨੇ ਭੇਜੀ ਆ ਦੇਖੋ ਜੀ ਆ ਗੁਰਪ੍ਰੀਤ ਸਿੰਘ ਇੱਥੇ ਤੁਸੀਂ ਦੇਖ ਸਕਦੇ ਹੋ। ਆ ਜਿਹੜਾ ਫੋਨ ਹੈ ਮੇਰਾ ਫੋਨ ਹੈ। ਰਾਤ ਨੂੰ 9:30 ਵਜੇ WhatsApp ਤੇ ਮੈਨੂੰ ਕਾਲ ਕਰ ਰਹੇ ਹੈ CM ਚੰਨੀ ਸਾਹਿਬ ਦੇ ਜਿਹੜੇ ਬ੍ਰਦਰ ਹੈ ਮਨਮੋਹਨ ਸਿੰਘ ਜੀ ਉਹਨਾਂ ਦਾ ਬੇਟਾ ਗੁਰਪ੍ਰੀਤ ਗੱਟੀ ਕਿਉਂ ਕਰ ਰਿਹਾ ਫੋਨ। ਇਹ ਸਾਰੇ ਤੁਸੀਂ ਸਮਝਦੇ ਹੋਵੋਗੇ ਕਿਤੋਂ ਗੱਲ ਲੀਕ ਹੋਈ ਹੋਣੀ ਹੈ ਤੇ ਇਸੇ ਕਰਕੇ ਮੈਨੂੰ ਧਮਕਾਉਣ ਲਈ ਮੈਨੂੰ ਥ੍ਰੈਟਨ ਕਰਨ ਲਈ ਔਰ ਮੈਨੂੰ ਧਮਕਾਇਆ ਵੀ ਗਿਆ ਥ੍ਰੈਟਨ ਕੀਤਾ ਵੀ ਗਿਆ ਤੇ ਮੈਨੂੰ ਇਹ ਜਾਨੂ ਵੀ ਮਰਵਾ ਸਕਦੇ ਨੇ। ਦੂਜੀ ਗੱਲ ਉਹ ਦੂਜੇ ਬੰਦੇ ਦਾ ਮੈਸੇਜ ਨਹੀਂ ਪੜ੍ਹ ਕੇ ਸੁਣਾਵਾਂਗੇ ਕਿਉਂਕਿ ਬੇਸਿਕਲੀ ਉਹਦੇ 'ਚ ਇੱਕ ਲਫ਼ਜ਼ ਆ ਜਿਹੜਾ ਨਹੀਂ ਤੁਹਾਨੂੰ ਦੱਸਣ ਦੀ ਲੋੜ ਬਟ ਇਹਨਾਂ ਦੇ ਫੋਨ ਤੋਂ ਬਾਅਦ ਆ ਮੇਰਾ ਫੋਨ ਹੈ। ਮੈਨੂੰ 4 ਫੋਨ ਕੀਤੇ ਜਦ ਮੈਂ ਨਹੀਂ ਅਟੈਂਡ ਕੀਤੇ ਤੇ ਥੱਲੇ ਇੱਕ ਇਨਅਪਰੋਪਰੀਏਟ ਲੈਂਗੁਏਜ ਦੇ ਵਿੱਚ ਚੀਜ਼ ਲਿਖ ਕੇ ਮੈਨੂੰ ਮੈਸੇਜ ਕੀਤਾ ਗਿਆ। ਤੇ ਇਹ ਇੱਕ ਕਾਮਨ ਫਰੈਂਡ ਹੈ ਮੇਰੀ ਗੁਰਪ੍ਰੀਤ ਜੀ ਨਾਲ ਜਾਣਕਾਰੀ ਸੀਗੀ ਤੇ ਇਹਨਾਂ ਦੇ ਨਾਲ ਮੈਂ ਮਿਲਿਆ ਸੀ। ਉਹਨਾਂ ਨੂੰ 1-2 ਵਾਰੀ ਜ਼ਰੂਰ ਮਿਲਿਆ ਸੀ ਲੇਕਿਨ ਅੱਜ ਤੋਂ 2 ਸਾਲ ਪਹਿਲਾਂ ਤੇ ਉਹ ਜਿਹੜਾ ਕਾਮਨ ਫਰੈਂਡ ਸੀਗਾ ਉਹਦਾ ਕੋਈ ਨਾ ਉਹ ਸਵਾਲ ਤੁਸੀਂ ਉਦੋਂ ਕਰਿਓ ਨਾਲੇ ਮੈਨੂੰ ਸਵਾਲ ਦਾ ਜਵਾਬ ਦੇਣ 'ਚ ਬੜਾ ਸਵਾਦ ਆਊਗਾ ਤੇ ਮੈਂ ਉਦੋਂ ਸਵਾਦ ਲਊਂਗਾ। जिस तरह जी एक सवाल है कि आप मजीठिया साहब के पास ही क्यों आए? ये सवाल पूछा जाएगा आपसे कि आप अकाली दल के पास ही क्यों? आप आम आदमी पार्टी के पास जा सकते थे। देखो जी जितना मैं देख चुका हूं ना और जो अगले पार्ट्स में आपको दिखाएंगे कौन कौन कहां कहां कैसे कैसे साथ मिला हुआ है इतने तो रब भी बचावे। इन्नी कोऑर्डिनेशन एडमिनिस्ट्रेशन अफसर पॉलिटिशियन सारे दी है ते इस सिनारियो च मैं वेख्या कि यार एडा वड्डा काम करन जा रहे हैं मेरे नाल कौन खड़ूगा कौन इस मुद्दे नूं सही तरीके नाल हाईलाइट कर सकूगा। मैं किसी सज्जे खब्बे कोल चले जावां ਉਹ ਇਹ ਚੀਜ਼ ਹੀ ਖਤਮ ਕਰ ਦੇ ਮੈਨੂੰ ਹੀ ਮਰਵਾ ਦੇ ਇਸ ਤੋਂ ਪਹਿਲਾਂ ਤਾਂ ਮੈਂ ਆਇਆ ਕਿ ਧੜੱਲੇ ਨਾਲ ਇਸ਼ੂ ਚੱਕਣ। ਯਾਰ ਤੇਰੀ ਗੱਲ ਦਾ ਜਵਾਬ ਇਹਨੇ ਵੇਖਿਆ ਕਿ ਮਜੀਠੀਏ ਨਾਲ
ਸਿਰੇ ਦਾ ਪੰਗਾ ਕਿਹਦੇ ਨਾਲ? ਹੁਣ ਜਿਹਨੇ ਨਵਜੋਤ ਸਿੱਧੂ ਦੇ ਖਿਲਾਫ ਕੁਝ ਕਰਨੀ ਉਹ ਵੀ ਦਾਸ ਨੂੰ ਹੀ ਫੋਨ ਕਰਦਾ, ਤੇ ਜਿਹਨੇ ਸੁੱਖੀ ਰੰਧਾਵੇ ਦੇ ਖਿਲਾਫ ਕੁਝ ਕਰਨਾ ਉਹ ਵੀ ਦਾਸ ਨੂੰ ਫੋਨ ਕਰਦਾ, ਤੇ ਜਿਹਨੇ ਹੁਣ ਚੰਨੀ ਦੇ ਖਿਲਾਫ, ਕਿਉਂਕਿ ਹੁਣ ਤਾਜ਼ਾ ਸਾਡਾ ਆਪਸ ਚ ਪਿਆਰ ਪਿਆ, ਤੇ ਉਹ ਵੀ ਦਾਸ ਨੂੰ ਫੋਨ ਕਰਦਾ। ਹੁਣ ਜੇ ਕੋਈ ਹੋਰ ਪੰਗਾ ਲਊ ਤੇ ਉਹਨੂੰ ਵੀ ਫੋਨ ਆ ਜਾਇਆ ਕਰੂ। ਨਾ ਨਾ ਨਾ, ਤੁਹਾਡੇ ਤੋਂ ਨਹੀਂ, ਮਿਹਰਬਾਨੀ ਰੱਖੋ ਮੇਰੇ ਤੇ। ਇਲੈਕਸ਼ਨ ਕਮਿਸ਼ਨ ਰੂਲ ਕਰ ਰਹੇ ਇਸ ਟਾਈਮ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਵੀ ਸਾਰਿਆਂ ਨੂੰ ਜਿਹੜੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਤੀ ਗਈ ਹੈਗੀ ਆ, ਚਾਹੇ ਉਹ ਚੌਧਰੀ ਹੈ, ਚਾਂਡਕ ਹੈ, ਜਾਂ ਹੋਰ ਜਿਹੜੇ ਵੀ ਲੀਡਰ ਹੈਗੇ ਨੇ, ਤੁਸੀਂ ਡਿਮਾਂਡ ਕਰਦੇ ਹੋ ਐਜ਼ ਅਕਾਲੀ ਲੀਡਰ ਵੀ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੀ ਇਮੀਡੀਏਟ ਵਿਡਰਾ ਕਰਨੀ ਚਾਹੀਦੀ ਹੈ? ਦੇਖੋ, ਦੋ ਡਿਮਾਂਡਾਂ ਮੈਂ ਇਲੈਕਸ਼ਨ ਕਮਿਸ਼ਨ ਕੋਲ ਕਰਦਾ, ਕਿਉਂਕਿ ਹੁਣ ਵੀ ਓਫੀਸ਼ੀਏਟਿੰਗ ਸੀਐਮ ਚਰਨਜੀਤ ਚੰਨੀ ਨੇ ਔਰ ਸੁੱਖੀ ਰੰਧਾਵਾ ਨੇ ਕਿਵੇਂ, ਦੇਖੋ, ਅਫਸਰਾਂ ਤੋਂ ਕੈਬਨਿਟ ਦੀ ਮੀਟਿੰਗ 'ਚ ਇਲਜ਼ਾਮ ਲੱਗੇ ਆ ਬਾਈ ਅਨਦਰ ਸੀਨੀਅਰ ਕੈਬਨਿਟ ਮਿਨਿਸਟਰ ਕਿ ਇਹਨੇ ਪੈਸੇ ਲੈ ਕੇ ਐਸਐਸਪੀ ਲਾਏ ਆ, ਔਰ ਇਹ ਬੜਾ ਵੱਡਾ ਇਲਜ਼ਾਮ ਸੀ ਬਾਈ ਰਾਣਾ ਗੁਰਜੀਤ ਔਨ ਹੋਮ ਮਿਨਿਸਟਰ ਰੰਧਾਵਾ। ਸੋ ਮੈਂ ਬੜੀ ਕਲੀਅਰਲੀ ਡਿਮਾਂਡ ਕਰਦਾ ਇਲੈਕਸ਼ਨ ਕਮਿਸ਼ਨ ਤੋਂ ਕਿ ਸਾਰੇ ਅਫਸਰਾਂ ਦੀ ਰੀਸ਼ਫਲਿੰਗ ਕਰਕੇ ਇਲੈਕਸ਼ਨ ਕਮਿਸ਼ਨ ਆਪਦੀ ਮਰਜ਼ੀ ਨਾਲ ਲਾਵੇ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣੀ। ਔਰ ਦੂਜੀ ਗੱਲ, ਜਿਨ੍ਹਾਂ ਨੂੰ ਵਾਕਈ ਸਿਕਿਉਰਿਟੀ ਥ੍ਰੈਟ ਹੈ ਉਹਨਾਂ ਦੀ ਜੋ ਥ੍ਰੈਟ ਪਰਸੈਪਸ਼ਨ ਹੈ, ਕੈਟੇਗਰਾਈਜੇਸ਼ਨ ਹੈ, ਉਹ ਠੀਕ ਹੈ, ਉਹ ਤਾਂ ਫੋਲੋ ਹੋਣੀ ਪੈਣੀ ਹੈ। ਜਿਨ੍ਹਾਂ ਨੂੰ ਅਨਨੈਸੈਸਰੀਲੀ, ਕਿਉਂਕਿ ਉਹ ਕਾਂਗਰਸ ਪਾਰਟੀ ਦੀ ਫੰਡਿੰਗ 'ਚ ਲੱਗੇ ਨੇ, ਉਹਨਾਂ ਨੂੰ ਜੋ ਗਨਮੈਨ ਦਿੱਤੇ ਹੋਏ ਆ ਉਹ ਜ਼ਰੂਰ ਵਿਡਰਾ ਹੋ ਕੇ ਉਹਦੀ ਇਨਕੁਆਇਰੀ ਸ਼ੁਰੂ ਕਰਨੀ ਚਾਹੀਦੀ। ਔਰ ਕਿਉਂ ਦਿੱਤੇ, ਕਿਵੇਂ ਦਿੱਤੇ, ਇਸ ਗੱਲ ਦੀ ਸਾਰੀ ਜਾਂਚ ਹੋਣੀ ਚਾਹੀਦੀ, ਕਿਉਂਕਿ ਐਂਡ ਆਫ ਦਾ ਡੇ ਪੰਜਾਬ ਦੇ ਖਜ਼ਾਨੇ ਨੂੰ ਵੀ ਇਹ ਖੋਰਾ ਲਾਉਣ ਵਾਲੀ ਗੱਲ। ਦਰਸ਼ਨ ਜੀ, ਤੁਸੀਂ ਕਿਹਾ ਕਿ ਤੁਹਾਡਾ ਫਾਰਮ ਹੈਗਾ ਉੱਥੇ ਜਿਹੜੇ ਮਾਈਨਿੰਗ ਹੁੰਦੀ ਹੈ, ਤਾਂ ਤੁਹਾਡਾ ਚਲੋ, ਪੁਰਾਣਾ ਉੱਥੇ, ਥੈਂਕ ਯੂ। ਇੱਕ ਮਾਈਨਿੰਗ ਕਦੋਂ ਤੋਂ ਹੋ ਰਹੀ ਹੈ? ਚਲੋ ਕੋਈ ਨਾ ਜੀ, ਬਾੜੀ ਗੱਲਾਂ ਦਾ ਜਵਾਬ ਦੇ ਦਿੱਤਾ। ਦਰਸ਼ਨ ਜੀ ਕਿੱਥੇ ਨਹੀਂ ਪਹੁੰਚ ਸਕੇ, ਫੇਰ ਦਰਸ਼ਨ ਦੇਣਗੇ ਇੱਕ ਦੋ ਦਿਨਾਂ ਤੱਕ। ਥੈਂਕ ਯੂ।